ਹਾਲੇਲੂਇਆ। खुदा ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਆਓ ਅਸੀਂ ਕੱਢਾਂਗੇ ਵਿਵਸਥਾ ਸਾਰ 27 ਦੀ 26। ਵਿਵਸਥਾ ਸਾਰ 27 ਦੀ 26 ਵਿੱਚ ਲਿਖਿਆ ਆ, ਸ਼ਰਾਪੀ ਹੋਵੇ ਉਹ ਜਿਹੜਾ ਇਸ ਵਿਵਸਥਾ ਦੀਆਂ ਗੱਲਾਂ ਨੂੰ ਮੰਨ ਕੇ ਪੂਰਾ ਨਾ ਕਰੇ ਤਾਂ ਸਾਰੀ ਪ੍ਰਜਾ ਆਖੇ ਆਮੀਨ। खुदा ਦਾ ਧੰਨਵਾਦ ਕਰਦੇ ਪੜੇ ਹੋਏ ਵਚਨ ਦੇ ਲਈ। ਆਓ ਸਭ ਮਿਲ ਕੇ ਪ੍ਰਾਰਥਨਾ ਕਰਾਂਗੇ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯਿਸੂ ਮਸੀਹ, ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰਦੇ ਹਾਂ ਖੁਦਾਵੰਦ ਪ੍ਰਭੂ ਜੀ। ਅੱਜ ਅਸੀਂ ਸਥਾਨ ਵਿੱਚ ਖੁਦਾਵੰਦ ਤੇਰੇ ਵਚਨ ਦੇ ਅਨੁਸਾਰ ਖੜੇ ਹਾਂ ਪ੍ਰਭੂ ਜੀ, ਤੇਰੀ ਮਹਿਮਾ ਤੇਰੀ ਉਪਾਸਨਾ ਕਰਨ ਦੇ ਲਈ ਖੁਦਾਵੰਦਾ। ਤੇ ਸੱਚਮੁੱਚ ਖੁਦਾਵੰਦ ਪ੍ਰਭੂ ਜੀ, ਜਿਹੜਾ ਮਨੁੱਖ ਖੁਦਾਵੰਦ ਪ੍ਰਭੂ ਯਿਸੂ ਮਸੀਹ ਤੇਰੇ ਵਚਨਾਂ ਦੇ ਉੱਪਰ ਨਹੀਂ ਚੱਲਦਾ ਖੁਦਾਵੰਦ, ਉਹ ਸ਼ਰਾਪੀ ਮਨੁੱਖ ਹੈ ਖੁਦਾਵੰਦ ਪ੍ਰਭੂ ਜੀ। ਕਿਉਂਕਿ ਸੰਤ ਪੌਲੁਸ ਨੇ ਵੀ ਕਿਹਾ ਸੀ, ਜਿਹੜੀ ਸਿੱਖਿਆ ਅਸੀਂ ਤੁਹਾਨੂੰ ਦਿੰਦੇ ਹਾਂ, ਜੇ ਸਿੱਖਿਆ ਤੋਂ ਇਲਾਵਾ ਕੋਈ ਹੋਰ ਸਿੱਖਿਆ ਤੁਹਾਨੂੰ ਦਵੇ ਤੇ ਉਹ ਸ਼ਾਪਿਤ ਹੋਵੇ। ਸੱਚਮੁੱਚ ਖੁਦਾਵੰਦ ਪ੍ਰਭੂ ਜੀ, ਤੇਰੀ ਸਿੱਖਿਆ ਤੋਂ ਇਲਾਵਾ ਖੁਦਾਵੰਦਾ, ਤੇਰੇ ਵਚਨਾਂ ਦੀ ਸਿੱਖਿਆ ਤੋਂ ਇਲਾਵਾ ਖੁਦਾਵੰਦ ਪ੍ਰਭੂ ਯਿਸੂ ਮਸੀਹ, ਜੇ ਮਨੁੱਖ ਖੁਦਾਵੰਦ ਪ੍ਰਭੂ ਜੀ ਯਿਸੂ ਮਸੀਹ ਵਚਨ ਤੋਂ ਬਾਹਰ ਕੋਈ ਵੀ ਕੰਮ ਕਰਦਾ ਹੈ ਖੁਦਾਵੰਦ, ਜੇ ਆਪਣੀ ਮਰਜ਼ੀ ਵੀ ਕਰਦਾ ਹੈ ਤੇ ਉਹ ਸ਼ਰਾਪੀ ਹੈ ਖੁਦਾਵੰਦ ਪ੍ਰਭੂ ਜੀ। ਤੂੰ ਦਇਆ ਕਰ, ਕਿਰਪਾ ਕਰ ਪ੍ਰਭੂ ਜੀ, ਅੱਜ ਦੇ ਸੰਦੇਸ਼ ਨੂੰ ਖੋਲ ਮੇਰੇ ਮਹਾਨ ਪਿਤਾ। ਹਰੇਕ ਦਾ ਹਿਰਦਾ ਪ੍ਰਭੂ ਜੀ ਤੇਰੇ ਸੰਦੇਸ਼ ਦੇ ਨਾਲ ਛਿਪ ਜਾਵੇ ਖੁਦਾਵੰਦ। ਤੇ ਪ੍ਰਭੂ ਯਿਸੂ ਮਸੀਹ ਸਭ ਜਾਣ ਖੁਦਾਵੰਦ ਪ੍ਰਭੂ ਯਿਸੂ ਮਸੀਹ, ਤੇਰਾ ਵਚਨ ਸੱਚ ਹੈ ਤੇ ਆਮੀਨ ਹੈ। ਤੂੰ ਜੋ ਬੋਲਦਾ ਹੈ ਖੁਦਾਵੰਦ ਉਹੀ ਕਰਦਾ ਹੈ ਖੁਦਾਵੰਦਾ। ਤੇ ਸੱਚਮੁੱਚ ਖੁਦਾਵੰਦਾ ਪ੍ਰਭੂ ਯਿਸੂ ਮਸੀਹ, ਅੱਜ ਬਹੁਤ ਸੇ ਲੋਕ ਖੁਦਾਵੰਦਾ ਸ਼ਰਾਪੀ ਹੋ ਚੁੱਕੇ ਹਨ ਖੁਦਾਵੰਦ, ਜਿਨ੍ਹਾਂ ਨੇ ਤੇਰੀ ਵਿਵਸਥਾ ਦੀ ਪਾਲਣਾ ਨਹੀਂ ਕੀਤੀ ਖੁਦਾਵੰਦ, ਉਹ ਅੰਨੇ ਹੋ ਚੁੱਕੇ ਹਨ ਖੁਦਾਵੰਦਾ। ਲੇਕਿਨ ਮੈਂ ਤੇਰਾ ਧੰਨਵਾਦ ਕਰਦਾ ਹਾਂ, ਕੋਈ ਹੈ, ਇੱਕ ਛੋਟਾ ਝੁੰਡ ਹੈ ਖੁਦਾਵੰਦ ਜੋ ਤੇਰੀ ਲਾੜੀ ਹੈ, ਜਿਸਨੇ ਤੇਰੇ ਵਚਨ ਨੂੰ ਸੁਣਿਆ ਹੈ, ਮੰਨਿਆ ਹੈ ਖੁਦਾਵੰਦਾ, ਤੇ ਤੇਰੇ ਵਚਨ ਦੇ ਅਨੁਸਾਰ ਜੀਵਨ ਬਤੀਤ ਕਰਦੀ ਹੈ ਖੁਦਾਵੰਦ। ਤੂੰ ਦਇਆ ਕਰ, ਕਿਰਪਾ ਕਰ, ਅੱਜ ਦੇ ਸੰਦੇਸ਼ ਨੂੰ ਖੋਲ ਖੁਦਾਵੰਦ। ਬੋਲਣ ਵਾਲਾ ਕੋਈ ਮਾਂਸ ਅਤੇ ਲਹੂ ਨਾ ਹੋਵੇ, ਬੋਲਣ ਵਾਲਾ ਤੇਰਾ ਪਵਿੱਤਰ ਆਤਮਾ ਹੋਵੇ। ਤੇਰੇ ਪਿਆਰੇ ਮਿੱਠੇ ਜਲਾਲੀ ਨਾਮ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ। ਖੁਦਾ ਦੇ ਪਵਿੱਤਰ ਨਾਮ ਦੀ ਤਾਰੀਫ ਹੋਵੇ। ਅਸੀਂ ਪੜਿਆ ਆ ਵਿਵਸਥਾ ਸਾਰ 27 ਦੀ 26 ਵਿੱਚ ਅਸੀਂ ਪੜਿਆ, ਸਾਫ਼ ਤੇ ਕਲੀਅਰ ਲਿਖਿਆ ਆ, ਸ਼ਰਾਪੀ ਹੋਵੇ ਉਹ ਜਿਹੜਾ ਇਸ ਵਿਵਸਥਾ ਦੀਆਂ ਗੱਲਾਂ ਨੂੰ ਮੰਨ ਕੇ ਪੂਰਾ ਨਾ ਕਰੇ। ਬਾਈਬਲ ਸਾਫ਼ ਬਿਆਨ ਕਰ ਰਹੀ ਵੀ ਸ਼ਰਾਪੀ ਹੋਵੇ ਉਹ ਬੰਦਾ ਜਿਹੜਾ ਇਸ ਵਿਵਸਥਾ ਦੀਆਂ ਗੱਲਾਂ ਨੂੰ ਮੰਨ ਕੇ ਪੂਰਾ ਨਾ ਕਰੇ। ਅੱਜ ਤੁਹਾਨੂੰ ਪਤਾ ਬਹੁਤ ਲੋਕ ਇਸ ਵਿਵਸਥਾ ਦੀਆਂ ਗੱਲਾਂ ਨੂੰ ਮੰਨ ਕੇ ਪੂਰਾ ਨਹੀਂ ਕਰ ਰਹੇ। ਹਰ ਕੋਈ ਆਪਣੀ ਮਰਜ਼ੀ ਕਰ ਰਿਹਾ ਆ ਤੇ ਆਪਣੇ ਆਪ ਨੂੰ ਭੇਡ ਦੱਸਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਆਪਣੀ ਮਰਜ਼ੀ ਵੀ ਕਰਨੀ ਤੇ ਆਪਣੇ ਆਪ ਨੂੰ ਭੇਡ ਵਰਗੂ ਦੱਸਣ ਦੀ ਕੋਸ਼ਿਸ਼ ਵੀ ਕਰ ਰਿਹਾ। ਹਰ ਇੱਕ ਮਨੁੱਖ ਕਹਿ ਰਿਹਾ ਵੀ ਮੈਂ ਖੁਦਾ ਦੀ ਭੇਡ ਹਾਂ। ਲੇਕਿਨ ਦੇਖੋ ਬਾਈਬਲ ਕੀ ਬਿਆਨ ਕਰਦੀ ਆ। ਬਾਈਬਲ ਬਿਆਨ ਕਰਦੀ ਆ, ਯਿਸੂ ਮਸੀਹ ਕਹਿੰਦਾ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸਿਆਣਦੀਆਂ ਹਨ। ਖੁਦਾ ਦੀ ਭੇਡਾਂ ਖੁਦਾ ਦੀ ਗੱਲ ਨੂੰ ਵੀ ਮੰਨਦੀਆਂ ਨੇ। ਲੇਕਿਨ ਇੱਥੇ ਬਾਈਬਲ ਬਿਆਨ ਕਰਦੀ ਆ ਵੀ ਲੋਕ ਉਹਦੀ ਵਿਵਸਥਾ ਦੀਆਂ ਗੱਲਾਂ ਨੂੰ ਮੰਨ ਕੇ ਪੂਰਾ ਨਹੀਂ ਕਰ ਰਹੇ। ਇਸ ਕਰਕੇ ਖੁਦਾਵੰਦ ਉਹਨਾਂ ਨੂੰ ਸ਼ਾਪਿਤ ਕਹਿ ਰਿਹਾ ਹੈ। ਲੇਕਿਨ ਇੱਕ ਛੋਟਾ ਝੁੰਡ ਹੈ ਜਿਹਦਾ ਨਾਮ ਲਾੜੀ ਹੈ ਤੇ ਉਹ ਖੁਦਾ ਦੀ ਵਿਵਸਥਾ ਤੇ ਚੱਲਦੀ ਹੈ ਤੇ ਖੁਦਾ ਦੇ ਵਚਨਾਂ ਨੂੰ ਮੰਨਦੀ ਹੈ। ਇਸ ਕਰਕੇ ਖੁਦਾ ਨੇ ਵਾਅਦਾ ਕੀਤਾ, ਮੈਂ ਆਪਣੀ ਦੁਲਹਨ ਨੂੰ ਲੈਣ ਬਹੁਤ ਜਲਦੀ ਆ ਰਿਹਾ। ਕਿਉਂਕਿ ਵਚਨਾਂ ਨੂੰ ਕੌਣ ਪੂਰਾ ਕਰ ਸਕਦਾ? ਵਚਨਾਂ ਨੂੰ ਸਿਰਫ ਉਹਦੀ ਲਾੜੀ ਪੂਰਾ ਕਰ ਸਕਦੀ ਆ। ਕੋਈ ਵੀ ਮਿਸ਼ਨਾਂ, ਜਥੇਬੰਦੀਆਂ, ਡਿਨੋਮੀਨੇਸ਼ਨ, ਚਰਚ ਉਹਦੀ ਗੱਲਾਂ ਨੂੰ ਪੂਰੀਆਂ ਨਹੀਂ ਕਰ ਸਕਦੀ, ਕਿਉਂਕਿ ਉਹਨਾਂ ਦੇ ਲਈ ਇਹ ਵਚਨ ਨਹੀਂ ਹਨ। ਇਹ ਵਚਨ ਕਿਹਦੇ ਲਈ ਹੈ? ਖੁਦਾ ਦਾ ਵਚਨ ਸਿਰਫ ਭੇਡਾਂ ਦੇ ਲਈ ਹੈ। ਤੇ ਖੁਦਾ ਕੀ ਕਰਦਾ? ਆਪਣੀ ਭੇਡਾਂ ਨੂੰ ਚਾਰਦਾ ਹੈ। ਇੱਕ ਅੱਛਾ ਯਾਲੀ ਕੀ ਕਰਦਾ ਆ? ਆਪਣੀ ਭੇਡਾਂ ਦੀ ਰੱਖਿਆ ਕਰਦਾ ਆ। ਉਸਨੇ ਕਿਹਾ ਸੀ, ਮੈਂ ਸੰਸਾਰ ਦੇ ਇਸ ਜਗਤ ਦੇ ਅੰਤ ਤੱਕ ਸदैव ਤੁਹਾਡੇ ਨਾਲ ਹਾਂ। ਕਿਹਦੇ ਨਾਲ ਹੈ? ਖੁਦਾਵੰਦ ਹੈ ਕਿਹਦੇ ਨਾਲ ਆ? ਖੁਦਾਵੰਦ ਬੱਕਰੀਆਂ ਦੇ ਨਾਲ ਨਹੀਂ ਆ। ਖੁਦਾਵੰਦ ਆਪਣੀ ਭੇਡਾਂ ਦੇ ਨਾਲ ਹੈ। ਕਿਉਂਕਿ ਖੁਦਾਵੰਦ ਆਪਣੀ ਭੇਡਾਂ ਨੂੰ ਪਿਆਰ ਕਰਦਾ ਹੈ ਤੇ ਖੁਦਾ ਦੀਆਂ ਭੇਡਾਂ ਕੀ ਕਰਦੀਆਂ ਹਨ? ਆਪਣੇ ਅਯਾਲੀ ਦੀ, ਆਪਣੇ ਚਰਵਾਹੇ ਦੀ ਆਵਾਜ਼ ਨੂੰ ਜਾਣਦੀਆਂ ਹਨ, ਪਛਾਣਦੀਆਂ ਹਨ। ਕਿਉਂਕਿ ਉਹਦਾ ਸੁਭਾਅ ਹੀ ਇਸ ਤਰ੍ਹਾਂ ਹੁੰਦਾ। ਇੱਕ ਵਿਸ਼ਵਾਸੀ ਭੈਣ ਭਾਈ ਹਮੇਸ਼ਾ ਵਚਨ ਦੇ ਉੱਪਰ ਕੀ ਕਰਦਾ? ਆਮੀਨ ਬੋਲਦਾ ਆ। ਕਦੇ ਵੀ ਇੱਕ ਵਿਸ਼ਵਾਸੀ ਵਚਨ ਤੋਂ ਬਾਹਰ ਕੰਮ ਨਹੀਂ ਕਰ ਸਕਦਾ। ਅੱਜ ਅਸੀਂ ਵੇਖਦੇ ਹਾਂ ਲੋਕ ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦੇ ਹਨ ਵੀ ਅਸੀਂ ਸੰਦੇਸ਼ ਦੇ ਵਿਸ਼ਵਾਸੀ ਹਾਂ, ਲੇਕਿਨ ਜਦੋਂ ਤੁਸੀਂ ਉਹਨਾਂ ਦਾ ਜੀਵਨ ਚੈੱਕ ਕਰੋ, ਜੀਵਨ ਨੂੰ ਟਟੋਲੋ, ਤੇ ਤੁਹਾਨੂੰ ਉਹ ਭੇਡਾਂ ਨਹੀਂ ਬੱਕਰੀਆਂ ਦਿਖਣਗੀਆਂ। ਜੇ ਤੁਸੀਂ ਵਚਨ ਦੇ ਅਨੁਸਾਰ, ਵਚਨ ਦੀ ਅੱਖਾਂ ਨਾਲ ਲੋਕਾਂ ਨੂੰ ਵੇਖੋ, ਲੋਕਾਂ ਦੇ ਜੀਵਨ ਚੈੱਕ ਕਰੋ ਵੀ ਇਹ ਬੱਕਰੀ ਹੈ ਕਿ ਖੁਦਾ ਦੀ ਭੇਡ ਹੈ। ਕਿਉਂਕਿ ਬੱਕਰੀ ਦਾ ਕੀ ਸੁਭਾਅ ਆ? ਬੱਕਰੀ ਦਾ ਸੁਭਾਅ ਆ ਆਪਣੇ ਮਾਲਕ ਨੂੰ ਸਿੰਗ ਵੀ ਮਾਰ ਦਿੰਦੀ ਆ, ਲੇਕਿਨ ਭੇਡ ਇਸ ਤਰ੍ਹਾਂ ਨਹੀਂ ਕਰਦੀ। ਭੇਡ ਹਲੀਮੀ ਦੇ ਨਾਲ ਆਪਣੇ ਅਯਾਲੀ ਦੇ ਪਿੱਛੇ ਪਿੱਛੇ ਤੁਰੀ ਜਾਂਦੀ ਆ। ਇਹ ਉਹਦਾ ਸੁਭਾਅ ਹੁੰਦਾ। ਇੱਕ ਵਿਸ਼ਵਾਸੀ ਭੈਣ ਭਾਈ ਦਾ ਸੁਭਾਅ ਕਿੱਦਾਂ ਦਾ ਹੁੰਦਾ ਆ? ਇੱਕ ਵਿਸ਼ਵਾਸੀ ਭੈਣ ਭਾਈ ਖੁਦਾ ਦੇ ਵਚਨ ਦੇ ਪਿੱਛੇ ਪਿੱਛੇ ਚੱਲਦਾ ਹਮੇਸ਼ਾ।
ਉਹ ਕਦੇ ਵੀ ਸਵਾਲ ਜਵਾਬ ਨਹੀਂ ਕਰਦਾ। ਇੱਕ ਵਿਸ਼ਵਾਸੀ ਦੀ ਨਿਸ਼ਾਨੀ ਹੁੰਦੀ ਆ। ਲੇਕਿਨ ਜਦੋਂ ਇੱਕ ਵਿਸ਼ਵਾਸੀ ਖੁਦਾ ਦੇ ਅੱਗੇ ਪ੍ਰਾਰਥਨਾ ਕਰਦਾ ਤੇ ਖੁਦਾ ਉਹਦੀ ਪ੍ਰਾਰਥਨਾਵਾਂ ਨੂੰ ਵੀ ਸੁਣਦਾ ਹੈ, ਕਿਉਂਕਿ ਉਹ ਉਹਦੀ ਭੇਡ ਹੁੰਦੀ ਆ ਖੁਦਾ ਦੀ। ਇਸ ਕਰਕੇ ਅੱਜ ਪਤਾ ਹੋਣਾ ਚਾਹੀਦਾ ਆ ਵੀ ਇੱਕ ਜਿਹੜੀ ਭੇਡ ਆ, ਇੱਕ ਭੇਡ ਦਾ ਸੁਭਾਅ ਕਿੱਦਾਂ ਦਾ ਹੋਣਾ ਚਾਹੀਦਾ ਆ। ਅੱਜ ਮੈਂ ਤੁਹਾਨੂੰ ਭੇਡਾਂ ਦੇ ਸੁਭਾਅ ਬਾਰੇ ਦੱਸੂਗਾ, ਕਿਉਂਕਿ ਖੁਦਾ ਨੇ ਇਸ ਬਾਰੇ ਦੱਸਿਆ ਹੈ। ਆਓ ਅਸੀਂ ਕੱਢਾਂਗੇ ਸੰਤ ਯਹੋਨਾ 10 ਅਧਿਆਇ। ਯਹੋਨਾ 10 ਅਧਿਆਇ 10 ਦੀ 7 ਤੋਂ ਪੜਾਂਗੇ। ਅਸੀਂ ਇੱਕ ਤੋਂ ਹੀ ਪੜ ਲੈਂਦੇ ਆ। ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿਹੜਾ ਭੇਡਾਂ ਦੇ ਬਾੜੇ ਵਿੱਚ ਬੂਹੇ ਥਾਣੀ ਨਹੀਂ ਵੜਦਾ ਪਰ ਹੋਰ ਪਾਸਿਓਂ ਵੜਦਾ ਹੈ, ਉਹ ਚੋਰ ਹੈ ਅਤੇ ਡਾਕੂ ਹੈ। ਪਰ ਜਿਹੜਾ ਬੂਹੇ ਥਾਣੀ ਵੜਦਾ ਹੈ ਉਹ ਭੇਡਾਂ ਦਾ ਅਯਾਲੀ ਹੈ। ਉਸ ਦੇ ਲਈ ਦਰਬਾਨ ਖੋਲ ਦਿੰਦਾ ਹੈ ਅਤੇ ਭੇਡਾਂ ਉਸ ਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਉ ਲੈ ਕੇ ਬੁਲਾਉਂਦਾ ਹੈ ਅਤੇ ਉਹ ਉਹਨਾਂ ਨੂੰ ਬਾਹਰ ਲੈ ਜਾਂਦਾ ਹੈ। ਹੁਣ ਜਿਹੜਾ ਅਯਾਲੀ ਹੁੰਦਾ ਆ, ਅਯਾਲੀ ਹਮੇਸ਼ਾ ਦਰਵਾਜ਼ੇ ਥਾਣੀ ਆਂਦਾ ਤੇ ਆਪਣੀਆਂ ਭੇਡਾਂ ਨੂੰ ਆਵਾਜ਼ ਮਾਰਦਾ ਆ। ਲੇਕਿਨ ਜੇ ਕੋਈ ਦਰਵਾਜ਼ੇ ਥਾਣੀ ਨਹੀਂ ਆਂਦਾ ਆ ਤੇ ਉਹ ਕੌਣ ਆ? ਚੋਰ ਅਤੇ ਡਾਕੂ ਹੈ, ਕਿਉਂਕਿ ਖੁਦਾ ਦਾ ਵਚਨ ਇਸੇ ਤਰ੍ਹਾਂ ਦੱਸਦਾ ਆ। ਉਸ ਦੇ ਲਈ ਦਰਬਾਨ ਖੋਲ ਦਿੰਦਾ ਹੈ ਅਤੇ ਭੇਡਾਂ ਉਸ ਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਉ ਲੈ ਕੇ ਬੁਲਾਉਂਦਾ ਹੈ ਅਤੇ ਉਹਨਾਂ ਨੂੰ ਬਾਹਰ ਲੈ ਜਾਂਦਾ ਹੈ। ਜਦੋਂ ਆਪਣੀਆਂ ਭੇਡਾਂ ਨੂੰ ਕੱਢ ਚੁੱਕਦਾ ਹੈ ਤਾਂ ਉਹਨਾਂ ਦੇ ਅੱਗੇ ਅੱਗੇ ਤੁਰ ਪੈਂਦਾ ਹੈ ਅਤੇ ਭੇਡਾਂ ਉਸ ਦੇ ਮਗਰ ਮਗਰ ਲੱਗੀਆਂ ਰਹਿੰਦੀਆਂ ਹਨ, ਕਿਉਂ ਜੋ ਉਹ ਉਸ ਦੀ ਆਵਾਜ਼ ਪਛਾਣਦੀਆਂ ਹਨ। ਹੁਣ ਭੇਡਾਂ ਕਿਉਂ ਉਹਦੇ ਮਗਰ ਤੁਰਦੀਆਂ ਆ? ਇੱਕ ਅਯਾਲੀ ਜਿਹੜਾ ਹੁੰਦਾ, ਚਰਵਾਹਾ ਹੁੰਦਾ, ਭੇਡਾਂ ਉਹਦੇ ਮਗਰ ਕਿਉਂ ਤੁਰਦੀਆਂ ਜਦੋਂ ਆਪਣੀ ਭੇਡਾਂ ਨੂੰ ਆਵਾਜ਼ ਮਾਰਦਾ ਆ? ਕਿਉਂਕਿ ਉਸ ਦੀ ਆਵਾਜ਼ ਨੂੰ ਉਹ ਭੇਡਾਂ ਪਛਾਣਦੀਆਂ ਹਨ। ਇਸੇ ਤਰ੍ਹਾਂ ਇੱਕ ਮਸੀਹ ਭੈਣ ਭਾਈ ਹੁੰਦਾ, ਜਦੋਂ ਖੁਦਾ ਦਾ ਵਚਨ ਉਹਨੂੰ ਪੁਕਾਰਦਾ ਆ ਵੀ ਤੂੰ ਮੇਰੇ ਪਿੱਛੇ ਹੋ ਤੁਰ, ਕਿਉਂਕਿ ਯਿਸੂ ਮਸੀਹ ਨੇ ਵੀ ਕਿਹਾ ਸੀਗਾ ਮੇਰੇ ਪਿੱਛੇ ਹੋ ਤੁਰ। ਜਦੋਂ ਕੋਈ ਯਿਸੂ ਮਸੀਹ ਦੇ ਵਚਨ ਦੇ ਪਿੱਛੇ ਹੋ ਤੁਰਦਾ ਆ ਤੇ ਉਹ ਨਿਸ਼ਾਨੀ ਹੁੰਦੀ ਆ ਵੀ ਉਹ ਖੁਦਾ ਦੀ ਕੀ ਆ? ਭੇਡ ਆ, ਕਿਉਂਕਿ ਭੇਡਾਂ ਹੀ ਆਪਣੇ ਅਯਾਲੀ ਦੀ ਆਵਾਜ਼ ਨੂੰ ਪਛਾਣਦੀਆਂ ਹਨ। ਇਸ ਕਰਕੇ ਬਾਈਬਲ ਦੇ ਵਿੱਚ ਦੁਸ਼ਟਾਂਤ ਦੇ ਵਿੱਚ ਇਹ ਗੱਲਾਂ ਲਿਖੀਆਂ ਹਨ। ਖੁਦਾ ਸਮਝਾ ਰਿਹਾ ਹੈ ਉਹ ਪਰਾਏ ਦੇ ਮਗਰ ਕਦੇ ਨਾ ਜਾਣਗੀਆਂ, ਸਗੋਂ ਉਸ ਤੋਂ ਨਸ ਜਾਣਗੀਆਂ, ਕਿਉਂਕਿ ਪਰਾਈਆਂ ਦੀ ਆਵਾਜ਼ ਨਹੀਂ ਪਛਾਣਦੀਆਂ। ਜਿਹੜੇ ਖੁਦਾ ਦੇ ਵਿਸ਼ਵਾਸੀ ਲੋਕ ਹੁੰਦੇ ਆ ਉਹ ਕਦੇ ਕਿਸੇ ਪਰਾਏ ਦੇ ਮਗਰ ਨਹੀਂ ਲੱਗਦੇ। ਕੋਈ ਵੀ ਉਹਨਾਂ ਨੂੰ ਆਵਾਜ਼ ਮਾਰੇ, ਸੰਸਾਰ ਦਾ ਕੋਈ ਵੀ ਲੋਭ ਉਹਨਾਂ ਨੂੰ ਆਵਾਜ਼ ਮਾਰੇ, ਖੁਦਾ ਦੇ ਵਿਸ਼ਵਾਸੀ ਲੋਕ ਕਦੇ ਉਹ ਸੰਸਾਰ ਦੇ ਪਿੱਛੇ ਨਹੀਂ ਜਾਂਦੇ, ਪਰਾਇਆਂ ਦੇ ਪਿੱਛੇ ਨਹੀਂ ਜਾਂਦੇ। ਲੇਕਿਨ ਖੁਦਾ ਦੇ ਅਸਲੀ ਵਿਸ਼ਵਾਸੀ, ਸੱਚੀਆਂ ਭੇਡਾਂ ਹਮੇਸ਼ਾ ਖੁਦਾ ਦੇ ਵਚਨ ਦੇ ਵਿੱਚ ਰਹਿੰਦੀਆਂ ਹਨ। ਉਹ ਕਦੇ ਵੀ ਪਰਾਏ ਦੀ ਆਵਾਜ਼ ਨੂੰ ਸੁਣਦੀਆਂ ਨਹੀਂ ਹਨ। ਯੀਸ਼ੂ ਨੇ ਇਹ ਦ੍ਰਿਸ਼ਟਾਂਤ ਦੇ ਕੇ ਉਹਨਾਂ ਨੂੰ ਆਖਿਆ, ਪਰ ਉਹ ਸਮਝੇ ਨਾ ਸਮਝੇ ਭਈ ਇਹ ਕੀ ਹੈ, ਇਹ ਗੱਲਾਂ ਜਿਹੜੀਆਂ ਉਹ ਸਾਨੂੰ ਆਖਦਾ ਹੈ। ਹੁਣ ਯਿਸੂ ਮਸੀਹ ਆਪਣੇ ਚੇਲਿਆਂ ਨਾਲ ਗੱਲ ਕਰ ਰਿਹਾ ਸੀਗਾ, ਲੋਕਾਂ ਦੇ ਨਾਲ ਉਸ ਸਮੇਂ ਗੱਲ ਕਰ ਰਿਹਾ ਸੀ, ਲੇਕਿਨ ਉਹ ਲੋਕ ਸਮਝ ਨਹੀਂ ਸਕੇ ਵੀ ਇਹ ਹੈ ਕੀ ਗੱਲ ਆ, ਯਿਸੂ ਮਸੀਹ ਕਿਸ ਚੀਜ਼ ਬਾਰੇ ਗੱਲ ਕਰ ਰਿਹਾ ਹੈ। ਲੇਕਿਨ ਸਾਡੇ ਯੁੱਗ ਦੇ ਨਬੀ ਨੇ ਇਸ ਭੇਤਾਂ ਨੂੰ ਖੁੱਲ ਕੇ ਸਾਨੂੰ ਸਮਝਾ ਦਿੱਤਾ ਹੈ, ਕਿਉਂਕਿ ਨਬੀ ਦੁਆਰਾ ਵਚਨ ਖੋਲ ਦਿੱਤਾ ਗਿਆ। ਭਾਈ ਵਿਲੀਅਮ ਮੈਰਿਨ ਬ੍ਰਾਨਮ ਦੁਆਰਾ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਖੋਲ ਦਿੱਤੀ ਗਈ। ਕੋਈ ਵੀ ਭੇਤ ਹੁਣ ਬੰਦ ਨਹੀਂ ਆ, ਸਭ ਭੇਤ ਖੁੱਲ ਚੁੱਕੇ ਹਨ। ਤੇ ਹੁਣ ਅਸੀਂ ਪੜ੍ਹਦੇ ਆ 7 ਦੇ ਵਿੱਚੋਂ, ਇਸ ਲਈ ਯਿਸੂ ਨੇ ਫਿਰ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੋ ਭੇਡਾਂ ਦਾ ਬੂਹਾ ਮੈਂ ਹਾਂ। ਸਭ ਜਿੰਨੇ ਮੈਥੋਂ ਅੱਗੇ ਆਏ ਸੋ ਚੋਰ ਅਤੇ ਡਾਕੂ ਹਨ, ਪਰ ਭੇਡਾਂ ਨੇ ਉਹਨਾਂ ਦੀ ਨਾ ਸੁਣੀ। ਉਹ ਬੂਹਾ ਮੈਂ ਹਾਂ। ਹੁਣ ਸੋਚਣ ਵਾਲੀ ਗੱਲ ਆ, ਇੱਕ ਮਨੁੱਖ ਕਿੱਦਾਂ ਬੂਹਾ ਹੋ ਸਕਦਾ ਹੈ? ਕਿਉਂਕਿ ਯਿਸੂ ਮਸੀਹ ਜਦੋਂ ਧਰਤੀ ਤੇ ਆਇਆ, ਇੱਕ ਮਨੁੱਖ ਦੇ ਰੂਪ ਦੇ ਵਿੱਚ ਆਇਆ। ਉਹ ਖੁਦਾ ਸੀਗਾ, ਇੱਕ ਮਨੁੱਖ ਬਣ ਕੇ ਆਇਆ। ਹੁਣ ਯਿਸੂ ਮਸੀਹ ਕਹਿ ਰਿਹਾ ਆ ਵੀ ਮੈਂ ਦਰਵਾਜ਼ਾ ਹਾਂ। ਸੋਚਣ ਵਾਲੀ ਗੱਲ ਆ, ਯਿਸੂ ਮਸੀਹ ਦਰਵਾਜ਼ਾ ਕਿੱਦਾਂ ਹੋ ਸਕਦਾ ਹੈ? ਅਸੀਂ ਇਸੇ ਵਚਨ ਦੇ ਉੱਪਰ ਅੱਜ ਸਿੱਖਣਾ ਆ ਵੀ ਯਿਸੂ ਮਸੀਹ ਦਰਵਾਜ਼ਾ ਕਿੱਦਾਂ ਆ। ਉਹ ਬੂਹਾ ਮੈਂ ਹਾਂ, ਮੇਰੇ ਥਾਣੀ ਜੋ ਕੋਈ ਵੜੇ ਤਾਂ ਉਹ ਬਚਾਇਆ ਜਾਵੇਗਾ ਅਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਚਾਰਾ ਖਾਵੇਗਾ, ਚਾਰਾ ਪਾਵੇਗਾ। ਚੋਰ ਨਹੀਂ ਆਉਂਦਾ, ਪਰ ਇਸ ਲਈ ਜੋ ਚੁਰਾਵੇ ਅਤੇ ਵੱਡੇ ਅਤੇ ਨਾਸ਼ ਕਰੇ। ਮੈਂ ਇਸ ਲਈ ਆਉਂਦਾ ਹਾਂ ਭਾਈ ਉਹਨਾਂ ਨੂੰ ਜਿਉਣ ਮਿਲੇ, ਸਗੋਂ ਚੋਖਾ ਮਿਲੇ। ਅੱਛਾ ਅਯਾਲੀ ਮੈਂ ਹਾਂ। ਅੱਛਾ ਅਯਾਲੀ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ। ਠੀਕ ਹੈ, ਖੁਦਾ ਦਾ ਵਚਨ ਕਹਿ ਰਿਹਾ ਅੱਛਾ ਅਯਾਲੀ ਕੀ ਕਰਦਾ? ਅੱਛਾ ਚਰਵਾਹਾ ਭੇਡਾਂ ਲਈ ਆਪਣੀ ਜਾਨ ਦਿੱਤਾ ਹੈ।
ਜਦੋਂ ਯੀਸ਼ੂ ਮਸੀਹ ਇਸ ਧਰਤੀ ਤੇ ਆਇਆ, ਉਹਨੇ ਆਪਣੀਆਂ ਭੇਡਾਂ ਦੇ ਲਈ, ਆਪਣੀ ਦੁਲਹਨ ਦੇ ਲਈ ਆਪਣੀ ਜਾਨ ਦਿੱਤੀ। ਤੁਹਾਨੂੰ ਪਤਾ ਯੀਸ਼ੂ ਮਸੀਹ ਕਿਉਂ ਆਇਆ? ਯੀਸ਼ੂ ਮਸੀਹ ਆਪਣੀ ਦੁਲਹਨ ਦੇ ਲਈ ਇਸ ਧਰਤੀ ਤੇ ਆਇਆ ਤਾਂ ਕਿ ਉਹਨੂੰ ਆਪਣੇ ਨਾਲ ਲੈ ਕੇ ਜਾ ਸਕੇ। ਉਹਨੇ ਆਪਣੀ ਜਾਨ ਦਿੱਤੀ। ਉਹਨੇ ਕਿਹਾ ਜੋ ਕੋਈ ਵਿਸ਼ਵਾਸ ਕਰੇਗਾ ਸੋ ਬਚਾਇਆ ਜਾਵੇਗਾ। ਹੁਣ ਵਿਸ਼ਵਾਸ ਕਰੂਗਾ ਕੌਣ? ਵਿਸ਼ਵਾਸ ਸਿਰਫ ਭੇਡ ਕਰੇਗੀ, ਬੱਕਰੀਆਂ ਵਿਸ਼ਵਾਸ ਨਹੀਂ ਕਰਨਗੀਆਂ, ਕਿਉਂਕਿ ਭੇਡਾਂ ਦਾ ਸੁਭਾਅ ਹੁੰਦਾ ਹੈ ਆਪਣੀ ਮਾਲਕ ਦੀ ਆਵਾਜ਼ ਨੂੰ ਪਛਾਣਦੀਆਂ ਹਨ। ਇਸ ਕਰਕੇ ਇੱਕ ਵਿਸ਼ਵਾਸੀ ਨੂੰ ਭੇਡ ਦੇ ਨਾਲ ਜੋੜਿਆ ਗਿਆ ਹੈ ਵੀ ਇੱਕ ਵਿਸ਼ਵਾਸੀ ਤੇ ਭੇਡ ਦਾ ਕਿੱਦਾਂ ਦਾ ਸੁਭਾਅ ਹੁੰਦਾ ਆ। ਭੇਡ ਹਲੀਮ ਹੁੰਦੀ ਆ, ਆਪਣੇ ਚਰਵਾਹੇ ਦੇ, ਆਪਣੇ ਅਯਾਲੀ ਦੇ ਮਗਰ ਤੁਰਦੀ ਆ, ਇਹ ਉਹਦਾ ਸੁਭਾਅ ਹੈ। ਲੇਕਿਨ ਜੇ ਕੋਈ ਬੱਕਰੀ ਹੋਵੇ ਤੇ ਉਹ ਆਪਣੇ ਅਯਾਲੀ ਨੂੰ ਕੀ ਕਹੇਗੀ? ਜਿਹੜਾ ਸੇਵਕ ਉਹਨਾਂ ਨੂੰ ਚਰਾ ਰਿਹਾ ਆ ਉਹਨੂੰ ਕੀ ਕਹੇਗੀ? ਉਹ ਮੈਂ ਤੇਰੀ ਗੱਲਾਂ ਨੂੰ ਨਹੀਂ ਮੰਨਣਾ। ਲੇਕਿਨ ਭੇਡ ਦਾ ਸੁਭਾਅ ਕੀ ਆ? ਭੇਡ ਹਮੇਸ਼ਾ ਆਪਣੇ ਮਾਲਕ ਦੀ ਆਵਾਜ਼ ਨੂੰ ਸੁਣਦੀ ਆ। ਉਹਨੂੰ ਪਤਾ ਇਹ ਮੇਰਾ ਚਰਵਾਹਾ ਆ। ਉਹ ਹਮੇਸ਼ਾ ਕੀ ਕਰਦੀ ਆ? ਆਪਣੇ ਮਾਲਕ ਦੀ ਆਵਾਜ਼ ਨੂੰ ਸੁਣਦੀ ਆ। ਭਾਈ ਬ੍ਰੈਨਮ ਨੇ ਕਿਹਾ ਅਸੀਂ ਭੇਡਾਂ ਤੋਂ ਬਹੁਤ ਕੁਝ ਸਿੱਖਦੇ ਹਾਂ। ਭਾਈ ਬ੍ਰੈਨਮ ਕਹਿੰਦੇ ਅਸੀਂ ਭੇਡਾਂ ਤੋਂ ਕੀ ਕਰਦੇ ਹਾਂ? ਬਹੁਤ ਕੁਝ ਸਿੱਖਦੇ ਹਾਂ। ਨਬੀ ਕਹਿੰਦਾ ਉਹਨਾਂ ਦੀ ਹਰਕਤਾਂ ਤੇ ਗੌਰ ਕਰੀਏ। ਭੇਡ ਇੱਕ ਕੁਰਬਾਨੀ ਵਾਲਾ ਜਾਨਵਰ ਹੈ, ਛੋਟਾ ਮਾਸੂਮ ਜਾਨਵਰ, ਅਤੇ ਜਦ ਗਵਾਚ ਜਾਂਦਾ ਹੈ ਤਾਂ ਪੂਰੀ ਤਰ੍ਹਾਂ ਬੇਵਸ ਹੁੰਦਾ ਹੈ। ਜਦੋਂ ਇੱਕ ਭੇਡ ਗਵਾਚਦੀ ਆ ਤੇ ਪੂਰੀ ਤਰ੍ਹਾਂ ਬੇਵਸ ਹੁੰਦੀ, ਉਹਨੂੰ ਨਹੀਂ ਪਤਾ ਹੁੰਦਾ ਵੀ ਮੈਂ ਕੀ ਕਰਾਂ ਜਾਂ ਕੀ ਨਾ ਕਰਾਂ। ਮੈਂ ਸੋਚਦਾ ਹਾਂ ਇਸੇ ਕਰਕੇ ਯੀਸ਼ੂ ਨੇ ਸਾਡੀ ਤੁਲਨਾ ਭੇਡਾਂ ਦੇ ਨਾਲ ਕੀਤੀ ਹੈ। ਇਹ ਇੱਕ ਵਿਸ਼ਵਾਸੀ ਗਵਾਚ ਜਾਂਦਾ, ਉਹਨੂੰ ਸਮਝ ਨਹੀਂ ਲੱਗਦੀ ਵੀ ਉਹ ਕੀ ਕਰੇ ਜਦੋਂ ਤੱਕ ਖੁਦਾ ਉਹਨੂੰ ਆਪ ਆ ਕੇ ਸੰਸਾਰ ਵਿੱਚੋਂ ਫਿਰ ਬਾਹਰ ਨਾ ਕੱਢ ਲਿਆਵੇ। ਉਹਨੂੰ ਸਮਝ ਨਹੀਂ ਲੱਗਦੀ ਕਿਉਂਕਿ ਉਹ ਗਵਾਚ ਚੁੱਕਿਆ ਹੁੰਦਾ ਹੈ। ਕਿਉਂਕਿ ਉਹ ਆਪਣਾ ਮਾਰਗ ਨਹੀਂ ਲੱਭ ਸਕਦੀਆਂ। ਉਹਨਾਂ ਨੂੰ ਆਪਣੀ ਅਗਵਾਈ ਕਰਨ ਵਾਲੇ ਕਿਸੇ ਵਿਅਕਤੀ ਤੇ ਨਿਰਭਰ ਹੋਣਾ ਪੈਂਦਾ ਹੈ। ਜਿਹੜੀ ਭੇਡ ਹੁੰਦੀ ਆਪਣੀ ਕੀ ਕਰਦੀ? ਅਗਵਾਈ ਨਹੀਂ ਕਰ ਸਕਦੀ। ਸਾਡਾ ਯੁੱਗ ਦਾ ਨਬੀ ਕਹਿੰਦਾ ਭਾਈ ਬ੍ਰੈਨਮ ਉਹ ਆਪਣੀ ਅਗਵਾਈ ਨਹੀਂ ਕਰ ਸਕਦੀਆਂ। ਇਸ ਕਰਕੇ ਉਹਨਾਂ ਨੂੰ ਇੱਕ ਮਨੁੱਖ ਚਾਹੀਦਾ ਹੁੰਦਾ ਆ ਜਿਹੜਾ ਉਹਨਾਂ ਦੀ ਅਗਵਾਈ ਕਰੇ। ਇੱਕ ਵਿਸ਼ਵਾਸੀ ਆਪਣੀ ਅਗਵਾਈ ਆਪ ਨਹੀਂ ਕਰ ਸਕਦਾ, ਚਾਹੇ ਉਹ ਵਿਸ਼ਵਾਸੀ ਆ, ਲੇਕਿਨ ਫਿਰ ਵੀ ਉਹਨੂੰ ਇੱਕ ਸੇਵਕ ਚਾਹੀਦਾ ਹੁੰਦਾ ਜਿਹੜਾ ਖੁਦਾ ਦੇ ਵਚਨ ਦੇ ਅਨੁਸਾਰ ਉਹਨਾਂ ਨੂੰ ਕੀ ਕਰੇ? ਚਲਾਵੇ। ਤੇ ਇਸ ਕਰਕੇ ਨਬੀ ਨੇ ਭੇਡਾਂ ਤੇ ਵਿਸ਼ਵਾਸੀ ਨੂੰ ਆਪਸ ਵਿੱਚ ਜੋੜਿਆ ਹੈ। ਅਤੇ ਇਹ ਮੈਨੂੰ ਇੱਕ ਚੀਜ਼ ਦਿਖਾਉਂਦਾ ਹੈ, ਜੇ ਖੁਦਾ ਦੀ ਵਿਰਾਸਤ ਵਿੱਚ ਸਾਡੀ ਤੁਲਨਾ ਭੇਡਾਂ ਨਾਲ ਕੀਤੀ ਗਈ ਹੈ ਤਾਂ ਅਸੀਂ ਇੱਕ ਦੂਜੇ ਦੀ ਅਗਵਾਈ ਨਹੀਂ ਕਰ ਸਕਦੇ। ਹੁਣ ਮੈਂ ਇਸ ਗੱਲ ਨੂੰ ਨਹੀਂ ਕਹਿ ਰਿਹਾ, ਖੁਦਾ ਦਾ ਨਬੀ ਇਸ ਗੱਲ ਨੂੰ ਕਹਿ ਰਿਹਾ ਹੈ। ਕਹਿੰਦਾ ਸਾਡੀ ਤੁਲਨਾ ਭੇਡਾਂ ਦੇ ਨਾਲ ਕੀਤੀ ਗਈ ਆ, ਭੇਡਾਂ ਦੇ ਨਾਲ। ਅਸੀਂ ਇੱਕ ਦੂਜੇ ਦੀ ਅਗਵਾਈ ਨਹੀਂ ਕਰ ਸਕਦੇ। ਜਦੋਂ ਕੋਈ ਮਨੁੱਖ ਕਹਿੰਦਾ ਵੀ ਚਰਚ ਸਾਨੂੰ ਡਾਂਟ ਪੈ ਗਈ ਆ, ਸਾਡੀ ਇਨਸਲਟ ਕੀਤੀ ਗਈ ਹੈ ਚਰਚ ਦੇ ਵਿੱਚ, ਇੱਕ ਵਿਗੜਿਆ ਹੋਇਆ ਮਨੁੱਖ ਕਹਿੰਦਾ ਦੂਸਰੇ ਵਿਸ਼ਵਾਸੀ ਨੂੰ ਜਾ ਕੇ ਤੂੰ ਵੀ ਚਰਚ ਜਾਣਾ ਬੰਦ ਕਰ ਦੇ, ਉਹ ਇੱਕ ਦੂਜੇ ਦੀ ਅਗਵਾਈ ਨਹੀਂ ਕਰ ਰਹੇ। ਉਹ ਦੋਨੋਂ ਖੁਦਾ ਦੇ ਬਾੜੇ ਦੇ ਵਿੱਚੋਂ ਬਾਹਰ ਹੋ ਰਹੇ ਆ। ਲੇਕਿਨ ਨਬੀ ਕਹਿੰਦਾ ਅਗਵਾਈ ਕਰਨ ਦੇ ਲਈ ਖੁਦਾ ਦਾ ਇੱਕ ਚਰਵਾਹਾ, ਇੱਕ ਸੇਵਕ ਠਹਿਰਾਇਆ ਹੁੰਦਾ ਹੈ। ਅਤੇ ਜੇ ਕੋਈ ਵਿਅਕਤੀ ਆਪਣੀ ਭੇਡ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ ਤਾਂ ਬੱਕਰੀ ਅਤੇ ਭੇਡ ਦੇ ਮਿਣਮਣਾਉਣ ਵਿੱਚ ਫਰਕ ਔਖਾ ਹੁੰਦਾ ਹੈ। ਜਿਹੜਾ ਚਰਵਾਹਾ ਹੁੰਦਾ ਉਹਨੂੰ ਪਛਾਣ ਵੀ ਹੁੰਦੀ ਆ ਵੀ ਕੌਣ ਬੱਕਰੀ ਆ ਤੇ ਕੌਣ ਭੇਡ ਆ। ਉਹਨਾਂ ਦਾ ਸਾਰਾ ਕੁਝ ਇੱਕੋ ਜਿਹਾ ਹੈ, ਪਰ ਉਹਨਾਂ ਦਾ ਸੁਭਾਅ ਸਾਬਤ ਕਰਦਾ ਹੈ ਕਿ ਉਹ ਕੀ ਹਨ। ਹੁਣ ਬੱਕਰੀ ਆ ਉਹ ਵੀ ਮਿਣ ਕਰਦੀ ਆ, ਭੇਡ ਵੀ ਮਿਣ ਕੇ ਕਰਦੀ ਆ, ਲੇਕਿਨ ਨਬੀ ਕਹਿੰਦਾ ਉਹਨਾਂ 'ਚ ਫਰਕ ਕੀ ਆ? ਸੁਭਾਅ ਦੇ ਵਿੱਚ ਫਰਕ ਆ। ਦੋਨਾਂ ਦੇ ਸੁਭਾਅ ਦੇ ਵਿੱਚ ਫਰਕ ਆ। ਬੱਕਰੀ ਦੇ ਸੁਭਾਅ ਦੇ ਵਿੱਚ ਫਰਕ ਆ, ਭੇਡ ਦੇ ਸੁਭਾਅ ਦੇ ਵਿੱਚ ਫਰਕ ਆ। ਇਸੇ ਤਰ੍ਹਾਂ ਇੱਕ ਵਿਸ਼ਵਾਸੀ ਦੇ ਸੁਭਾਅ ਦੇ ਵਿੱਚ ਫਰਕ ਹੁੰਦਾ ਆ। ਵਿਸ਼ਵਾਸੀ ਹਲੀਮ ਹੁੰਦਾ ਤੇ ਵਚਨ ਦੇ ਪਿੱਛੇ ਤੁਰਿਆ ਜਾਂਦਾ। ਲੇਕਿਨ ਜਿਹੜੇ ਅਵਿਸ਼ਵਾਸੀ ਬੰਦਾ ਹੁੰਦਾ, ਢੋਂਗੀ ਵਿਸ਼ਵਾਸੀ ਹੁੰਦਾ, ਉਹ ਕੀ ਕਰਦਾ ਆ? ਉਹ ਢੋਂਗ ਕਰਦਾ, ਲੇਕਿਨ ਵਚਨ ਦੇ ਅਨੁਸਾਰ ਉਹਦਾ ਜੀਵਨ ਨਹੀਂ ਹੁੰਦਾ। ਇਸ ਕਰਕੇ ਵਿਸ਼ਵਾਸੀ ਤੇ ਅਵਿਸ਼ਵਾਸੀਆਂ ਦੇ ਵਿੱਚ ਫਰਕ ਹੁੰਦਾ ਆ। ਢੋਂਗੀ ਵਿਸ਼ਵਾਸੀਆਂ 'ਚ ਫਰਕ ਹੁੰਦਾ ਆ। ਨਾਮ ਦੇ ਮਸੀਹੀਆਂ ਅਤੇ ਅਸਲ ਮਸੀਹੀਆਂ ਨਾਲ ਵੀ ਇਹੋ ਗੱਲ ਹੈ। ਹੁਣ ਭਾਈ ਬ੍ਰੈਨਮ ਨੇ ਕਿਹਾ ਨਾਮ ਦੇ ਮਸੀਹੀ, ਜਿਨ੍ਹਾਂ ਨੇ ਸਿਰਫ ਨਾਮ ਧਾਰਿਆ ਵੀ ਅਸੀਂ ਮਸੀਹੀ ਆ, ਅਸੀਂ ਕ੍ਰਿਸਚੀਅਨ ਆ, ਉਹਨਾਂ ਵਿੱਚ ਤੇ ਅਸਲੀ ਵਿਸ਼ਵਾਸੀਆਂ ਦੇ ਵਿੱਚ ਫਰਕ ਹੁੰਦਾ ਆ। ਬੱਕਰੀ ਸੰਸਾਰ ਨੂੰ ਦਰਸਾਉਂਦੀ ਹੈ। ਨਬੀ ਕਹਿੰਦਾ ਜਿਹੜੀ ਬੱਕਰੀ ਆ ਉਹ ਸੰਸਾਰ ਨੂੰ ਦਰਸਾਉਂਦੀ ਹੈ। ਉਹ ਤੁਹਾਨੂੰ ਖੁਦਾ ਤੋਂ ਸਦੀਵੀ ਵਿਛੋੜੇ ਲਈ ਗਲਤ ਮਾਰਗ ਤੇ ਲੈ ਜਾਣਗੇ।
ਜਿਹੜੇ ਸੰਸਾਰਿਕ ਲੋਕ ਹੁੰਦੇ ਉਹ ਕੀ ਕਰਦੇ ਆ? ਸੰਸਾਰ ਕੌਣ ਆ? ਤੁਹਾਡੇ ਰਿਸ਼ਤੇਦਾਰ, ਉਹ ਸੰਸਾਰ ਆ ਜਿਹੜੇ ਤੁਹਾਨੂੰ ਕਹਿੰਦੇ ਖੁਦਾ ਦੇ ਵਚਨ ਤੋਂ ਬਾਹਰ ਹੋ ਜਾਓ, ਆਓ ਸਾਡੇ ਨਾਲ ਮੇਲ ਮਿਲਾਪ ਕਰੋ, ਠੀਕ ਹੈ ਨਾ? ਇਹੀ ਸੰਸਾਰ ਹੁੰਦਾ। ਤੇ ਉਹ ਬੱਕਰੀਆਂ ਹਨ, ਨਬੀ ਕਹਿੰਦਾ ਉਹ ਤੁਹਾਨੂੰ ਖੁਦਾ ਤੋਂ ਵਿਛੋੜ ਦਿੰਦੀਆਂ ਹਨ। ਜਦੋਂ ਤੁਸੀਂ ਆਪਣੇ ਰਿਸ਼ਤੇਦਾਰਾਂ ਦੀ ਗੱਲ ਮੰਨਦੇ ਹੋ, ਸੰਸਾਰ ਦੀ ਗੱਲ ਮੰਨਦੇ ਹੋ, ਤੁਸੀਂ ਖੁਦਾ ਤੋਂ ਵਿਛੜ ਜਾ ਰਹੇ ਹੋ। ਫਿਰ ਖੁਦਾ ਤੋਂ ਵਿਛੜਨ ਦਾ ਮਤਲਬ ਆ ਮੌਤ। ਮੌਤ ਦਾ ਮਤਲਬ ਆ ਕਦੇ ਵੀ ਤੁਸੀਂ ਖੁਦਾ ਨੂੰ ਦੁਬਾਰਾ ਦੇਖ ਨਹੀਂ ਸਕਦੇ। ਜੇ ਤੁਸੀਂ ਲੋਕਾਂ ਦੀ ਗੱਲ ਮੰਨੋਗੇ ਤੇ ਖੁਦਾ ਦੇ ਬੰਦੇ ਦੀ ਗੱਲ ਨੂੰ ਟਾਲੋਗੇ ਤੇ ਤੁਸੀਂ ਕਦੇ ਵੀ ਖੁਦਾ ਦੇ ਰਾਜ ਦੇ ਵਿੱਚ ਪ੍ਰਵੇਸ਼ ਨਹੀਂ ਕਰ ਸਕਦੇ। ਇਹ ਸਾਡੇ ਯੁੱਗ ਦੇ ਨਬੀ ਨੇ ਕਿਹਾ ਹੈ। ਕਿਉਂਕਿ ਜਿਹੜਾ ਸੰਸਾਰ ਤੋਂ ਖਾਵੇਗਾ ਨਿਸ਼ਚੈ ਹੀ ਉਹ ਮਰੇਗਾ। ਜਿਹੜਾ ਭਲੇ ਬੁਰੇ ਦੇ ਵਿਰਖ ਤੋਂ ਖਾਵੇਗਾ ਉਹਦੀ ਮੌਤ ਪੱਕੀ ਹੈ। ਲੇਕਿਨ ਜਿਹੜਾ ਜੀਵਨ ਦੇ ਵਿਰਖ ਪ੍ਰਭੂ ਯੀਸ਼ੂ ਮਸੀਹ ਤੋਂ ਖਾਵੇਗਾ ਉਹ ਸदैव ਜੀਵਿਤ ਰਹੇਗਾ। ਤੁਹਾਨੂੰ ਪਤਾ ਖੁਦਾ ਨੂੰ ਮੰਨਣ ਵਾਲੇ ਲੋਕ ਅਮਰ ਹਨ, ਉਹਦੀ ਦੁਲਹਨ ਅਮਰ ਹੈ। ਕੋਈ ਵੀ ਖੁਦਾ ਦੇ ਲੋਕਾਂ ਨੂੰ ਮਾਰ ਨਹੀਂ ਸਕਦਾ। ਲੇਕਿਨ ਜਿਹੜੇ ਸੰਸਾਰ ਤੋਂ ਖਾਂਦੇ ਹਨ ਉਹ ਬੱਕਰੀਆਂ ਤੋਂ ਖਾਂਦੇ ਹਨ। ਬੱਕਰੀ ਵੀ ਤਾਂ ਨਕਲ ਕਰਦੀ ਹੈ ਭੇਡ ਦੀ। ਲੇਕਿਨ ਜੇ ਤੁਸੀਂ ਬੱਕਰੀ ਦੀ ਗੱਲ ਮੰਨੋਗੇ, ਸੰਸਾਰ ਦੀ ਗੱਲ ਮੰਨੋਗੇ ਤੇ ਨਾਰਮਲ ਜੀ ਗੱਲ ਆ, ਸਾਫ਼ ਤੇ ਸਪਸ਼ਟ ਜੀ ਗੱਲ ਆ, ਤੁਸੀਂ ਗਲਤ ਮਾਰਗ ਤੇ ਹੋ। ਤੁਹਾਡਾ ਮਾਰਗ, ਤੁਹਾਡਾ ਚੁਣਾਵ ਫਿਰ ਸਹੀ ਨਹੀਂ ਹੈ। ਤੁਸੀਂ ਆਪਣੀ ਮਰਜ਼ੀ ਦੇ ਵਿੱਚ ਚੱਲ ਰਹੇ ਹੋ, ਤੁਸੀਂ ਕਿਸੇ ਦੀ ਅਗਵਾਈ ਦੇ ਵਿੱਚ ਨਹੀਂ ਚੱਲ ਰਹੇ। ਜਦੋਂ ਬੰਦਾ ਇੱਕ ਵਿਸ਼ਵਾਸੀ ਕਹਿੰਦਾ ਨਾ ਵੀ ਮੈਨੂੰ ਜ਼ਿਆਦਾ ਪਤਾ, ਇਹਨੂੰ ਕੀ ਪਤਾ, ਇਹ ਤਾਂ ਕੱਲ ਸੇਵਕ ਬਣਿਆ, ਮੈਨੂੰ ਜ਼ਿਆਦਾ ਪਤਾ, ਫਿਰ ਤੁਸੀਂ ਸੰਸਾਰ ਤੋਂ ਖਾ ਰਹੇ ਹੋ। ਕਿਉਂਕਿ ਖੁਦਾ ਦਾ ਵਚਨ ਕਹਿੰਦਾ ਆਪਣੀ ਸਮਝ ਦਾ ਸਹਾਰਾ ਕਦੇ ਨਾ ਲਓ। ਜੇ ਤੁਸੀਂ ਆਪਣੀ ਸਮਝ ਦਾ ਸਹਾਰਾ ਲਓਗੇ, ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝੋਗੇ ਤੇ ਤੁਸੀਂ ਵਿਪਤਾ ਦੇ ਵਿੱਚ ਪੈ ਸਕਦੇ ਹੋ। ਇਸ ਕਰਕੇ ਖੁਦਾ ਦੇ ਲੋਕ ਕਦੇ ਆਪਣੀ ਸਮਝ ਦਾ ਸਹਾਰਾ ਨਹੀਂ ਲੈਂਦੇ। ਉਹ ਖੁਦਾ ਤੇ ਆਪਣੀਆਂ ਗੱਲਾਂ ਨੂੰ ਸਿੱਟ ਦਿੰਦੇ ਆ ਵੀ ਪ੍ਰਭੂ ਅਸੀਂ ਕੀ ਕਰੀਏ, ਸਾਡਾ ਮਾਰਗਦਰਸ਼ਨ ਕਰ। ਤੇ ਖੁਦਾ ਕਿਹਦੇ ਦੁਆਰਾ ਮਾਰਗਦਰਸ਼ਨ ਕਰਦਾ? ਕਿਹਦੇ ਵਿੱਚ ਦੇਹਧਾਰੀ ਹੋ ਜਾਂਦਾ? ਫਿਰ ਖੁਦਾ ਆਪਣੇ ਸੇਵਕਾਂ ਦੇ ਵਿੱਚ ਦੇਹਧਾਰੀ ਹੋ ਕੇ ਖੁਦਾ ਬੋਲਦਾ ਆ। ਅੱਜ ਖੁਦਾ ਕਿੱਥੇ ਹੈ? ਅੱਜ ਲੋਕੀ ਖੁਦਾ ਨੂੰ ਲੱਭ ਰਹੇ ਆ, ਉਹ ਕਹਿੰਦੇ ਖੁਦਾ ਆਪਣੇ ਵਚਨ ਵਿੱਚ ਹੈ। ਹਾਂ, ਖੁਦਾ ਆਪਣੇ ਵਚਨ ਵਿੱਚ ਹੈ, ਲੇਕਿਨ ਅੱਜ ਖੁਦਾ ਆਪਣੀ ਦੁਲਹਨ ਦੇ ਅੰਦਰ ਆ, ਆਪਣੇ ਸੇਵਕ ਦੇ ਅੰਦਰ ਆ। ਖੁਦਾ ਉਹ ਆਪਣੇ ਸੇਵਕਾਂ ਦੁਆਰਾ ਉਹਦੇ ਚਮੜੇ ਵਿੱਚੋਂ ਹੋ ਕੇ ਗੱਲਬਾਤ ਕਰ ਰਿਹਾ ਆ। ਕਿਹਦੇ ਨਾਲ? ਆਪਣੀ ਪ੍ਰਜਾ ਦੇ ਨਾਲ, ਤਾਂ ਕਿ ਉਹਦੀ ਪ੍ਰਜਾ ਉਹਦੀ ਆਵਾਜ਼ ਨੂੰ ਸੁਣੇ। ਹੁਣ ਤੁਹਾਨੂੰ ਪਤਾ ਪੁਲਪੜ ਤੋਂ ਖੁਦਾ ਦਾ ਵਚਨ ਬੋਲਿਆ ਜਾਂਦਾ। ਇਹੀ ਵਚਨ ਜਿਹੜਾ ਖੁਦਾ ਦਾ ਵਚਨ ਪੁਲਪੜ ਤੋਂ ਬੋਲਿਆ ਜਾਂਦਾ ਲੋਕਾਂ ਲਈ ਜੀਵਨ ਲੈ ਕੇ ਆਂਦਾ ਆ, ਤੇ ਇਹੀ ਵਚਨ ਲੋਕਾਂ ਨੂੰ ਨਿਆਂ ਦੇ ਕੇ ਵੀ ਖੜਾ ਦਿੰਦਾ ਹੈ। ਜਦੋਂ ਲੋਕ ਇਸ ਵਚਨ ਨੂੰ ਸੁਣ ਕੇ ਤੁੱਛ ਜਾਣਦੇ ਹਨ ਤੇ ਉਹ ਉਹਨਾਂ ਲਈ ਨਿਆਂ ਨੂੰ ਪ੍ਰਗਟ ਕਰਦਾ ਆ। ਉਹ ਲੋਕ ਆਪਣੇ ਆਪ ਨੂੰ ਨਿਆਂ ਦੇ ਅੱਗੇ ਖੜਾ ਕਰ ਲੈਂਦੇ ਜਿਹੜੇ ਖੁਦਾ ਦੇ ਵਚਨ ਨੂੰ ਤੁੱਛ ਜਾਣਦੇ ਆ। ਲੇਕਿਨ ਜਿਹੜੇ ਕਹਿੰਦੇ ਖੁਦਾਵੰਦ ਦੇ ਵਚਨ ਸਾਡੇ ਜੀਵਨਾਂ ਦੇ ਲਈ ਆ, ਇਹ ਡਾਂਟ ਸਾਡੇ ਜੀਵਨਾਂ ਦੇ ਲਈ ਆ, ਵਚਨ ਕੋੜਾ ਜ਼ਰੂਰ ਹੈ ਲੇਕਿਨ ਸਾਡੇ ਜੀਵਨਾਂ ਦੇ ਸੁਧਾਰ ਦੇ ਲਈ ਆ। ਮੁਬਾਰਕ ਹੈ ਉਹ ਬੰਦਾ, ਉਹ ਭੈਣ, ਉਹ ਭਾਈ ਜਿਹੜਾ ਵਚਨ ਨੂੰ ਲੈਂਦਾ ਹੈ। ਉਹ ਕਹਿੰਦਾ ਪ੍ਰਭੂ ਜੀ ਅਸੀਂ ਤੇਰਾ ਵਚਨ ਕੋੜਾ ਹੋਵੇ ਤਾਂ ਅਸੀਂ ਜੋ ਮਰਜ਼ੀ ਹੋਵੇ ਅਸੀਂ ਖਾਵਾਂਗੇ ਇਹਨੂੰ, ਕਿਉਂਕਿ ਖੁਦਾ ਦਾ ਵਚਨ ਹਮੇਸ਼ਾ ਕੋੜਾ ਹੁੰਦਾ ਤੇ ਕੋੜੀ ਚੀਜ਼ ਤੁਹਾਡੇ ਅੰਦਰ ਹਰ ਇੱਕ ਇਨਫੈਕਸ਼ਨ ਨੂੰ ਖਤਮ ਕਰ ਦਿੰਦੀ ਹੈ। ਜਿੱਦਾਂ ਇੱਕ ਕੋੜੀ ਦਵਾਈ ਬਿਮਾਰੀ ਨੂੰ ਖਤਮ ਕਰਦੀ ਹੈ, ਇਸੇ ਤਰ੍ਹਾਂ ਖੁਦਾ ਦਾ ਕੋੜਾ ਵਚਨ ਤੁਹਾਡੇ ਜੀਵਨਾਂ ਦੇ ਵਿੱਚ ਬਹਾਲੀ ਨੂੰ ਲੈ ਕੇ ਆਂਦਾ ਹੈ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਹੈ। ਨਬੀ ਕਹਿੰਦਾ ਭੇਡਾਂ ਇੱਕ ਛੋਟਾ ਜਿਹਾ ਜੰਤੂ ਹੈ। ਜਿਹੜੀ ਭੇਡ ਹੁੰਦੀ ਛੋਟਾ ਜਿਹਾ ਜੰਤੂ ਹੁੰਦੀ ਹੈ, ਕੋਈ ਵੱਡਾ ਹਾਥੀ ਨਹੀਂ ਹੁੰਦਾ ਜਾਂ ਕੁਝ ਨਹੀਂ ਹੁੰਦਾ, ਆਮ ਨੋਰਮਲ ਜਿਹਾ ਇੱਕ ਜਾਨਵਰ ਹੁੰਦਾ ਆ। ਇੱਥੇ ਇੱਕ ਹੋਰ ਚੀਜ਼ ਹੈ ਜੋ ਅਸੀਂ ਭੇਡਾਂ ਚੋਂ ਸਿੱਖ ਸਕਦੇ ਹਾਂ। ਜਦ ਮੌਸਮ ਬਹੁਤ ਗਰਮ ਹੁੰਦਾ ਹੈ, ਕੀ ਤੁਸੀਂ ਕਦੇ ਭੇਡਾਂ ਨੂੰ ਵੇਖਿਆ ਹੈ? ਭਾਈ ਬ੍ਰਾਹਨਮ ਕਹਿੰਦੇ ਜਦੋਂ ਮੌਸਮ ਬੜਾ ਗਰਮ ਹੁੰਦਾ ਭੇਡਾਂ ਨੂੰ ਵੇਖੋ ਜੁੜੀਆਂ ਰਹਿੰਦੀਆਂ ਆਪਸ ਦੇ ਵਿੱਚ। ਕਿਉਂ ਜੁੜੀਆਂ ਰਹਿੰਦੀਆਂ ਆਪਸ ਦੇ ਵਿੱਚ? ਤਾਂ ਕਿ ਉਹ ਆਪਣੇ ਆਪ ਨੂੰ ਵੱਖ ਨਹੀਂ ਕਰਨਗੀਆਂ ਅਤੇ ਇੱਕ ਭੇਡ ਇੱਕ ਥਾਂ ਤੇ ਅਤੇ ਇੱਕ ਭੇਡ ਹੋਰ ਥਾਂ ਤੇ, ਪਰ ਦਿਨ ਦੀ ਤਪਸ਼ ਵਿੱਚ ਭੇਡਾਂ ਸਾਰੀਆਂ ਇਕੱਠੀਆਂ ਖੜੀਆਂ ਹੋਣਗੀਆਂ। ਕੀ ਤੁਸੀਂ ਜਾਣਦੇ ਹੋ ਉਹ ਕੀ ਕਰ ਰਹੀਆਂ ਹਨ? ਇੱਕ ਦੂਜੇ ਲਈ ਛਾਂ ਬਣਾ ਰਹੀਆਂ ਹਨ, ਉਹ ਸੰਗਤੀ ਕਰ ਰਹੀਆਂ ਹਨ। ਜਦੋਂ ਗਰਮੈਸ਼ ਵਾਲਾ ਦਿਨ ਹੁੰਦਾ ਤੇ ਭੇਡਾਂ ਆਪਸ ਵਿੱਚ ਇਕੱਠੀਆਂ ਹੋ ਜਾਂਦੀਆਂ, ਉਹ ਆਪਣੇ ਆਪ ਦੇ ਲਈ ਛਾਂ ਬਣਾਉਂਦੀਆਂ ਹਨ। ਇਸੇ ਤਰ੍ਹਾਂ ਨਬੀ ਕਹਿੰਦਾ ਆ ਜਦੋਂ ਖੁਦਾ ਦੇ ਲੋਕ ਉਹਨਾਂ ਦੇ ਉੱਪਰ ਪ੍ਰੋਬਲਮਾਂ, ਬਿਮਾਰੀਆਂ, ਪਰੇਸ਼ਾਨੀਆਂ ਆਉਂਦੀਆਂ ਹਨ ਤੇ ਖੁਦਾ ਦੇ ਲੋਕ ਇਕੱਠੇ ਹੋ ਕੇ ਕੀ ਕਰਦੇ ਆ? ਪ੍ਰਾਰਥਨਾ ਕਰਦੇ ਆ, ਸੰਗਤੀ ਕਰਦੇ ਆ ਖੁਦਾ ਦੀ, ਤਾਂ ਕਿ ਉਸ
ਗਰਮੈਸ਼ ਤਪਸ਼ ਤੋਂ ਕੀ ਹੋਵੇ, ਬਚ ਸਕੇ। ਉਹ ਮੁਸੀਬਤਾਂ ਤੋਂ ਭੇਡਾਂ ਵਿਸ਼ਵਾਸੀ ਲੋਕ ਬਚ ਸਕਣ। ਅਤੇ ਕੀ ਇਹ ਚੰਗਾ ਨਹੀਂ ਹੋਵੇਗਾ ਜੇ ਖੁਦਾ ਦੀਆਂ ਸਾਰੀਆਂ ਭੇਡਾਂ ਜਦੋਂ ਗਰਮੀ ਹੋਵੇ ਇਕੱਠੀਆਂ ਖੜੀਆਂ ਹੋਣ? ਨਬੀ ਕਹਿੰਦਾ ਕਿ ਇਹ ਵਧੀਆ ਗੱਲ ਨਹੀਂ ਆ ਵੀ ਜਦੋਂ ਬੜੀ ਗਰਮੀ ਹੋਵੇ ਤੇ ਖੁਦਾ ਦੀਆਂ ਸਾਰੀਆਂ ਭੇਡਾਂ ਕੀ ਹੋਣ, ਇਕੱਠੀਆਂ ਹੋਣ। ਜਦੋਂ ਅਜਮਾਇਸ਼ਾਂ ਬਹੁਤ ਮੁਸ਼ਕਲਾਂ ਹੁੰਦੀਆਂ ਹਨ, ਜਦੋਂ ਅਜਮਾਇਸ਼ਾਂ ਬਹੁਤ ਮੁਸ਼ਕਲ ਹੁੰਦੀਆਂ ਹਨ ਅਤੇ ਸੇਕ ਪੈ ਰਿਹਾ ਹੁੰਦਾ ਹੈ ਅਤੇ ਸਭ ਪਾਸੇ ਸਭ ਕੁਝ ਚੱਲ ਰਿਹਾ ਹੁੰਦਾ ਹੈ, ਜੇ ਖੁਦਾ ਦੀਆਂ ਸਾਰੀਆਂ ਛੋਟੀਆਂ ਛੋਟੀਆਂ ਭੇਡਾਂ ਇਕੱਠੀਆਂ ਹੋਣ ਤਾਂ ਇੱਕ ਦੂਜੇ ਉੱਪਰ ਝੁਕਣ ਨਾਲ ਸਾਡੇ ਕੋਲ ਇੱਕ ਦੂਜੇ ਦੀ ਛਾਂ ਦੀ ਠੰਡਕ ਅਤੇ ਆਰਾਮ ਹੋਵੇਗਾ। ਕਹਿੰਦਾ ਜਦੋਂ ਭੇਡਾਂ ਤਪਸ਼ ਹੋਵੇ, ਦਿੱਕਤ ਪਰੇਸ਼ਾਨੀ ਹੋਵੇ, ਸਭ ਇਕੱਠੀਆਂ ਹੋ ਜਾਂਦੀਆਂ ਤੇ ਕੀ ਹੁੰਦਾ ਆ, ਇੱਕ ਬਾਰਡਰ ਬਣ ਜਾਂਦਾ ਆ ਜਿਹਦੇ ਵਿੱਚ ਕੀ ਉਹਨਾਂ ਨੂੰ ਠੰਡਕ ਮਿਲਦੀ ਆ, ਆਰਾਮ ਮਿਲਦਾ ਆ। ਹੁਣ ਕਿਸੇ ਨੇ ਕਿਹਾ ਕਿ ਇਹ ਜ਼ਰੂਰੀ ਹੈ। ਭਾਈ ਬ੍ਰੈਨਮ, ਯਕੀਨਨ ਹੀ ਇਹ ਜ਼ਰੂਰੀ ਹੈ। ਇੱਕ ਅਸਲੀ ਅੱਛੇ ਭਰੋਸੇਮੰਦ ਮਿੱਤਰ ਦੇ ਹੋਣ ਵਰਗੀ ਕੋਈ ਚੀਜ਼ ਨਹੀਂ ਹੈ। ਕਹਿੰਦਾ ਇਹ ਵਧੀਆ ਗੱਲ ਹੈ, ਇੱਕ ਭਰੋਸੇਮੰਦ ਵਿਅਕਤੀ ਹੋਣਾ ਚਾਹੀਦਾ ਆ। ਜਦ ਮੁਸ਼ਕਲਾਂ ਭੜਕ ਰਹੀਆਂ ਹੋਣ, ਗਰਮੀ ਪੈ ਰਹੀ ਹੋਵੇ ਤਾਂ ਇੱਕ ਮਿੱਤਰ ਦੂਜੇ ਕੋਲ ਜਾਵੇ, ਉਹ ਆਪਸ ਵਿੱਚ ਭਰੋਸੇ ਦੇ ਨਾਲ ਗੱਲਬਾਤ ਕਰਨ, ਗੋਡੇ ਟੇਕ ਕੇ ਪ੍ਰਾਰਥਨਾ ਕਰਨ। ਇਹ ਵਿਸ਼ਵਾਸੀ ਦੀ ਨਿਸ਼ਾਨੀ ਹੁੰਦੀ ਆ, ਭੇਡਾਂ ਦੀ ਨਿਸ਼ਾਨੀ ਹੁੰਦੀ ਆ, ਜਿਹੜੀ ਖੁਦਾ ਦੀਆਂ ਅਸਲੀ ਸੱਚੀਆਂ ਭੇਡਾਂ ਆ। ਮੰਨ ਲਓ ਤੁਹਾਡੇ ਉੱਪਰ ਤੰਗੀ ਆ, ਮੁਸੀਬਤ ਆ, ਪਰੇਸ਼ਾਨੀ ਆ। ਹੁਣ ਤੁਹਾਡੇ ਕੋਲ ਕੋਈ ਵਿਸ਼ਵਾਸੀ ਬੰਦਾ ਨਹੀਂ ਆ ਜਿੱਥੇ ਤੁਸੀਂ ਰਹਿ ਰਹੇ ਹੋ, ਤੁਸੀਂ ਕਿਹਦੇ ਨਾਲ ਸ਼ੇਅਰ ਕਰੋਗੇ ਆਪਣੀਆਂ ਗੱਲਾਂ, ਕਿਹਦੇ ਨਾਲ ਆਪਣਾ ਦੁੱਖ ਸੁੱਖ ਕਰੋਗੇ? ਲੇਕਿਨ ਜੇ ਤੁਹਾਡੇ ਕੋਲ ਖੁਦਾ ਦੇ ਵਿਸ਼ਵਾਸੀ ਲੋਕ ਹੋਣ, ਤੁਸੀਂ ਦੱਸ ਸਕਦੇ ਹੋ ਵੀ ਮੈਨੂੰ ਆਹ ਦਿੱਕਤ ਆ, ਪਰੇਸ਼ਾਨੀ ਆ। ਫਿਰ ਤੁਸੀਂ ਇੱਕ ਸਥਾਨ ਤੇ ਇਕੱਠੇ ਹੋ ਕੇ ਕੀ ਕਰ ਸਕਦੇ ਹੋ? ਪ੍ਰਾਰਥਨਾ ਕਰ ਸਕਦੇ ਹੋ, ਸੰਗਤੀ ਕਰ ਸਕਦੇ ਹੋ। ਇਸ ਕਰਕੇ ਨਬੀ ਨੇ ਕਿਹਾ ਵੀ ਭੇਡਾਂ ਆਪਸ ਵਿੱਚ ਇਕੱਠੀਆਂ ਰਹਿੰਦੀਆਂ ਆ, ਖੁਦਾ ਦੇ ਲੋਕ ਇਕੱਠੇ ਰਹਿੰਦੇ ਆ, ਵਚਨ ਦੇ ਦਾਇਰੇ ਦੇ ਵਿੱਚ ਘੁਟਨੇ ਟੇਕ ਕੇ ਪ੍ਰਾਰਥਨਾ ਕਰਦੇ ਆ। ਠੀਕ ਹੈ ਨਾ? ਇਸ ਕਰਕੇ ਨਬੀ ਨੇ ਭੇਡਾਂ ਦਾ ਕੀ ਲਿਆਇਆ? ਇੱਕ ਐਗਜ਼ਾਮਪਲ ਲਿਆਇਆ। ਪ੍ਰਭੂ ਯੀਸ਼ੂ ਮਸੀਹ ਨੇ ਭੇਡਾਂ ਦਾ ਐਗਜ਼ਾਮਪਲ ਲਿਆ ਸੀਗਾ। ਸਾਡੇ ਯੁੱਗ ਦੇ ਨਬੀ ਨੇ ਵੀ ਭੇਡਾਂ ਦਾ ਐਗਜ਼ਾਮਪਲ ਲੈ ਕੇ ਆਪਣੇ ਲੋਕਾਂ ਨੂੰ ਸਮਝਾਇਆ ਹੈ ਵੀ ਕਿੱਦਾਂ ਦਾ ਤੁਹਾਡਾ ਸੁਭਾਅ ਹੋਣਾ ਚਾਹੀਦਾ, ਕਿੱਦਾਂ ਤੁਸੀਂ ਮੇਲ ਮਿਲਾਪ ਦੇ ਵਿੱਚ ਰਹਿਣੇ ਚਾਹੀਦੇ ਹੋ। ਉਹ ਨਬੀ ਕਹਿੰਦਾ, ਮੈਂ ਇੱਕ ਹੋਰ ਗੱਲ ਨੋਟ ਕੀਤੀ, ਜਦੋਂ ਮੈਂ ਕਿਸੇ ਠੰਡੇ ਮੁਲਕ ਵਿੱਚ ਭੇਡਾਂ ਨੂੰ ਵੇਖਦਾ ਹਾਂ ਅਤੇ ਬਰਫੀਲੇ ਤੂਫਾਨ ਆਉਂਦੇ ਹਨ ਤਾਂ ਸਾਰੀਆਂ ਭੇਡਾਂ ਹਵਾ ਨੂੰ ਤੋੜਨ ਲਈ, ਸਾਰੀਆਂ ਛੋਟੀਆਂ ਛੋਟੀਆਂ ਭੇਡਾਂ ਖੇਤ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਆ ਜਾਂਦੀਆਂ ਹਨ ਅਤੇ ਇਕੱਠੀਆਂ ਹੋ ਜਾਂਦੀਆਂ ਹਨ। ਅਜਿਹਾ ਕਰਨਾ ਇੱਕ ਦੂਜੇ ਨੂੰ ਗਰਮ ਰੱਖਣਾ ਹੈ। ਹਰੇਕ ਸਰੀਰ ਦੀ ਗਰਮਾਹਟ ਦੂਜੇ ਨੂੰ ਗਰਮ ਕਰਨ ਲਈ ਮਦਦ ਕਰਦੀ ਹੈ। ਬਰਫੀਲੇ ਤੂਫਾਨਾਂ ਵਿੱਚ ਵੀ ਭੇਡਾਂ ਕੀ ਕਰਦੀਆਂ? ਇੱਕ ਦੂਜੇ ਨੂੰ ਗਰਮੈਸ਼ ਦੇਣ ਲਈ ਇਕੱਠੀਆਂ ਹੋ ਜਾਂਦੀਆਂ ਆ। ਜਦੋਂ ਤੁਹਾਡੇ ਜੀਵਨ ਦੇ ਵਿੱਚ ਉਹ ਬਰਫੀਲੇ ਤੂਫਾਨ ਆਣ ਤੇ ਤੁਹਾਨੂੰ ਕੀ ਕਰਨਾ ਚਾਹੀਦਾ ਆ? ਇੱਕ ਵਿਸ਼ਵਾਸੀ ਭੈਣ ਭਾਈ ਨੂੰ ਕੀ ਕਰਨਾ ਚਾਹੀਦਾ? ਇੱਕ ਵਿਸ਼ਵਾਸੀ ਭੈਣ ਭਾਈ ਦੇ ਨਾਲ ਸੰਗਤੀ ਦੇ ਵਿੱਚ ਆਣਾ ਚਾਹੀਦਾ ਆ, ਤਾਂ ਕਿ ਤੁਹਾਨੂੰ ਵਚਨ ਦੇ ਨਾਲ ਕੀ ਮਿਲੇ? ਗਰਮਾਹਟ ਮਿਲੇ ਤੇ ਉਹ ਬਰਫੀਲੇ ਤੂਫਾਨ, ਉਹ ਬਿਮਾਰੀਆਂ ਤੁਹਾਡੇ ਜੀਵਨ ਦੇ ਵਿੱਚੋਂ ਨਾਸ਼ ਹੋ ਜਾਣ। ਲੇਕਿਨ ਹੁਣ ਇਹ ਗੱਲਾਂ ਨੂੰ ਪੂਰੀਆਂ ਕਰੇਗਾ ਕੌਣ? ਕੀ ਬੱਕਰੀਆਂ? ਨਹੀਂ, ਕਿਉਂਕਿ ਬੱਕਰੀਆਂ ਸੰਸਾਰ ਨੂੰ ਦਰਸਾਉਂਦੀਆਂ ਹਨ। ਖੁਦਾ ਦੇ ਵਚਨ ਦੇ ਉੱਪਰ ਕੌਣ ਚੱਲੇਗਾ? ਅੱਜ ਲੋਕ ਕਹਿੰਦੇ ਬੜਾ ਔਖਾ ਖੁਦਾ ਦੇ ਵਚਨ ਤੇ ਚੱਲਣਾ, ਬੜਾ ਔਖਾ ਸੰਦੇਸ਼ ਤੇ ਚੱਲਣਾ, ਲੇਕਿਨ ਸੰਦੇਸ਼ ਤੇ ਚੱਲੇਗਾ ਕੌਣ? ਹੁਣ ਮੈਂ ਤੁਹਾਨੂੰ ਦੱਸਦਾ ਸੰਦੇਸ਼ ਤੇ ਕੌਣ ਚੱਲੇਗਾ, ਕਿਹਦੇ ਅੰਦਰ ਖੁਦਾ ਦਾ ਸੰਦੇਸ਼ ਆ। ਸਿਰਫ ਭੇਡਾਂ ਦੇ ਅੰਦਰ ਜਿਹੜੇ ਵਿਸ਼ਵਾਸੀ ਹਨ, ਜਿਹੜੇ ਖੁਦਾ ਦੀ ਦੁਲਹਨ ਆ, ਉਹੀ ਸੱਚੇ ਵਿਸ਼ਵਾਸੀ ਆ ਜਿਨ੍ਹਾਂ ਨੇ ਵਚਨ ਨੂੰ ਪੂਰਾ ਕਰਨਾ। ਬਾਕੀਆਂ ਨੇ ਬਹਾਨੇ ਮਾਰਨੇ ਆ, ਬੜਾ ਔਖਾ ਆ, ਅਸੀਂ ਕਿੱਦਾਂ ਛੱਡੇ ਰਿਸ਼ਤੇਦਾਰੀਆਂ, ਅਸੀਂ ਕਿੱਦਾਂ ਛੱਡ ਦਈਏ ਸੰਸਾਰ ਨੂੰ। ਫੜੀ ਰੱਖੋ ਫਿਰ ਉਹਨਾਂ ਬੱਕਰੀਆਂ ਨੂੰ, ਸੰਸਾਰ ਦੇ ਲੋਕਾਂ ਨੂੰ, ਤੇ ਉਹ ਤੁਹਾਨੂੰ ਕੀ ਦੇਣਗੇ? ਤੁਹਾਨੂੰ ਮੌਤ ਵੱਲ ਲੈ ਕੇ ਜਾਣਗੇ। ਉਹ ਲੋਕ ਤੁਹਾਨੂੰ ਜੀਵਨ ਵੱਲ ਕਦੇ ਵੀ ਉਹ ਲੋਕ ਜਾਣ ਨਹੀਂ ਦੇਣਗੇ। ਗੱਲ ਹਮੇਸ਼ਾ ਯਾਦ ਰੱਖਣੀ ਆ। ਜੇ ਤੁਸੀਂ ਸੰਸਾਰ ਦੇ ਨਾਲ ਮਿੱਤਰਚਾਰਾ ਰੱਖੋਗੇ, ਸੰਸਾਰ ਕੀ ਆ? ਤੁਹਾਡੇ ਰਿਸ਼ਤੇਦਾਰੀਆਂ, ਤੁਹਾਡੇ ਸਗੇ ਸੰਬੰਧੀ ਹੀ ਸੰਸਾਰ ਹੈ। ਜੇ ਤੁਸੀਂ ਇਹਨਾਂ ਨਾਲ ਰਿਸ਼ਤੇਦਾਰੀਆਂ ਰੱਖੋਗੇ, ਇਹਨਾਂ ਦੇ ਨਾਲ ਸਹਾਇਤਾ ਕਰੋਗੇ ਤੇ ਤੁਸੀਂ ਜ਼ਰੂਰ ਹੈ ਮਾਰੇ ਜਾਓ। ਤੁਹਾਨੂੰ ਛੱਡਣਾ ਪੈਣਾ ਹਰੇਕ ਉਹ ਗਲਤ ਕੰਮ, ਸੰਸਾਰ ਦੀਆਂ ਅਭਿਲਾਸ਼ਾਵਾਂ, ਉਹਨਾਂ ਗਲਤ ਰਿਸ਼ਤੇਦਾਰੀਆਂ ਨੂੰ ਜਿਹੜੇ ਤੁਹਾਨੂੰ ਮੌਤ ਵੱਲ ਲੈ ਕੇ ਜਾ ਰਹੇ ਹਨ। ਤੁਸੀਂ ਹਮੇਸ਼ਾ ਉਹਨਾਂ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰਨੀ ਆ, ਜੇ ਤੁਸੀਂ ਇੱਕ ਭੇਡ ਹੋ। ਕਿਉਂਕਿ ਭੇਡ ਕੀ ਕਰਦੀ ਆ? ਆਪਣੀ ਆਵਾਜ਼
ਆਪਣੇ ਅਯਾਲੀ ਦੀ ਆਵਾਜ਼ ਨੂੰ ਭੇਡ ਕੀ ਕਰਦੀ ਆ, ਸੁਣਦੀ ਆ। ਤੇ ਇੱਕ ਵਿਸ਼ਵਾਸੀ ਬੰਦਾ ਹਮੇਸ਼ਾ ਖੁਦਾ ਦੇ ਵਚਨ ਪਿੱਛੇ ਚੱਲੇਗਾ। ਅਲੀਸ਼ਾ ਨੇ ਕੀ ਕਿਹਾ ਸੀ? ਏਲੀਆ ਦੇ ਮਗਰ ਮਗਰ ਤੁਰਦਾ ਸੀ ਅਲੀਸ਼ਾ, ਤੇ ਏਲੀਆ ਕਹਿੰਦਾ ਤੂੰ ਜਾ, ਕਹਿੰਦਾ ਮੈਂ ਤੈਨੂੰ ਛੱਡੂੰਗਾ ਨਹੀਂ, ਕਹਿੰਦਾ ਮੈਨੂੰ ਤੇਰਾ ਦੋਹਰਾ ਮਸਾ ਚਾਹੀਦਾ। ਉਹ ਕਹਿੰਦਾ ਤੈਨੂੰ ਕੀ ਚਾਹੀਦਾ? ਕਹਿੰਦਾ ਮੈਨੂੰ ਤੇਰਾ ਦੋਹਰਾ ਮਸਾ ਚਾਹੀਦਾ ਹੈ। ਇੱਕ ਸੱਚਾ ਵਿਸ਼ਵਾਸੀ ਹਮੇਸ਼ਾ ਆਪਣੇ ਅਯਾਲੀ ਦੇ ਪਿੱਛੇ ਚੱਲਦਾ, ਕਿਉਂਕਿ ਇਹ ਜਾਣਦਾ ਸੀ ਏਲੀਆ ਦੇ ਅੰਦਰ ਕੌਣ ਰਹਿੰਦਾ ਹੈ। ਅਲੀਸ਼ਾ ਜਾਣਦਾ ਸੀ ਵੀ ਏਲੀਆ ਦੇ ਅੰਦਰ ਖੁਦ ਖੁਦਾਵੰਦ, ਉਹ ਅੱਗ ਦਾ ਪਿਲਰ ਆਫ ਫਾਇਰ ਉਹਦੇ ਅੰਦਰ ਰਹਿੰਦਾ ਹੈ, ਇਸ ਕਰਕੇ ਉਹਨੂੰ ਛੱਡਦਾ ਨਹੀਂ ਸੀਗਾ। ਅੱਜ ਬਹੁਤ ਲੋਕ ਆਪਣੇ ਸੇਵਕ ਨੂੰ ਛੱਡ ਕੇ ਚਲੇ ਜਾਂਦੇ ਆ, ਕਿਉਂਕਿ ਉਸ ਅੱਖਾਂ ਦਾ ਵੇਖ ਨਹੀਂ ਪਾਉਂਦੇ ਜਿਹੜੀ ਅੱਖਾਂ ਅਲੀਸ਼ਾ ਦੇ ਕੋਲ ਸੀ। ਉਸ ਅੱਖਾਂ ਦਾ ਵੇਖ ਨਹੀਂ ਪਾਉਂਦੇ ਵੀ ਸੇਵਕ ਦੇ ਅੰਦਰ ਕਿਹੜਾ ਆਤਮਾ ਰਹਿ ਰਿਹਾ ਹੈ। ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਖੁਦਾ ਦਾ ਆਤਮਾ ਸੇਵਕ ਦੇ ਅੰਦਰ ਹੈ, ਇਸ ਕਰਕੇ ਉਹਨੇ ਆਪਣਾ ਜੀਵਨ ਸਮਰਪਿਤ ਕੀਤਾ। ਲੇਕਿਨ ਜਿਹੜੇ ਬੱਕਰੀਆਂ ਹਨ, ਸੰਸਾਰਿਕ ਲੋਕ ਹਨ, ਉਹ ਵਚਨ ਤੋਂ ਠੋਕਰ ਖਾ ਜਾਂਦੇ ਆ। ਉਹ ਕਹਿੰਦੇ ਬੜਾ ਔਖਾ ਆ, ਅਸੀਂ ਨਹੀਂ ਚੱਲ ਸਕਦੇ। ਜਦੋਂ ਯੀਸ਼ੂ ਮਸੀਹ ਨੇ ਕਿਹਾ ਸੀਗਾ ਮੇਰਾ ਮਾਂਸ ਅਤੇ ਲਹੂ ਖਾਓ ਜੇ ਤੁਹਾਨੂੰ ਜੀਵਨ ਚਾਹੀਦਾ, ਤੇ ਸਭ ਲੋਕ ਉਹਦੇ ਕੋਲੋਂ ਦੂਰ ਚਲੇ ਗਏ, ਠੋਕਰ ਖਾ ਗਏ। ਲੇਕਿਨ ਪ੍ਰਭੂ ਨੇ ਆਪਣੇ 12 ਚੇਲਿਆਂ ਨੂੰ ਕਿਹਾ ਕਿ ਤੁਸੀਂ ਵੀ ਜਾਣਾ ਚਾਹੁੰਦੇ ਹੋ? ਤੇ ਪਤਰਸ ਉਹਨਾਂ ਨੇ ਕੀ ਕਿਹਾ? ਉਹ ਕਹਿੰਦੇ ਪ੍ਰਭੂ ਜੀ ਜੀਵਨ ਦੀ ਗੱਲਾਂ ਤਾਂ ਤੇਰੇ ਕੋਲ ਹਨ, ਅਸੀਂ ਕਿੱਥੇ ਜਾਈਏ? ਜੀਵਨ ਦੀ ਗੱਲਾਂ ਨਬੀ ਦੇ ਸੰਦੇਸ਼ ਵਿੱਚ ਹਨ। ਜੇ ਤੁਸੀਂ ਨਬੀ ਦਾ ਸੰਦੇਸ਼ ਛੱਡ ਕੇ ਭਟਕਦੇ ਫਿਰ ਰਹੇ ਹੋ ਤੇ ਤੁਹਾਡੇ ਕੋਲ ਜੀਵਨ ਨਹੀਂ ਹੈ। ਜੀਵਨ ਦੀ ਗੱਲਾਂ ਜੇ ਤੁਹਾਨੂੰ ਚਾਹੀਦੀਆਂ ਤੇ ਨਬੀ ਦੇ ਸੰਦੇਸ਼ਾਂ ਵਿੱਚ ਤੁਹਾਨੂੰ ਜੀਵਨ ਦੀ ਗੱਲਾਂ ਮਿਲਣਗੀਆਂ, ਕਿਉਂਕਿ ਬਾਈਬਲ ਬੰਦ ਪੁਸਤਕ ਹੈ ਤੇ ਨਬੀ ਦੁਆਰਾ ਇਸ ਬੰਦ ਪੁਸਤਕ ਨੂੰ ਖੋਲ ਕੇ ਸੰਦੇਸ਼ ਬਣਾਏ ਗਏ, ਸੰਦੇਸ਼ ਛਾਪੇ ਗਏ। 1200 ਤੋਂ ਵੱਧ ਸੰਦੇਸ਼ ਭਾਈ ਵਿਲੀਅਮ ਮੈਰਿਨ ਬ੍ਰੈਨਮ ਦੇ ਛਾਪ ਦਿੱਤੇ ਗਏ, ਕਿਉਂਕਿ ਬਾਈਬਲ ਨੂੰ ਕੋਈ ਬੰਦਾ ਸਮਝ ਨਹੀਂ ਸਕਦਾ। ਬਾਈਬਲ ਦਾ ਕੋਡ ਕੌਣ? ਬਾਈਬਲ ਦਾ ਕੋਡ ਭਾਈ ਵਿਲੀਅਮ ਮੈਰਿਨ ਬ੍ਰੈਨਮ ਹੈ। ਇਸ ਕਰਕੇ ਜੇ ਕੋਈ ਬਾਈਬਲ ਨੂੰ ਸਮਝਣਾ ਚਾਹੁੰਦਾ ਤੇ ਉਹਨੂੰ ਬਾਈਬਲ ਦੇ ਕੋਡ ਉੱਪਰ ਵਿਸ਼ਵਾਸ ਕਰਨਾ ਪੈਣਾ ਹੈ। ਬਾਈਬਲ ਦੇ ਕੋਡ ਦੀਆਂ ਗੱਲਾਂ ਨੂੰ ਮੰਨਣਾ ਪੈਣਾ ਹੈ, ਕਿਉਂਕਿ ਮੋਬਾਈਲ ਖੋਲਣ ਦੇ ਲਈ ਇੱਕ ਕੋਡ ਹੁੰਦਾ, ਜਿੱਦ ਤੱਕ ਤੁਸੀਂ ਕੋਡ ਡਾਇਲ ਨਹੀਂ ਕਰੋਗੇ ਮੋਬਾਈਲ ਤੁਹਾਡੇ ਅੱਗੇ ਖੁੱਲੇਗਾ ਨਹੀਂ, ਜਾਂ ਕੰਪਿਊਟਰ ਤੁਹਾਡੇ ਅੱਗੇ ਖੁੱਲੇਗਾ ਨਹੀਂ। ਇਸੇ ਤਰ੍ਹਾਂ ਬਾਈਬਲ ਦਾ ਕੋਡ ਭਾਈ ਵਿਲੀਅਮ ਮੈਰਿਨ ਬ੍ਰੈਨਮ ਹੈ। ਤੁਹਾਨੂੰ ਵਿਸ਼ਵਾਸ ਕਰਨਾ ਪੈਣਾ ਵੀ 7ਵਾਂ ਦੂਤ ਤੇ ਚੌਥਾ ਏਲੀਆ ਭਾਈ ਵਿਲੀਅਮ ਬ੍ਰੈਨਮ ਹੈ, ਫਿਰ ਤੁਹਾਡੇ ਉੱਪਰ ਬਾਈਬਲ ਖੁੱਲਣੀ ਹੈ। ਤੇ ਸਭ ਤੋਂ ਪਹਿਲਾ ਕੰਮ ਕੀ ਹੈ? ਫਿਰ ਆਪਣੇ ਗੁਨਾਹ ਪਾਪਾਂ ਦੀ ਮਾਫੀ ਲਈ ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਬਪਤਿਸਮਾ ਲੈਣਾ ਪੈਣਾ, ਤਾਂ ਤੁਹਾਨੂੰ ਪਵਿੱਤਰ ਆਤਮਾ ਦਾ ਦਾਨ ਮਿਲਣਾ, ਨਹੀਂ ਤਾਂ ਤੁਹਾਨੂੰ ਪਵਿੱਤਰ ਆਤਮਾ ਦਾ ਦਾਨ ਨਹੀਂ ਮਿਲੇਗਾ। ਤੇ ਇਹ ਕੰਮ ਨੂੰ ਕੌਣ ਪੂਰਾ ਕਰੇਗਾ? ਕੀ ਬੱਕਰੀਆਂ? ਢੋਂਗੀ ਵਿਸ਼ਵਾਸੀ ਇਸ ਕੰਮ ਨੂੰ ਕਰਨਗੇ? ਵਿਸ਼ਵਾਸੀ ਇਸ ਕੰਮ ਨੂੰ ਕਰਨਗੇ? ਨਹੀਂ, ਸਿਰਫ ਵਿਸ਼ਵਾਸੀ ਹੀ ਵਚਨ ਨੂੰ ਕੀ ਕਰਦਾ? ਪੂਰਾ ਕਰਦਾ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ, ਵਚਨ ਨੂੰ ਪੂਰਾ ਸਿਰਫ ਵਿਸ਼ਵਾਸੀ ਕਰਦਾ ਆ, ਜੋ ਖੁਦਾ ਦਾ ਵਚਨ ਕਹਿੰਦਾ। ਬੱਕਰੀਆਂ ਕਦੇ ਵੀ ਵਚਨ ਨੂੰ ਪੂਰਾ ਨਹੀਂ ਕਰਨਗੀਆਂ। ਵਿਸ਼ਵਾਸੀ ਲੋਕ, ਢੋਂਗੀ ਵਿਸ਼ਵਾਸੀ ਕਦੇ ਵਚਨ ਨੂੰ ਪੂਰਾ ਨਹੀਂ ਕਰਦੇ, ਕਿਉਂਕਿ 3 ਤਰ੍ਹਾਂ ਦੇ ਵਿਸ਼ਵਾਸੀ ਹੁੰਦੇ ਆ, ਬਾਈਬਲ ਬਿਆਨ ਕਰਦੀ ਆ। ਲੇਕਿਨ ਵਚਨ ਨੂੰ ਪੂਰਾ ਕੌਣ ਕਰਦਾ ਆ? ਵਚਨ ਨੂੰ ਪੂਰਾ ਸਿਰਫ ਵਿਸ਼ਵਾਸੀ ਕਰਦੇ ਆ। ਹਰੇਕ ਵਚਨ ਨੂੰ ਪੂਰਾ ਕਰਦੇ ਆ। ਉਹ ਇਹ ਨਹੀਂ ਕਹਿੰਦੇ ਇੰਨੀ ਵੱਡੀ ਬਾਈਬਲ ਆ, ਕਿਹੜੇ ਵਚਨ ਨੂੰ ਪੂਰਾ ਕਰੀਏ? ਦੁਨੀਆਦਾਰੀ 'ਚ ਵੀ ਚੱਲਣਾ। ਖੁਦਾ ਦੇ ਲੋਕ ਕਦੇ ਇਹ ਗੱਲ ਨਹੀਂ ਕਹਿੰਦੇ, ਕਿਉਂਕਿ ਖੁਦਾ ਦੀ ਭੇਡ ਵਚਨ ਨੂੰ ਪੂਰਾ ਕਰਨ ਦੇ ਲਈ ਬਣਾਈ ਗਈ ਹੈ। ਖੁਦਾ ਦੇ ਵਿਸ਼ਵਾਸੀ ਲੋਕ ਇਸ ਧਰਤੀ ਤੇ ਤਾਂ ਆਏ ਆ ਤਾਂ ਕਿ ਉਹ ਵਚਨ ਨੂੰ ਪੂਰਾ ਕਰ ਸਕਣ, ਕਿਉਂਕਿ ਵਿਸ਼ਵਾਸੀ ਕਦੇ ਗਲਤੀ ਨਹੀਂ ਕਰਦਾ। ਮੇਰੀ ਗੱਲ ਨੂੰ ਹਮੇਸ਼ਾ ਯਾਦ ਰੱਖਣਾ। ਵਿਸ਼ਵਾਸੀ ਹਮੇਸ਼ਾ ਕੀ ਕਰਦਾ? ਵਚਨ ਦੇ ਅਨੁਸਾਰ ਜੀਵਨ ਬਤੀਤ ਕਰਦਾ ਆ। ਤੇ ਸਾਡੇ ਯੁੱਗ ਦਾ ਨਬੀ ਕਹਿੰਦਾ ਤੁਹਾਡਾ ਜੀਵਨ ਇੱਕ ਭੇਡ ਦੀ ਤਰ੍ਹਾਂ ਕੀ ਹੋਣਾ ਚਾਹੀਦਾ ਹੈ। ਅਤੇ ਇੱਕ ਅਸਲੀ ਅੱਛੀ ਮਸੀਹ ਸੰਗਤੀ ਦੀ ਗਰਮਾਹਟ, ਇਸ ਦਾ ਬਹੁਤ ਮਤਲਬ ਹੈ। ਨਬੀ ਕਹਿੰਦਾ ਇੱਕ ਅਸਲੀ ਮਸੀਹ ਸੰਗਤੀ ਦਾ ਬਹੁਤ ਵੱਡਾ ਮਤਲਬ ਹੁੰਦਾ। ਜੇ ਤੁਸੀਂ ਅਸਲੀ ਮਸੀਹ ਸੰਗਤੀ ਵਿੱਚ ਜਾਂਦੇ ਹੋ, ਇਹਦਾ ਮਤਲਬ ਕੋਈ ਛੋਟਾ ਨਹੀਂ ਹੈ, ਬਹੁਤ ਵੱਡਾ ਮਤਲਬ ਆ ਅਸਲੀ ਮਸੀਹ ਸੰਗਤੀ ਦਾ। ਕਿਉਂਕਿ ਦਾਊਦ ਨੇ ਜ਼ਬੂਰ 1:1 ਵਿੱਚ ਕੀ ਕਿਹਾ? ਆਓ ਅਸੀਂ ਕੱਢਾਂਗੇ। ਦਾਊਦ ਨੇ ਕੀ ਕਿਹਾ ਜ਼ਬੂਰ 1:1 ਦੇ ਵਿੱਚ? ਜ਼ਬੂਰਾਂ ਦੀ ਪੋਥੀ 1:1 ਵਿੱਚ ਦਾਊਦ ਨੇ ਕਿਹਾ ਆ, ਧੰਨ ਹੈ ਉਹ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ, ਅਤੇ ਨਾ ਮਖੌਲੀਆਂ ਦੀ ਜੁੰਡੀ ਵਿੱਚ ਬਹਿੰਦਾ ਹੈ।
ਪਰ ਉਹ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਅਤੇ ਦਿਨ ਰਾਤ ਉਸੇ ਦੀ ਵਿਵਸਥਾ ਉੱਤੇ ਧਿਆਨ ਦਿੰਦਾ ਹੈ। ਹੁਣ ਇੱਕ ਸੱਚਾ ਵਿਸ਼ਵਾਸੀ ਕਿੱਦਾਂ ਦਾ ਹੁੰਦਾ ਆ? ਅਸੀਂ ਬਾਈਬਲ ਚੋਂ ਪੜ੍ਹ ਰਹੇ ਹਾਂ, ਕਿਉਂਕਿ ਜ਼ਬੂਰਾਂ ਦੀ ਪੋਥੀ ਵਿੱਚ ਕਿਹਾ ਆ ਦਾਊਦ ਨੇ ਵੀ ਕਿੱਦਾਂ ਦਾ ਇੱਕ ਵਿਸ਼ਵਾਸੀ ਹੁੰਦਾ ਆ। ਠੀਕ ਆ, ਮੈਂ ਫਿਰ ਪੜ੍ਹ ਦਿੰਦਾ ਤੁਹਾਡੇ ਲਈ। ਧੰਨ ਹੈ ਉਹ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ, ਨਾ ਮਖੌਲੀਆਂ ਦੀ ਜੁੰਡੀ ਵਿੱਚ ਬਹਿੰਦਾ। ਜਿਹੜਾ ਇੱਕ ਵਿਸ਼ਵਾਸੀ ਹੁੰਦਾ ਆ, ਠੀਕ ਆ, ਉਹ ਧੰਨ ਮਨੁੱਖ ਹੁੰਦਾ ਆ, ਉਹ ਕਦੇ ਵੀ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ। ਦੁਸ਼ਟ ਲੋਕ ਕਿਹੜੇ ਆ? ਜਿਹੜੇ ਤੁਹਾਨੂੰ ਸੰਸਾਰਿਕ ਗੱਲਾਂ ਵਿੱਚ ਲੈ ਕੇ ਜਾਂਦੇ ਆ। ਉਹ ਕਹਿੰਦੇ ਛੱਡੋ ਵਚਨ ਨੂੰ, ਸੰਸਾਰ ਵੱਲ ਦੇਖੋ ਕੀ ਕਰਨਾ। ਉਹ ਦੁਸ਼ਟ ਲੋਕ ਨੇ ਜਿਨ੍ਹਾਂ ਨਾਲ ਤੁਸੀਂ ਸੰਗਤੀਆਂ ਕਰਦੇ ਹੋ। ਤੇ ਇੱਕ ਵਿਸ਼ਵਾਸੀ ਕਦੇ ਵੀ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ। ਜੋ ਦੁਸ਼ਟ ਕਹਿੰਦਾ ਉਹਦੀ ਗੱਲ ਨੂੰ ਕਦੇ ਵੀ ਵਿਸ਼ਵਾਸੀ ਬੰਦਾ ਨਹੀਂ ਮੰਨੂਗਾ, ਹਮੇਸ਼ਾ ਉਹਦੀ ਗੱਲ ਨੂੰ ਕੱਢ ਦਊਗਾ। ਨਾ ਪਾਪੀਆਂ ਦੀ ਰਾਹ ਵਿੱਚ ਖੜਾ ਰਹਿੰਦਾ, ਨਾ ਮਖੌਲੀਆਂ ਦੀ ਜੁੰਡੀ ਵਿੱਚ ਬਹਿੰਦਾ ਹੈ, ਪਰ ਉਹ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਹੈ। ਕੌਣ ਮਗਨ ਰਹਿੰਦਾ ਆ? ਬੱਕਰੀਆਂ ਨਹੀਂ, ਖੁਦਾ ਦੀਆਂ ਭੇਡਾਂ। ਜਿਹੜੀ ਖੁਦਾ ਦੀ ਅਸਲੀ ਭੇਡ ਹੁੰਦੀ ਆ, ਉਹੀ ਕੀ ਕਰਦੀ ਆ? ਵਿਵਸਥਾ ਵਿੱਚ ਮਗਨ ਰਹਿੰਦੀ ਆ। ਪਰ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਹੈ ਅਤੇ ਦਿਨ ਰਾਤ ਉਸ ਦੀ ਵਿਵਸਥਾ ਉੱਥੇ ਧਿਆਨ ਕਰਦਾ ਹੈ। ਵਿਸ਼ਵਾਸੀ ਕੀ ਕਰਦਾ ਆ? ਅੱਜ ਵਿਸ਼ਵਾਸੀ ਕਹਿਣ ਵਾਲੇ ਬੰਦੇ ਨੂੰ ਪੁੱਛ ਲਓ, ਖੁਦਾ ਦੇ ਵਚਨ ਦੇ ਲਈ ਤੁਸੀਂ ਕੀ ਕਰਨਾ? ਉਹ ਕਹੂਗਾ ਸਾਡੇ ਕੋਲ ਸਮਾਂ ਨਹੀਂ ਹੈ, ਅਸੀਂ ਆਪਣਾ ਜੀਵਨ ਨਹੀਂ ਦੇ ਸਕਦੇ, ਅਸੀਂ ਖੁਦਾ ਦੇ ਨਾਲ ਸੰਗਤੀ ਨਹੀਂ ਕਰ ਸਕਦੇ, ਅਸੀਂ ਕਦੇ ਕਦੇ ਆ ਸਕਦੇ ਹਾਂ। ਲੇਕਿਨ ਜਿਹੜਾ ਵਿਸ਼ਵਾਸੀ ਹੁੰਦਾ, ਬਾਈਬਲ ਬਿਆਨ ਕਰਦੀ ਦਿਨ ਰਾਤ ਵਿਵਸਥਾ ਉੱਤੇ ਧਿਆਨ ਕਰਦਾ ਆ। ਇੱਕ ਜਿਹੜੀ ਭੇਡ ਹੁੰਦੀ ਖੁਦਾ ਦੀ, ਉਹ ਦਿਨ ਰਾਤ ਖੁਦਾ ਦੀ ਵਿਵਸਥਾ ਤੇ ਧਿਆਨ ਰੱਖਦੀ। ਇੱਕ ਭੇਡ ਕੀ ਕਰਦੀ? ਹਮੇਸ਼ਾ ਆਪਣੇ ਅਯਾਲੀ ਦੀ ਆਵਾਜ਼ ਨੂੰ ਸੁਣਦੀ ਆ ਵੀ ਮੇਰਾ ਅਯਾਲੀ ਕਹਿ ਕੀ ਰਿਹਾ ਹੈ। ਦਿਨ ਰਾਤ ਉਸ ਦੀ ਵਿਵਸਥਾ ਉੱਤੇ ਧਿਆਨ ਕਰਦਾ ਹੈ। ਉਹ ਤਾਂ ਬਿਰਛ, ਉਸ ਬਿਰਛ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ। ਰੁੱਤ ਸਿਰ ਆਪਣਾ ਫਲ ਦਿੰਦਾ ਹੈ, ਜਿਸ ਦੇ ਪੱਤੇ ਨਹੀਂ ਕੁੰਮਲਾਉਂਦੇ। ਇੱਕ ਵਿਸ਼ਵਾਸੀ ਦੇ ਪੱਤੇ ਕਦੇ ਕੁੰਮਲਾਉਂਦੇ ਨਹੀਂ ਆ, ਉਹ ਹਮੇਸ਼ਾ ਫਲ ਦਿੰਦਾ ਆ। ਫਲ ਦੇਣ ਦਾ ਮਤਲਬ ਉਹਦੇ ਜੀਵਨ ਦੇ ਵਿੱਚ ਹਮੇਸ਼ਾ ਫਲ ਪ੍ਰਗਟ ਹੁੰਦੇ ਆ, ਖੁਦਾ ਦੇ ਗੁਣ ਪ੍ਰਗਟ ਹੁੰਦੇ ਉਹਦੇ ਜੀਵਨ ਦੇ ਵਿੱਚ ਹਮੇਸ਼ਾ। ਅਤੇ ਜੋ ਕੁਝ ਉਹ ਕਰੇ ਸੋ ਸਫਲ ਹੁੰਦਾ ਹੈ। ਜੋ ਕੁਝ ਵਿਸ਼ਵਾਸੀ ਕਰਦਾ ਆ ਉਹ ਸਫਲ ਹੁੰਦਾ ਹੈ। ਕਦੇ ਵੀ ਵਿਸ਼ਵਾਸੀ ਦੇ ਕੰਮਾਂ ਵਿੱਚ ਰੁਕਾਵਟ ਪੈਦਾ ਨਹੀਂ ਹੁੰਦੀ, ਕਿਉਂਕਿ ਜੋ ਕੁਝ ਉਹ ਕਰਦਾ ਹਮੇਸ਼ਾ ਉਹ ਸਫਲ ਹੁੰਦਾ ਰਹਿੰਦਾ ਹੈ। ਇਸ ਕਰਕੇ ਵਿਸ਼ਵਾਸੀ ਤੇ ਭੇਡਾਂ ਨੂੰ ਇੱਕ ਬਣਾਇਆ ਗਿਆ ਹੈ। ਉਹਨਾਂ ਦੇ ਸੁਭਾਅ ਨੂੰ ਮੈਚ ਕੀਤਾ ਗਿਆ ਆ ਵੀ ਕਿੱਦਾਂ ਦਾ ਇੱਕ ਸੁਭਾਅ ਵਿਸ਼ਵਾਸੀ ਦਾ ਹੁੰਦਾ, ਕਿੱਦਾਂ ਦਾ ਇੱਕ ਸੁਭਾਅ ਭੇਡ ਦਾ ਹੁੰਦਾ ਆ। ਠੀਕ ਹੈ ਨਾ? ਜਿੱਦਾਂ ਭੇਡ ਆਪਣੀ ਅਗਵਾਈ ਆਪ ਨਹੀਂ ਕਰ ਸਕਦੀ, ਇੱਕ ਵਿਸ਼ਵਾਸੀ ਭੈਣ ਭਾਈ ਵੀ ਆਪਣੀ ਅਗਵਾਈ ਆਪ ਨਹੀਂ ਕਰ ਸਕਦਾ। ਜਦੋਂ ਸ਼ੈਤਾਨ ਤਾਂ ਦੇ ਮਨ 'ਚ ਪਾਉਂਦਾ ਨਾ, ਨਬੀ ਨੇ ਕਿਹਾ ਵੀ ਮੈਨੂੰ ਅੱਗੇ ਤੋਂ ਚਰਚ ਜਾਣ ਦੀ ਕੋਈ ਲੋੜ ਨਹੀਂ, ਬੜੀ ਡਾਂਟ ਪੈਂਦੀ ਆ, ਤੇ ਸਮਝ ਲਓ ਤੁਹਾਨੂੰ ਸ਼ੈਤਾਨ ਨੇ ਫੜ ਲਿਆ ਹੈ। ਤੁਸੀਂ ਸ਼ੈਤਾਨ ਦੇ ਨਾਲ ਸੰਗਤੀ ਕਰ ਰਹੇ ਜਦੋਂ ਇਹੋ ਜਿਹੇ ਵਿਚਾਰ ਤੁਹਾਡੇ ਅੰਦਰ ਆ ਜਾਣ। ਲੇਕਿਨ ਜਦੋਂ ਤੁਸੀਂ ਕਹਿੰਦੇ ਹੋ ਵੀ ਮੈਨੂੰ ਡਾਂਟ ਪਵੇ, ਕੁਝ ਵੀ ਹੋਵੇ, ਮੈਂ ਖੁਦਾ ਦੇ ਘਰ ਨੂੰ ਛੱਡਣਾ ਨਹੀਂ ਹੈ। ਏਲੀਆ ਕਹਿੰਦਾ ਸੀ ਈਲੀਸ਼ਾ ਨੂੰ ਤੂੰ ਜਾ, ਉਹ ਕਹਿੰਦਾ ਨਹੀਂ, ਮੈਂ ਤੈਨੂੰ ਨਹੀਂ ਛੱਡਾਂਗਾ। ਕਿਉਂ? ਕਿਉਂਕਿ ਉਹ ਜਾਣਦਾ ਸੀ ਵੀ ਉਹਦੇ ਅੰਦਰ ਵਚਨ ਹੈ। ਇਸੇ ਤਰ੍ਹਾਂ ਜਦੋਂ ਇੱਕ ਭੇਡ, ਇੱਕ ਵਿਸ਼ਵਾਸੀ ਜਾਣਦਾ ਆ ਵੀ ਮੇਰੇ ਅਯਾਲੀ ਜਿਹੜਾ ਮੈਨੂੰ ਚਰਾ ਰਿਹਾ ਆ, ਉਹਦੇ ਅੰਦਰ ਖੁਦਾ ਦਾ ਵਚਨ ਰਹਿੰਦਾ ਆ, ਉਹਦੇ ਅੰਦਰ ਖੁਦਾ ਰਹਿੰਦਾ, ਤੁਸੀਂ ਕਦੇ ਵੀ ਉਸ ਚਰਚ ਨੂੰ, ਉਸ ਪਾਸਟਰ ਨੂੰ ਛੱਡ ਕੇ ਨਹੀਂ ਜਾਓਗੇ। ਜੇ ਤੁਸੀਂ ਸਮਝ ਜਾਓ ਵੀ ਤੁਹਾਡੇ ਸੇਵਕ ਦੇ ਅੰਦਰ ਕੌਣ ਆ। ਲੇਕਿਨ ਜਦੋਂ ਤੱਕ ਤੁਸੀਂ ਆਪ ਉਹ ਆਤਮਾ ਨੂੰ ਪਾਉਂਦੇ ਨਹੀਂ ਆ, ਤੁਸੀਂ ਉਸ ਆਤਮਾ ਨੂੰ ਵੇਖ ਵੀ ਨਹੀਂ ਸਕਦੇ। ਕਿਉਂਕਿ ਬਾਈਬਲ ਬਿਆਨ ਕਰਦੀ ਆ, ਸਾਡੇ ਯੁੱਗ ਦੇ ਨਬੀ ਨੇ ਕਿਹਾ ਡੂੰਘਿਆਈ ਡੂੰਘਿਆਈ ਨੂੰ ਪੁਕਾਰਦੀ ਹੈ। ਜੇ ਤੁਹਾਡੇ ਅੰਦਰ ਪਵਿੱਤਰ ਆਤਮਾ ਹੈ ਤਾਂ ਤੁਸੀਂ ਪਛਾਣ ਜਾਓਗੇ ਵੀ ਦੂਸਰੇ ਬੰਦੇ ਅੰਦਰ ਪਵਿੱਤਰ ਆਤਮਾ ਹੈ ਜਾਂ ਨਹੀਂ ਹੈ। ਲੇਕਿਨ ਜੇ ਤੁਸੀਂ ਖਾਲੀ ਹੋ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਆਤਮਾ ਤੁਹਾਨੂੰ ਕੀ ਕਹਿ ਰਿਹਾ ਹੈ। ਸਰੀਰਕ ਬੰਦਾ ਕਿੱਦਾਂ ਦਾ ਹੁੰਦਾ ਤੇ ਆਤਮਿਕ ਬੰਦਾ ਕਿੱਦਾਂ ਦਾ ਹੁੰਦਾ, ਤੁਹਾਨੂੰ ਪਛਾਣ ਨਹੀਂ ਆਵੇਗੀ ਕਦੇ ਵੀ। ਲੇਕਿਨ ਜੇ ਤੁਸੀਂ ਖੁਦ ਆਤਮਿਕ ਹੋ, ਤੁਹਾਨੂੰ ਪਤਾ ਲੱਗ ਜਾਵੇਗਾ। ਕਿਉਂਕਿ ਜਿਹੜੀ ਖੁਰਾਕ ਤੁਹਾਡੀ ਹੋਵੇਗੀ ਉਹੀ ਖੁਰਾਕ ਤੁਹਾਡੇ ਗਵਾਂਢੀ ਦੀ ਵੀ ਹੋਵੇਗੀ ਫਿਰ। ਠੀਕ ਹੈ ਨਾ? ਤੁਹਾਨੂੰ ਪਛਾਣ ਹੋਵੇਗੀ ਵਿਸ਼ਵਾਸੀ ਕਿੱਦਾਂ ਦਾ ਹੁੰਦਾ ਹੈ ਜੇ ਤੁਸੀਂ ਖੁਦ ਇੱਕ ਵਿਸ਼ਵਾਸੀ ਹੋਵੋਗੇ। ਹੁਣ ਨਬੀ ਨੇ ਕਿਹਾ ਖੁਦਾ ਦੁਆਰਾ ਬਚਾਏ ਹੋਏ ਸੰਤ ਕੋਲ ਜਾਣਾ ਪਸੰਦ ਕਰਦਾ ਹਾਂ। ਕਹਿੰਦਾ ਮੈਂ ਉਹਨਾਂ ਲੋਕਾਂ ਕੋਲ ਜਾਣਾ, ਨਬੀ ਕਹਿੰਦਾ ਵੀ ਉਹਨਾਂ ਲੋਕਾਂ ਕੋਲ ਜਾਣਾ ਬਹੁਤ ਵਧੀਆ ਜਿਹੜਾ ਖੁਦਾ ਵੱਲੋਂ ਬਚਾਏ ਗਏ ਆ। ਠੀਕ ਹੈ ਨਾ? ਜਿਹੜੇ ਵੱਡੇ ਨਹੀਂ ਗਏ। ਹੁਣ ਤੁਹਾਨੂੰ ਪਤਾ ਆ
ਨਬੀ ਨੇ ਕਿਹਾ ਇੱਕ ਦਰਖਤ ਸੀਗਾ, ਉਹਨੂੰ ਵੱਢ ਦਿੱਤਾ ਗਿਆ, ਤੇ ਕੀ ਤੁਸੀਂ ਉਸ ਦਰਖਤ ਥੱਲੇ ਜਾ ਕੇ ਛਾਂ ਲੈ ਸਕਦੇ ਹੋ? ਨਹੀਂ ਲੈ ਸਕਦੇ। ਜਿਹੜਾ ਦਰਖਤ ਵੱਢਿਆ ਗਿਆ ਆ ਉਹਦੀ ਛਾਂ ਤੁਸੀਂ ਲੈ ਨਹੀਂ ਸਕਦੇ। ਲੇਕਿਨ ਜਿਹੜਾ ਦਰਖਤ ਹਰਿਆ ਭਰਿਆ ਆ, ਫਲਾਂ ਦੇ ਨਾਲ ਭਰਿਆ ਆ, ਜਿਹਦੇ ਪੱਤੇ ਕੁਮਲਾਏ ਨਹੀਂ ਆ, ਝੜੇ ਨਹੀਂ ਆ, ਤੁਸੀਂ ਉਸ ਦਰਖਤ ਦੇ ਥੱਲੇ ਜਾ ਕੇ ਛਾਂ ਲੈ ਸਕਦੇ ਹੋ। ਨਬੀ ਕਹਿੰਦਾ ਅਤੇ ਉਹਨਾਂ ਦੀਆਂ ਜੜ੍ਹਾਂ ਅਜੇ ਵੀ ਖੁਦਾ ਦੇ ਪਿਆਰ ਵਿੱਚ ਡੂੰਘੀਆਂ ਹਨ। ਜਿਹੜੇ ਵਿਸ਼ਵਾਸੀ ਦੀਆਂ ਜੜ੍ਹਾਂ ਹਲੇ ਵੀ ਖੁਦਾ ਦੇ ਪਿਆਰ 'ਚ ਡੂੰਘੀਆਂ ਆ ਨਾ, ਉਹ ਵਿਸ਼ਵਾਸੀ ਹਮੇਸ਼ਾ ਤੁਹਾਨੂੰ ਸਹਾਰਾ ਦੇਵੇਗਾ। ਉਹ ਖੁਦਾ ਦਾ ਜਨ ਹਮੇਸ਼ਾ ਤੁਹਾਨੂੰ ਕੀ ਕਰੇਗਾ? ਸਹਾਰਾ ਦੇਵੇਗਾ। ਇਸੇ ਤਰ੍ਹਾਂ ਦੇ ਵਿਅਕਤੀ ਕੋਲ ਜਾਣਾ ਅਤੇ ਸੰਗਤੀ ਦਾ ਥੋੜਾ ਜਿਹਾ ਸਮਾਂ ਲੈਣ ਦਾ ਕੀ ਮਤਲਬ ਹੈ? ਇਸ ਦਾ ਬਹੁਤ ਕੁਝ ਮਤਲਬ ਹੈ। ਨਬੀ ਕਹਿੰਦਾ ਇੱਕ ਤਾਂ ਵੱਢਿਆ ਗਿਆ ਆ ਜਿਹਦੇ ਕੋਲ ਤੁਹਾਨੂੰ ਕੋਈ ਛਾਂ ਨਹੀਂ ਮਿਲ ਸਕਦੀ, ਲੇਕਿਨ ਇੱਕ ਜੜ੍ਹਾਂ ਦੇ ਨਾਲ ਮਜ਼ਬੂਤੀ ਦੇ ਨਾਲ ਖੜਾ ਆ। ਉਸ ਬੰਦੇ ਕੋ ਜੇ ਤੁਸੀਂ ਜਾ ਕੇ ਸੰਗਤੀ ਕਰਦੇ ਹੋ ਤੇ ਤੁਹਾਨੂੰ ਬਹੁਤ ਕੁਝ ਲਾਭ ਹੋ ਸਕਦਾ ਆ। ਠੀਕ ਹੈ ਨਾ? ਇਸ ਕਰਕੇ ਨਬੀ ਕਹਿੰਦਾ, ਪ੍ਰਭੂ ਨੇ ਕਿਹਾ ਦਰਵਾਜ਼ਾ ਮੈਂ ਹਾਂ। ਮੈਂ ਹਮੇਸ਼ਾ ਅਚਰਜ ਕਰਦਾ ਸੀ ਕਿ ਉਹ ਦਰਵਾਜ਼ਾ ਕਿਵੇਂ ਹੋ ਸਕਦਾ ਹੈ। ਹੁਣ ਜਿੱਦਾਂ ਯੀਸ਼ੂ ਮਸੀਹ ਕਹਿੰਦਾ ਵੀ ਦਰਵਾਜ਼ਾ ਤਾਂ ਮੈਂ ਆ, ਹੁਣ ਨਬੀ ਕਹਿ ਰਿਹਾ ਵੀ ਬੜੀ ਮੈਂ ਸੋਚਦਾ ਆ ਬਾਰ-ਬਾਰ ਵੀ ਦਰਵਾਜ਼ਾ ਕਿੱਦਾਂ ਹੋ ਸਕਦਾ ਪ੍ਰਭੂ? ਜਦੋਂ ਮੈਂ ਪੂਰਬ ਵਿੱਚ ਸੀ ਤਾਂ ਮੈਨੂੰ ਪਤਾ ਲੱਗਾ ਕਿ ਉਸ ਲਿਖਤ ਦਾ ਕੀ ਮਤਲਬ ਹੈ। ਨਬੀ ਕਹਿੰਦਾ ਜਦੋਂ ਮੈਂ ਪੂਰਬੀ ਦੇਸ਼ 'ਚ ਸੀਗਾ ਤੇ ਮੈਨੂੰ ਪਤਾ ਲੱਗਾ ਵੀ ਇਸ ਦਾ ਮਤਲਬ ਕੀ ਆ। ਉਸਨੇ ਇੱਥੇ ਕਿਹਾ ਦਰਵਾਜ਼ਾ ਮੈਂ ਹਾਂ, ਕਿਉਂਕਿ ਯੀਸ਼ੂ ਮਸੀਹ ਕਹਿੰਦਾ ਦਰਵਾਜ਼ਾ ਮੈਂ ਆ। ਅਤੇ ਜਿਹੜੇ ਵੀ ਮੇਰੇ ਕੋਲ ਅੱਗੇ ਆਉਂਦੇ ਹਨ ਉਹ ਡਾਕੂ ਅਤੇ ਫਿਰ ਕਹਿੰਦਾ ਉਹ ਡਾਕੂ ਹਨ। ਅਤੇ ਫਿਰ ਮੈਂ ਹੈਰਾਨ ਸੀ ਕਿ ਇਹ ਕਿਵੇਂ ਸੀ, ਕਿਉਂਕਿ ਯੀਸ਼ੂ ਮਸੀਹ ਕਹਿੰਦਾ ਦਰਵਾਜ਼ਾ ਮੈਂ ਤੇ ਨਬੀ ਕਹਿੰਦਾ ਦਰਵਾਜ਼ਾ ਯੀਸ਼ੂ ਮਸੀਹ ਹੋ ਕਿੱਦਾਂ ਸਕਦਾ। ਹੁਣ ਨਬੀ ਨੇ ਇਸ ਚੀਜ਼ਾਂ ਨੂੰ ਸਮਝਾਇਆ ਆ ਵੀ ਯੀਸ਼ੂ ਮਸੀਹ ਕਿੱਦਾਂ ਦਰਵਾਜ਼ਾ ਹੋ ਸਕਦਾ ਆ। ਅਤੇ ਪੂਰਬ ਵਿੱਚ ਕਿਵੇਂ ਉਹ ਆਪਣੀਆਂ ਭੇਡਾਂ ਦੀ ਦੇਖਭਾਲ ਕਰਦੇ ਹਨ। ਅਯਾਲੀ ਉਹਨਾਂ ਨੂੰ ਰਾਤ ਨੂੰ ਅੰਦਰ ਲਿਆਉਂਦਾ ਹੈ ਅਤੇ ਉਹਨਾਂ ਨੂੰ ਗਿਣਦਾ ਹੈ ਅਤੇ ਗਿਣਦਾ ਹੈ ਭਈ ਉਹ ਹਰ ਇੱਕ ਅੰਦਰ ਹੈ। ਹੁਣ ਕੀ ਕਰਦੇ ਆ ਜਿਹੜੇ ਅਯਾਲੀ ਹੁੰਦੇ ਆ, ਆਪਣੀ ਭੇਡਾਂ ਨੂੰ ਗਿਣਦੇ ਆ, ਉਹਨਾਂ ਦੇਖਭਾਲ ਕਰਦੇ ਆ। ਉਹ ਦੇਖਦੇ ਆ ਵੀ ਉਹ ਪੂਰੇ ਹਨ ਜਿੰਨੇ ਗਿਣਤੀ ਵਿੱਚ ਹੈ ਕਿ ਨਹੀਂ ਹੈ ਪੂਰੇ ਭੇਡਾਂ ਜਾਂ ਨਹੀਂ। ਜੇ ਕੋਈ ਗੁੰਮ ਹੈ ਤਾਂ ਉਹ ਉਦੋਂ ਤੱਕ ਲੇਟਦਾ ਨਹੀਂ ਜਦ ਤੱਕ ਉਸਨੂੰ ਰੇਗਿਸਤਾਨ ਵਿੱਚ ਜਾ ਕੇ ਜਿੱਥੇ ਉਹ ਉਸਨੂੰ ਚਰਾਉਂਦਾ ਸੀਗਾ ਉਹਨੂੰ ਲੱਭ ਨਾ ਲਵੇ। ਜਿਹੜਾ ਇੱਕ ਸੱਚਾ ਯਾਲੀ ਹੁੰਦਾ ਉਦੋਂ ਤੱਕ ਉਹ ਸੌਂਦਾ ਨਹੀਂ ਆ। ਜੇ ਉਹਨੂੰ ਪਤਾ ਲੱਗ ਜਾਂਦਾ ਨਾ ਵੀ ਮੇਰੀ 100 ਭੇਡਾਂ ਸੀਗੀਆਂ, 99 ਤਾਂ ਬਾੜੇ ਦੇ ਵਿੱਚ ਨੇ, ਲੇਕਿਨ ਇੱਕ ਗੈਪ ਹੋ ਗਈ ਆ, ਤੇ ਫਿਰ ਇੱਕ ਅੱਛਾ ਚਰਵਾਹਾ ਕੀ ਕਰਦਾ? ਨਬੀ ਕਹਿੰਦਾ ਇੱਕ ਅੱਛਾ ਚਰਵਾਹਾ ਉਹਨੂੰ ਲੱਭਦਾ ਆ, ਜਾ ਕੇ ਉਹਦੇ ਪਿੱਛੇ ਜਾਂਦਾ ਆ, ਉਸਨੂੰ ਅੰਦਰ ਲਿਆਉਂਦਾ ਹੈ ਅਤੇ ਸਭ ਕੁਝ ਵਾੜੇ ਵਿੱਚ ਹੁੰਦਾ ਹੈ। ਤਾਂ ਅਯਾਲੀ ਆਪਣੇ ਆਪ ਨੂੰ ਦਰਾੜ ਵਿੱਚ ਲਟਾ ਦਿੰਦਾ ਹੈ। ਜਦੋਂ ਆਪਣੀ ਭੇਡ ਨੂੰ ਅੰਦਰ ਲਿਆਉਂਦਾ ਆ ਫਿਰ ਉਹ ਆਪਣੇ ਆਪ ਨੂੰ ਕੀ ਕਰਦਾ ਆ? ਦਰਾੜ ਦੇ ਵਿੱਚ ਲਟਾ ਲੈਂਦਾ ਹੈ। ਭੇਡਾਂ ਅੰਦਰ ਆ ਤੇ ਅਯਾਲੀ ਆਪਣੇ ਆਪ ਨੂੰ ਦਰਾੜ ਦੇ ਵਿੱਚ ਲਟਾ ਰਿਹਾ ਆ। ਤਾਂ ਅਯਾਲੀ ਆਪਣੇ ਆਪ ਨੂੰ ਦਰਾੜ ਵਿੱਚ ਲਟਾ ਦਿੰਦਾ ਹੈ। ਉਹ ਭੇਡਾਂ ਦਾ ਬੂਹਾ ਹੈ। ਹੁਣ ਤੁਹਾਨੂੰ ਪਤਾ ਆ ਜੇ ਕੋਈ ਵੀ ਜਾਨਵਰ ਆਵੇਗਾ ਤੇ ਉਹ ਕੀ ਕਰੇਗਾ? ਕੋਈ ਵੀ ਜਾਨਵਰ ਆਵੇਗਾ ਉਹਨੂੰ ਸਭ ਤੋਂ ਪਹਿਲਾਂ ਅਯਾਲੀ ਦੇ ਨਾਲ ਲੜਨਾ ਪੈਣਾ ਆ, ਕਿਉਂਕਿ ਦਰਵਾਜ਼ੇ ਵਿੱਚ ਤਾਂ ਅਯਾਲੀ ਲੇਟ ਗਿਆ, ਚਰਵਾਹਾ ਲੇਟ ਗਿਆ। ਠੀਕ ਹੈ ਨਾ? ਨਬੀ ਨੇ ਇਸ ਗੱਲ ਨੂੰ ਬੜੇ ਹੀ ਸਾਫ਼ ਤੇ ਤਰੀਕੇ ਨਾਲ ਸਮਝਾਇਆ ਆ। ਆਰਾਮ ਨਾਲ ਬੈਠਣਾ, ਰੌਲਾ ਨਾ ਪਾਓ। ਉਹ ਭੇਡਾਂ ਦਾ ਬੂਹਾ ਹੈ, ਕੋਈ ਹੋਰ ਰਾਹ ਨਹੀਂ ਹੁੰਦਾ। ਇਹ ਇੱਕ ਵਾੜਾ ਹੁੰਦਾ ਹੈ ਜਿਸ ਦੇ ਅੰਦਰ ਇੱਕ ਛੱਤ ਹੁੰਦੀ ਹੈ ਅਤੇ ਕੋਈ ਵੀ ਚੀਜ਼ ਉਹਨਾਂ ਭੇਡਾਂ ਤੱਕ ਨਹੀਂ ਪਹੁੰਚ ਸਕਦੀ ਜਦੋਂ ਤੱਕ ਚਰਵਾਹੇ ਨੂੰ ਪਾਰ ਨਹੀਂ ਕਰ ਲੈਂਦੀ। ਹੁਣ ਦੇਖੋ ਨਬੀ ਨੇ ਕਿੰਨਾ ਵਧੀਆ ਸਮਝਾਇਆ ਵੀ ਜਦੋਂ ਤੱਕ ਕੋਈ ਵੀ ਚੀਜ਼ ਚਰਵਾਹੇ ਦੇ ਉੱਪਰ ਲੰਘ ਕੇ ਨਹੀਂ ਜਾਂਦੀ ਉਹ ਅੰਦਰ ਨਹੀਂ ਵੜ ਸਕਦੀ। ਉਹਨੂੰ ਚਰਵਾਹੇ ਦੇ ਨਾਲ ਪਹਿਲਾਂ ਲੜਨਾ ਪੈਣਾ ਹੈ। ਚਰਵਾਹਾ ਬੂਹੇ ਵਿੱਚ ਲੇਟਿਆ ਹੋਇਆ ਤੇ ਚਰਵਾਹਾ ਕੀ ਆ? ਭੇਡਾਂ ਦਾ ਦਰਵਾਜ਼ਾ ਹੈ। ਤੇ ਇਸੇ ਕਰਕੇ ਯੀਸ਼ੂ ਮਸੀਹ ਨੇ ਕਿਹਾ ਸੀ ਮੈਂ ਤੁਹਾਡਾ ਚਰਵਾਹਾ ਹਾਂ। ਯੀਸ਼ੂ ਮਸੀਹ ਨੇ ਕਿਹਾ ਆ ਰਾਹ, ਸੱਚਾਈ ਅਤੇ ਜੀਵਨ ਮੈਂ ਹਾਂ। ਮੇਰੇ ਵਸੀਲੇ ਬਿਨਾ ਕੋਈ ਵੀ ਪਿਤਾ ਦੇ ਰਾਜ ਵਿੱਚ ਦਾਖਲ ਨਹੀਂ ਹੋ ਸਕਦਾ। ਅਤੇ ਕਿੰਨਾ ਜਾਣਦੇ ਹਨ, ਕਿੰਨੇ ਰਾਹਤ ਵਾਲੀ ਗੱਲ ਹੈ, ਕਿੰਨੀ ਪਿਆਰੀ ਗੱਲ ਹੈ ਜਦੋਂ ਅਸੀਂ ਉਸ ਦੀ ਦੇਖ ਰੇਖ ਵੀ ਸੁਰੱਖਿਅਤ ਹੁੰਦੇ ਹਾਂ। ਕਿੰਨੀ ਪਿਆਰੀ ਗੱਲ ਹੁੰਦੀ ਜਦੋਂ ਕੋਈ ਬੰਦਾ ਯੀਸ਼ੂ ਮਸੀਹ ਦੀ ਦੇਖ ਰੇਖ ਦੇ ਵਿੱਚ ਉਪਸਥਿਤ ਹੁੰਦਾ ਹੈ। ਬੜੀ ਹੀ ਮਹਾਨ ਗੱਲ ਆ ਵੀ ਖੁਦਾ ਉਹਨਾਂ ਨੂੰ ਕੀ ਕਰ ਰਿਹਾ ਆ? ਉਹਨਾਂ ਦੀ ਅਗਵਾਈ ਕਰ ਰਿਹਾ ਹੋਵੇ। ਆਪਣੇ ਵਿਸ਼ਵਾਸੀ ਲੋਕਾਂ ਦੀ, ਆਪਣੀ ਭੇਡਾਂ ਦੀ ਅੱਜ ਖੁਦਾ ਕੀ ਕਰ ਰਿਹਾ? ਅਗਵਾਈ ਕਰ ਰਿਹਾ। ਨਬੀ ਕਹਿੰਦਾ ਇਹ ਬੜੀ ਹੀ ਪਿਆਰੀ ਗੱਲ ਆ, ਇਹ ਕੋਈ ਛੋਟੀ ਗੱਲ ਨਹੀਂ ਆ। ਉਹ ਦਰਵਾਜ਼ਾ ਬਣ ਜਾਂਦਾ ਹੈ
ਯੀਸ਼ੂ ਮਸੀਹ ਕੀ ਬਣ ਜਾਂਦਾ? ਦਰਵਾਜ਼ਾ ਬਣ ਜਾਂਦਾ। ਜਿਹਦੇ ਤੁਸੀਂ ਯੀਸ਼ੂ ਮਸੀਹ ਦੇ ਨਾਮ 'ਚ ਬਸਮਾ ਲੈਂਦੇ ਹੋ, ਪਵਿੱਤਰ ਆਤਮਾ ਦਾ ਦਾਨ ਪਾਉਂਦੇ ਹੋ, ਤੇ ਯੀਸ਼ੂ ਮਸੀਹ ਤੁਹਾਡਾ ਕੀ ਬਣ ਜਾਂਦਾ? ਦਰਵਾਜ਼ਾ। ਤੁਹਾਡੇ ਉੱਪਰ ਕੋਈ ਤੰਗੀ, ਮੁਸੀਬਤ, ਪਰੇਸ਼ਾਨੀ ਜੀ ਆਉਂਦੀ ਆ ਤੇ ਖੁਦਾ ਦਰਾਰ ਦੇ ਵਿੱਚ ਖੜਾ ਹੋ ਜਾਂਦਾ ਆ। ਖੁਦਾ ਉਸ ਬਿਮਾਰੀ ਦੇ ਵਿੱਚ ਖੜਾ ਹੋ ਜਾਂਦਾ ਆ। ਖੁਦਾ ਉਸ ਪਰੇਸ਼ਾਨੀ ਵਿੱਚ ਖੜੀ ਹੋ ਜਾਂਦਾ ਆ। ਕਿੰਨੀ ਮਹਾਨ ਗੱਲ ਆ ਇਹ। ਨਬੀ ਨੇ ਬੜੇ ਹੀ ਸਾਫ਼ ਤੇ ਸਪਸ਼ਟ ਤਰੀਕੇ ਨਾਲ ਇਸ ਗੱਲਾਂ ਨੂੰ ਸਮਝਾਇਆ ਹੈ ਵੀ ਯੀਸ਼ੂ ਮਸੀਹ ਕਿੱਦਾਂ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਦਰਵਾਜ਼ਾ ਆ। ਜਿੱਦਾਂ ਇੱਕ ਆਮ ਅਯਾਲੀ ਹੁੰਦਾ ਆ, ਉਹ ਕੀ ਕਰਦਾ? ਆਪਣੀ ਭੇਡਾਂ ਦੀ ਰੱਖਿਆ ਕਰਦਾ ਦਰਵਾਜ਼ੇ 'ਚ ਲੇਟ ਕੇ। ਇਸੇ ਤਰ੍ਹਾਂ ਯੀਸ਼ੂ ਮਸੀਹ ਆਪਣੇ ਲੋਕਾਂ ਦੀ ਰੱਖਿਆ ਕਰ ਰਿਹਾ ਹੈ। ਠੀਕ ਹੈ ਨਾ? ਕੋਈ ਫਰਕ ਨਹੀਂ ਪੈਂਦਾ ਕੀ ਹੈ, ਸਭ ਕੁਝ ਚਰਵਾਹੇ ਦੁਆਰਾ ਹੋ ਕੇ ਆਉਣਾ ਪਵੇਗਾ। ਕਹਿੰਦਾ ਸਭ ਕੁਝ ਚਰਵਾਹੇ ਦੁਆਰਾ ਹੀ ਹੋ ਕੇ ਆਉਣਾ ਪਵੇਗਾ। ਜੇ ਇਹ ਬਿਮਾਰੀ ਹੈ ਤਾਂ ਇਹ ਤੁਹਾਡੇ ਸੁਧਾਰ ਲਈ ਹੋ ਸਕਦੀ ਹੈ। ਨਬੀ ਕਹਿੰਦਾ ਜੇ ਤੁਹਾਡੇ ਉੱਪਰ ਬਿਮਾਰੀ ਪੈ ਗਈ ਆ, ਇੱਕ ਭੇਡ ਦੇ ਉੱਪਰ ਕੋਈ ਬਿਮਾਰੀ ਆ ਗਈ ਆ, ਇੱਕ ਵਿਸ਼ਵਾਸੀ ਦੇ ਉੱਪਰ ਇੱਕ ਬਿਮਾਰੀ ਆ ਗਈ ਆ, ਇਹ ਤੁਹਾਡੇ ਸੁਧਾਰ ਵਾਸਤੇ ਆ। ਪ੍ਰਭੂ ਜਾਣ ਬੁੱਝ ਕੇ ਇਸ ਬਿਮਾਰੀ ਨੂੰ ਆਣ ਦੇ ਰਿਹਾ ਹੈ। ਠੀਕ ਹੈ ਨਾ? ਤੁਹਾਡੇ ਸੁਧਾਰ ਵਾਸਤੇ ਹੈ। ਪ੍ਰਭੂ ਤੁਹਾਨੂੰ ਸੁਧਾਰਨਾ ਚਾਹੁੰਦਾ ਹੈ। ਇਹ ਦੁਸ਼ਮਣ ਦੇ ਵਿਰੁੱਧ ਗਵਾਹੀ ਦੇਣ ਲਈ ਹੋ ਸਕਦਾ ਹੈ। ਕਹਿੰਦਾ ਦੁਸ਼ਮਣ ਦੇ ਵਿਰੁੱਧ ਗਵਾਹੀ ਦੇਣ ਲਈ ਵੀ ਹੋ ਸਕਦਾ ਹੈ ਵੀ ਤੁਸੀਂ ਆਪਣੇ ਦੁਸ਼ਮਣਾਂ ਨੂੰ ਗਵਾਹੀ ਦਵੋ ਵੀ ਮੈਂ ਬਿਮਾਰ ਸੀ ਤੇ ਪ੍ਰਭੂ ਯੀਸ਼ੂ ਮਸੀਹ ਨੇ ਮੈਨੂੰ ਆਪਣੇ ਲਹੂ ਦੁਆਰਾ ਸ਼ਿਫਾ ਦੇ ਦਿੱਤੀ ਹੈ। ਇਸ ਕਰਕੇ ਕਈ ਵਾਰੀ ਕੁਝ ਦੁੱਖ, ਪਰੇਸ਼ਾਨੀ, ਬਿਮਾਰੀਆਂ ਪ੍ਰਭੂ ਆਣ ਦਿੰਦਾ ਹੈ। ਠੀਕ ਹੈ ਨਾ? ਆਣ ਦਿੰਦਾ, ਖੁਦ ਆਣ ਦਿੰਦਾ ਹੈ। ਉਹ ਦੁਸ਼ਮਣ ਦੇ ਵਿਰੁੱਧ ਗਵਾਹੀ ਦੇਣ ਲਈ ਹੋ ਸਕਦਾ ਹੈ। ਇਹ ਮਸੀਹ ਦੇ ਨਾਮ ਵਿੱਚ ਉੱਚਾ ਉਠਾਉਣ ਲਈ ਹੋ ਸਕਦਾ ਹੈ। ਪਰ ਤੁਹਾਡੇ ਕੋਲ ਕੁਝ ਵੀ ਨਹੀਂ ਆ ਸਕਦਾ ਸਿਵਾਏ ਉਸਦੇ ਜਿਸ ਨੂੰ ਉਹ ਆਉਣ ਦੀ ਇਜਾਜ਼ਤ ਦਿੰਦਾ ਹੈ। ਕਹਿੰਦਾ ਜਿਹਨੂੰ ਇਜਾਜ਼ਤ ਦਵੇ ਆਉਣ ਦੀ। ਹੁਣ ਯੀਸ਼ੂ ਮਸੀਹ ਕਹਿੰਦਾ ਦਰਵਾਜ਼ਾ ਮੈਂ ਆ। ਫਿਰ ਇੱਕ ਪਾਸੇ ਕਹਿ ਰਿਹਾ ਵੀ ਤੁਹਾਡੇ ਉੱਪਰ ਬਿਮਾਰੀ ਆ ਰਹੀ ਹੈ। ਉਹ ਕਹਿੰਦਾ ਖੁਦਾ ਇਜਾਜ਼ਤ ਦਿੰਦਾ ਆ ਬਿਮਾਰੀ ਨੂੰ ਆਉਣ ਦੇ ਲਈ। ਤੁਹਾਡੇ ਉੱਪਰ ਤੰਗੀਆਂ, ਮੁਸੀਬਤਾਂ ਖੁਦ ਖੁਦਾ ਲੈ ਕੇ ਆਉਂਦਾ ਤਾਂ ਕਿ ਤੁਹਾਡੀ ਪਰਖ ਹੋ ਸਕੇ, ਤੁਸੀਂ ਗਵਾਹ ਠਹਿਰ ਸਕੋ, ਤੁਸੀਂ ਇਹ ਕਹਿ ਸਕੋ ਲੋਕਾਂ ਸਾਹਮਣੇ ਵੀ ਮੈਨੂੰ ਪ੍ਰਭੂ ਨੇ ਸ਼ਿਫਾ ਦਿੱਤੀ ਆ। ਇਹ ਗੱਲ ਪ੍ਰਭੂ ਯੀਸ਼ੂ ਮਸੀਹ ਕਹਿ ਰਿਹਾ ਹੈ। ਉਹ ਖੁਦ ਬਿਮਾਰੀ ਨੂੰ ਆਣ ਦਿੰਦਾ ਹੈ। ਅਯੂਬ ਨਬੀ ਦੇ ਕੋਲ ਸ਼ੈਤਾਨ ਨੂੰ ਕਿਹਨੇ ਭੇਜਿਆ ਸੀਗਾ? ਕਿ ਸ਼ੈਤਾਨ ਦੀ ਹਿੰਮਤ ਸੀ ਵੀ ਅਯੂਬ ਨਬੀ ਨੂੰ ਛੂ ਵੀ ਲਵੇ, ਲੇਕਿਨ ਖੁਦ ਸਾਡੇ ਖੁਦਾਬੰਦ ਪ੍ਰਭੂ ਯੀਸ਼ੂ ਮਸੀਹ ਨੇ ਉਹਨੂੰ ਆਗਿਆ ਦਿੱਤੀ ਸੀ ਵੀ ਜਾ ਅਤੇ ਪਰਖ ਮੇਰੇ ਬੰਦੇ ਨੂੰ। ਉਹ ਕਹਿੰਦਾ ਪਰਖ ਲੈ ਮੇਰੇ ਬੰਦੇ ਨੂੰ, ਮੇਰਾ ਵਿਸ਼ਵਾਸੀ ਜਾਨਣਾ, ਪਰਖ ਲੈ ਇਹਨੂੰ। ਤੂੰ ਜੋ ਮਰਜ਼ੀ ਕਰ ਲਾ, ਇਹ ਮੇਰੇ ਖਿਲਾਫ ਕਦੇ ਵੀ ਬੁੜਬੁੜਾਏਗਾ ਨਹੀਂ। ਤੇ ਸ਼ੈਤਾਨ ਨੇ ਉਹਦੇ ਬੱਚੇ ਮਾਰ ਦਿੱਤੇ, ਉਹਦੇ ਉੱਪਰ ਤੰਗੀਆਂ, ਮੁਸੀਬਤਾਂ ਲਿਆਂਦੀਆਂ, ਸਭ ਕੁਝ ਉਹਦਾ ਖਤਮ ਕਰ ਦਿੱਤਾ। ਫਿਰ ਵੀ ਉਹਨੇ ਖੁਦਾ ਦੀ ਮਹਿਮਾ ਕੀਤੀ। ਇਹ ਵਿਸ਼ਵਾਸੀ ਦੀ ਨਿਸ਼ਾਨੀ ਹੁੰਦੀ ਆ। ਬੜੇ ਧਿਆਨ ਨਾਲ ਵਚਨ ਨੂੰ ਸੁਣਨਾ। ਇਹ ਕੀ ਹੁੰਦੀ ਆ? ਵਿਸ਼ਵਾਸੀ ਦੀ ਨਿਸ਼ਾਨੀ ਹੁੰਦੀ ਆ। ਕਿਉਂਕਿ ਅੱਜ ਤੁਹਾਨੂੰ ਮੈਂ ਸਮਝਾ ਰਿਹਾ ਭੇਡਾਂ ਤੇ ਵਿਸ਼ਵਾਸੀਆਂ ਦੇ ਵਿੱਚ ਫਰਕ ਕੀ ਆ, ਕਿੱਦਾਂ ਤੁਲਨਾ ਕੀਤੀ ਗਈ ਆ ਭੇਡਾਂ ਦੀ ਵਿਸ਼ਵਾਸੀਆਂ ਦੇ ਨਾਲ। ਦੋਨਾਂ ਵਿੱਚ ਕਿੱਦਾਂ ਦੱਸਿਆ ਗਿਆ ਵੀ ਭੇਡ ਕਿੱਦਾਂ ਦਾ ਸੁਭਾਅ ਹੁੰਦਾ ਆ ਤੇ ਇੱਕ ਵਿਸ਼ਵਾਸੀ ਬੰਦੇ ਦਾ, ਇੱਕ ਭੈਣ ਭਾਈ ਦਾ ਸੁਭਾਅ ਕਿੱਦਾਂ ਦਾ ਹੁੰਦਾ। ਦੋਨਾਂ ਨੂੰ ਜੋੜਿਆ ਗਿਆ ਆ। ਨਬੀ ਨੇ ਇਸ ਗੱਲਾਂ ਨੂੰ ਸਪਸ਼ਟ ਕੀਤਾ ਹੈ ਵੀ ਤੁਸੀਂ ਇੱਕ ਭੇਡ ਦੇ ਵਰਗੂ ਹੋ, ਤੁਸੀਂ ਆਪਣੀ ਗਵਾਹੀ ਖੁਦ ਨਹੀਂ ਕਰ ਸਕਦੇ। ਉਹ ਸਮਝਾ ਰਿਹਾ ਆ। ਉਸਨੇ ਕਿਹਾ ਉਹ ਸਾਰੇ ਜਿਹੜੇ ਆਉਂਦੇ ਹਨ ਉਹ ਡਾਕੂ ਹਨ। ਜੋ ਵੀ ਉਸ ਕੋਲ ਆਉਂਦਾ ਹੈ, ਜੇ ਤੁਹਾਨੂੰ ਲੈਣ ਦੀ ਕੋਸ਼ਿਸ਼ ਕਰਦਾ ਹੈ, ਤੁਹਾਨੂੰ ਉਸਦੇ ਵਾੜੇ ਵਿੱਚੋਂ ਕੱਢ ਕੇ ਲਿਜਾਣ ਦੀ ਕੋਸ਼ਿਸ਼ ਕਰਦਾ ਹੈ, ਉਹ ਡਾਕੂ ਹੈ, ਦੁਸ਼ਟ ਹੈ। ਉਹ ਤੁਹਾਨੂੰ ਆਪਣੇ ਵਾੜੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਨ, ਪਰ ਉਹ ਤੁਹਾਨੂੰ ਨਹੀਂ ਲੈ ਸਕਦੇ। ਹੁਣ ਕਈ ਵਾਰ ਵੱਡੀਆਂ ਵੱਡੀਆਂ ਮੁਸੀਬਤਾਂ, ਪਰੇਸ਼ਾਨੀਆਂ ਸ਼ੈਤਾਨ ਕਰਦਾ ਵੀ ਮੈਂ ਇਸ ਬੰਦੇ ਨੂੰ ਵਚਨ ਚੋਂ ਸਿੱਟ ਦਵਾਂ, ਲੇਕਿਨ ਜੇ ਤੁਸੀਂ ਵਾੜੇ ਦੇ ਵਿੱਚ ਹੋ, ਨਬੀ ਕਹਿ ਰਿਹਾ ਜਿੱਦਾਂ ਇੱਕ ਭੇਡ ਵਾੜੇ ਵਿੱਚ ਰਹਿੰਦੀ ਆ ਤੇ ਉਹਦੀ ਜ਼ਿੰਮੇਵਾਰੀ, ਉਹਦੀ ਰਿਸਪੌਂਸਿਬਿਲਟੀ ਕਿਹਦੀ ਹੁੰਦੀ ਆ? ਚਰਵਾਹੇ ਦੀ। ਇਸੇ ਤਰ੍ਹਾਂ ਜੇ ਤੁਸੀਂ ਖੁਦਾ ਦੇ ਦਾਇਰੇ ਵਿੱਚ ਹੋ, ਉਹਦੇ ਬਾੜੇ ਵਿੱਚ ਹੋ, ਤੇ ਤੁਹਾਡੀ ਰਿਸਪੌਂਸਿਬਿਲਟੀ ਪ੍ਰਭੂ ਯੀਸ਼ੂ ਮਸੀਹ ਦੀ ਬਣਦੀ ਆ। ਫਿਰ ਤੁਹਾਨੂੰ ਉਹ ਖੁਦ ਆਪ ਬਚਾਵੇਗਾ। ਲੇਕਿਨ ਸ਼ਰਤ ਇਹ ਆ ਤੁਹਾਡਾ ਦਾਇਰਾ ਕਾਹਦੇ ਅੰਦਰ ਹੋਣਾ ਚਾਹੀਦਾ? ਬਾੜੇ ਦੇ ਅੰਦਰ ਤੁਹਾਡਾ ਦਾਇਰਾ ਹੋਣਾ ਚਾਹੀਦਾ। ਤੁਸੀਂ ਵਚਨ ਤੋਂ ਬਾਹਰ ਨਹੀਂ ਹੋਣੇ ਚਾਹੀਦੇ। ਫਿਰ ਖੁਦਾ ਨੇ ਤੁਹਾਨੂੰ ਬਚਾਉਣਾ ਹੈ। ਜੇ ਤੁਸੀਂ ਬਾੜੇ ਤੋਂ ਬਾਹਰ ਚਲੇ ਗਏ ਤੇ ਜ਼ਰੂਰ ਹੈ ਤੁਹਾਨੂੰ ਬਗਿਆੜ ਲੈ ਜਾਵੇ, ਫਿਰ ਕੋਈ ਸ਼ੇਰ ਤੁਹਾਨੂੰ ਚੁੱਕ ਕੇ ਲੈ ਜਾਵੇ। ਲੇਕਿਨ ਜੇ ਤੁਸੀਂ ਬਾੜੇ ਦੇ ਵਿੱਚੋਂ ਦੇ ਵਚਨ ਦੇ ਵਿੱਚ ਹੋ ਤੇ ਕੋਈ ਸ਼ੈਤਾਨ ਦੀ ਸ਼ਕਤੀ ਤੁਹਾਡਾ ਕੁਝ ਵਿਗਾੜ ਨਹੀਂ ਸਕਦੀ। ਨਬੀ ਇਸ ਗੱਲ ਨੂੰ ਸਪਸ਼ਟ ਤੇ ਕਲੀਅਰ ਸਮਝਾ ਰਿਹਾ ਹੈ। ਅੱਜ ਲੋਕ ਕਹਿੰਦੇ ਅਸੀਂ ਠੀਕ ਨਹੀਂ ਹੁੰਦੇ, ਸਾਡੇ ਤੇ ਬਿਮਾਰੀਆਂ ਆ ਗਈਆਂ, ਸਾਡੇ ਤੇ ਪਰੇਸ਼ਾਨੀਆਂ ਆ ਗਈਆਂ। ਇਹ ਖੁਦਾ ਲਿਆ ਰਿਹਾ ਆ ਤਾਂ ਕਿ ਤੁਹਾਨੂੰ ਸੁਧਾਰ ਕਰੇ, ਤੁਹਾਨੂੰ ਵਿਸ਼ਵਾਸੀ ਬਣਾ ਸਕੇ ਪੂਰੀ ਤਰ੍ਹਾਂ। ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ, ਤੁਸੀਂ ਵਚਨ ਤੋਂ ਭੱਜਦੇ ਹੋ, ਤੇ ਫਿਰ
ਖੁਦਾ ਹੋਰ ਵੀ ਕੁਝ ਕਰਦਾ, ਮੈਂ ਤੁਹਾਨੂੰ ਅੱਗੇ ਸਮਝਾਉਂਗਾ ਖੁਦਾ ਕੀ ਕਰਦਾ ਇੱਕ ਵਿਸ਼ਵਾਸੀ ਨਾਲ। ਜਦੋਂ ਇੱਕ ਵਿਸ਼ਵਾਸੀ ਸੁਧਰਦਾ ਨਹੀਂ ਆ ਤੇ ਖੁਦਾ ਫਿਰ ਕੀ ਕਰਦਾ ਆ। ਮੈਨੂੰ ਬਸ ਮੈਂ ਇਸ ਬਾਰੇ ਦੱਸਣਾ ਪਸੰਦ ਕਰਦਾ ਹਾਂ। ਕੁਝ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕਦਾ ਜੇਕਰ ਤੁਸੀਂ ਖੁਦਾ ਦੇ ਭੇਡਾਂ ਵਾਲੇ ਬਾੜੇ ਵਿੱਚ ਹੋ। ਹੁਣ ਨਬੀ ਕਹਿੰਦਾ ਜੇ ਤੁਸੀਂ ਖੁਦਾ ਦੇ ਭੇਡਾਂ ਵਾਲੇ ਬਾੜੇ ਵਿੱਚ ਹੋ ਤੇ ਕੋਈ ਵੀ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਫਿਰ ਕਰ ਸਕਦਾ। ਜੇ ਤੁਹਾਨੂੰ ਕੋਈ ਤੰਗੀ ਮੁਸੀਬਤ ਆਂਦੀ ਫਿਰ ਉਹਦਾ ਜ਼ਿੰਮੇਵਾਰ ਕੌਣ ਆ? ਖੁਦ ਚਰਵਾਹਾ, ਉਹ ਅਯਾਲੀ, ਉਹ ਪ੍ਰਭੂ ਯੀਸ਼ੂ ਮਸੀਹ ਉਹਦਾ ਜ਼ਿੰਮੇਵਾਰ ਆ। ਠੀਕ ਹੈ ਨਾ। ਲੇਕਿਨ ਸ਼ਰਤ ਕੀ ਆ? ਤੁਸੀਂ ਵਚਨ ਦੇ ਦਾਇਰੇ ਵਿੱਚ ਰਹੋ ਬਸ। ਜੇ ਕੋਈ ਬੰਦਾ ਵਚਨ ਦੇ ਦਾਇਰੇ ਤੋਂ ਬਾਹਰ ਜਾਂਦਾ ਫਿਰ ਉਹ ਨਾਰਮਲ ਜੀ ਗੱਲ ਆ, ਮੁਸੀਬਤ ਵਿੱਚ ਪਵੇਗਾ। ਲੋਕੀ ਕਹਿੰਦੇ ਅਸੀਂ ਮੁਸੀਬਤ 'ਚ ਪੈ ਗਏ। ਮੁਸੀਬਤ 'ਚ ਪਏ ਕਿਉਂ? ਪਹਿਲਾਂ ਆਪਣਾ ਜੀਵਨ ਚੈੱਕ ਕਰੋ ਵੀ ਤੁਸੀਂ ਮੁਸੀਬਤਾਂ ਪਰੇਸ਼ਾਨੀਆਂ 'ਚ ਪੈਂਦੇ ਕਿਉਂ ਹੋ? ਕਿਉਂਕਿ ਤੁਸੀਂ ਵਚਨ ਦੇ ਵਾੜੇ 'ਚੋਂ ਬਾਹਰ ਚਲੇ ਗਏ। ਖੁਦਾ ਨੇ ਤੁਹਾਨੂੰ ਕਿਹਾ ਵਚਨ ਦੇ ਵਿੱਚ ਰਹੋ, ਤੁਸੀਂ ਵਚਨ ਦੇ ਵਾੜੇ ਵਿੱਚੋਂ ਬਾਹਰ ਚਲੇ ਜਾਂਦੇ ਹੋ। ਇਸ ਕਰਕੇ ਤੰਗੀਆਂ ਮੁਸੀਬਤਾਂ ਆਉਂਦੀਆਂ ਹਨ। ਇਸ ਕਰਕੇ ਨਬੀ ਕਹਿੰਦਾ ਤੁਸੀਂ ਖੁਦਾ ਦੇ ਭੇਡਾਂ ਵਾਲੇ ਵਾੜੇ ਵਿੱਚ ਹੋ, ਤੁਹਾਨੂੰ ਕੋਈ ਵੀ ਤੰਗ ਪਰੇਸ਼ਾਨ ਨਹੀਂ ਕਰ ਸਕਦਾ, ਕਿਉਂਕਿ ਉਹ ਆਪ ਦਰਵਾਜ਼ਾ ਹੈ, ਹੋਰ ਕੋਈ ਰਸਤਾ ਨਹੀਂ ਹੈ। ਹਰ ਚੀਜ਼ ਨੂੰ ਉਸ ਦੁਆਰਾ ਇਜਾਜ਼ਤ ਲੈਣੀ ਪੈਣੀ ਹੈ। ਜੇ ਕੋਈ ਬਿਮਾਰੀ ਨੇ ਆਣਾ ਆ, ਕੋਈ ਦਿੱਕਤ ਪਰੇਸ਼ਾਨੀ ਨੇ ਆਣਾ, ਹੋ ਸਕਦਾ ਮੌਤ ਵੀ ਤੁਹਾਡੇ ਉੱਪਰ ਆਵੇ, ਉਹਨੂੰ ਵੀ ਇਜਾਜ਼ਤ ਲੈਣੀ ਪੈਣੀ ਹੈ ਪ੍ਰਭੂ ਯੀਸ਼ੂ ਮਸੀਹ ਕੋ ਵੀ ਮੈਂ ਹੁਣ ਇਹਦੇ ਕੋਲ ਜਾਵਾਂ ਕਿ ਨਾ ਜਾਵਾਂ। ਕਿਉਂਕਿ ਨਬੀ ਕਹਿੰਦਾ ਕੋਈ ਦੁਨੀਆ ਦੀ ਤਾਕਤ, ਕੋਈ ਬਿਮਾਰੀ ਤੁਹਾਨੂੰ ਮਾਰ ਨਹੀਂ ਸਕਦੀ ਜੇ ਪ੍ਰਭੂ ਨਾ ਚਾਹੇ ਤਾਂ, ਤੇ ਕੋਈ ਵੀ ਤੁਹਾਨੂੰ ਬਚਾ ਨਹੀਂ ਸਕਦਾ। ਜੇ ਪ੍ਰਭੂ ਨੇ ਤੁਹਾਨੂੰ ਆਪਣੇ ਕੋਲ ਬੁਲਾਣਾ, ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਜਿਹੜੇ ਮਰਜ਼ੀ ਡਾਕਟਰ ਕੋਲ ਭੱਜੋ ਤੁਸੀਂ, ਸਭ ਕੁਝ ਪ੍ਰਭੂ ਦੇ ਉੱਪਰ ਨਿਰਭਰ ਆ। ਇਸ ਕਰਕੇ ਨਬੀ ਕਹਿੰਦਾ ਤੁਹਾਨੂੰ ਭੇਡਾਂ ਵਾਂਗੂ ਗਿਣਿਆ ਗਿਆ ਹੈ। ਤੁਸੀਂ ਆਪਣੇ ਆਪ ਨੂੰ ਇੰਨਾ ਕੁ ਹਲੀਮ ਕਰ ਲਓ ਖੁਦਾ ਦੇ ਵਚਨ ਦੇ ਅੱਗੇ, ਕਹੋ ਪ੍ਰਭੂ ਜੀ ਮੇਰਾ ਜੀਵਨ ਤੈਨੂੰ ਸਮਰਪਿਤ ਹੈ, ਤੂੰ ਮੇਰੇ ਜੀਵਨ ਦੇ ਵਿੱਚ ਕੰਮ ਕਰ। ਲੇਕਿਨ ਜਦੋਂ ਬੰਦਾ ਇੱਕ ਵਿਸ਼ਵਾਸੀ ਕਹਿੰਦਾ ਨਾ ਵੀ ਮੈਂ ਖੁਦ ਫੈਸਲੇ ਕਰਾਂ, ਉਦੋਂ ਤੰਗੀਆਂ ਦੇ ਵਿੱਚ ਤੇ ਮੁਸੀਬਤਾਂ 'ਚ ਪੈਂਦਾ ਹੈ, ਉਦੋਂ ਉਹਨੂੰ ਤੰਗੀ ਮੁਸੀਬਤ ਪੈਂਦੀ ਹੈ। ਕਈ ਵਾਰ ਤੁਸੀਂ ਬਿਮਾਰ ਰਹਿੰਦੇ ਹੋ। ਨਬੀ ਕਹਿੰਦਾ ਮੈਂ ਬਿਮਾਰ ਕਿਉਂ ਹੁੰਦਾ ਹਾਂ? ਕੋਈ ਬੰਦਾ ਕਵੇ ਜੀ ਮੈਂ ਬਿਮਾਰ ਕਿਉਂ ਹੁੰਦਾ ਹਾਂ, ਨਬੀ ਇਸ ਗੱਲ ਨੂੰ ਸਮਝਾ ਰਿਹਾ ਉਸ ਦੀ ਮਹਿਮਾ ਦੇ ਲਈ ਬਿਮਾਰ ਹੋ ਸਕਦੇ ਹੋ ਤੁਸੀਂ। ਹੋ ਸਕਦਾ ਪ੍ਰਭੂ ਨੇ ਤੁਹਾਡੇ ਤੋਂ ਆਪਣੀ ਮਹਿਮਾ ਕਰਾਣੀ ਹੋਵੇ। ਕਈ ਵਾਰ ਜਦੋਂ ਅੰਨੇ ਆਦਮੀ ਕੋਲੋਂ ਦੀ ਲੰਘ ਰਹੇ ਸਨ ਤਾਂ ਚੇਲਿਆਂ ਨੇ ਕਿਹਾ ਕਿਸਨੇ ਪਾਪ ਕੀਤਾ? ਤੁਹਾਨੂੰ ਪਤਾ ਪ੍ਰਭੂ ਯੀਸ਼ੂ ਮਸੀਹ ਇੱਕ ਵਾਰ ਲੰਘ ਲਿਆ ਸੀਗਾ ਪ੍ਰਚਾਰ ਕਰਦਾ ਤੇ ਕੀ ਹੋਇਆ? ਉਹਦੇ ਚੇਲੇ ਕਹਿੰਦੇ ਕਿਸਨੇ ਪਾਪ ਕੀਤਾ? ਇਹ ਅੰਨਾ ਕਿਉਂ ਆ? ਇਸ ਆਦਮੀ ਦਾ ਜਿਸ ਦੇ ਮਾਤਾ ਪਿਤਾ ਨੇ ਪਾਪ ਕੀਤਾ ਹੈ। ਕਿਹਨੇ ਪਾਪ ਕੀਤਾ? ਅਤੇ ਯੀਸ਼ੂ ਨੇ ਕਿਹਾ ਇਸ ਮਾਮਲੇ ਵਿੱਚ ਨਾ ਤਾਂ ਉਸਨੇ ਪਾਪ ਕੀਤਾ, ਨਾ ਉਸਦੇ ਮਾਪਿਆਂ ਨੇ ਪਾਪ ਕੀਤਾ। ਇਹ ਇਸ ਲਈ ਹੋਇਆ ਵੀ ਖੁਦਾ ਦੇ ਕੰਮ ਪ੍ਰਗਟ ਹੋਣ। ਹੁਣ ਜੇ ਲੋਕ ਬਿਮਾਰ ਹੁੰਦੇ ਆ, ਖੁਦਾ ਕੋ ਆਂਦੇ ਆ, ਉਹ ਸ਼ਿਫਾ ਪਾਉਂਦੇ ਆ, ਤਾਂ ਹੀ ਕਹਿੰਦੇ ਆ ਵੀ ਸਾਡੇ ਤੇ ਪ੍ਰਭੂ ਨੇ ਦਇਆ ਕੀਤੀ ਆ। ਜੇ ਉਹ ਬਿਮਾਰ ਹੀ ਨਾ ਹੋਣ ਤੇ ਖੁਦਾ ਦੀ ਦਇਆ ਨੂੰ ਸਮਝ ਕਿੱਦਾਂ ਸਕਣਗੇ? ਫਿਰ ਜੇ ਤੁਸੀਂ ਬਿਮਾਰ ਹੁੰਦੇ ਤਾਂ ਹੀ ਤੁਸੀਂ ਖੁਦਾ ਦੇ ਉਸ ਦਇਆ ਨੂੰ ਸਮਝ ਪਾਉਂਦੇ ਹੋ ਵੀ ਖੁਦਾ ਨੇ ਲਹੂ ਬਹਾਇਆ ਕਿਉਂ ਸੀਗਾ। ਤੁਹਾਡੇ ਪਾਪਾਂ ਦੇ ਲਈ ਉਹਨੇ ਲਹੂ ਬਹਾਇਆ, ਤੁਹਾਡੀ ਬਿਮਾਰੀਆਂ ਦੇ ਲਈ ਉਹਨੇ ਲਹੂ ਬਹਾਇਆ। ਇਸ ਕਰਕੇ ਕਈ ਵਾਰੀ ਬਿਮਾਰੀ ਤੁਹਾਡੇ ਉੱਪਰ ਆਉਂਦੀ ਤਾਂ ਕਿ ਉਸ ਚੀਜ਼ ਨੂੰ ਤੁਸੀਂ ਸਮਝ ਸਕੋ ਵੀ ਕਿਉਂ ਤੁਸੀਂ ਬਿਮਾਰ ਹੁੰਦੇ ਹੋ। ਠੀਕ ਹੈ ਨਾ। ਤੁਸੀਂ ਜਾਣਦੇ ਹੋ ਇੱਥੇ ਬਹੁਤ ਸਾਰਾ ਭੇਡਾਂ ਦਾ ਭੋਜਨ ਹੈ, ਬਹੁਤ ਸਾਰਾ ਅਜਿਹਾ ਭੋਜਨ ਹੈ ਜੋ ਤੁਸੀਂ ਆਪਣੀਆਂ ਭੇਡਾਂ ਨੂੰ ਦਿੰਦੇ ਹੋ ਜੋ ਉਹਨਾਂ ਨੂੰ ਮਾਰ ਦੇਣਗੀਆਂ। ਅਤੇ ਮੈਂ ਬਹੁਤ ਖੁਸ਼ ਹਾਂ ਕਿ ਖੁਦਾ ਨੇ ਬਹੁਤ ਧਿਆਨ ਰੱਖਿਆ ਕਿ ਉਸਦੀ ਭੇਡਾਂ ਨੂੰ ਸਹੀ ਕਿਸਮ ਦਾ ਅਯਾਲੀ ਮਿਲੇ। ਜੇ ਇੱਕ ਅਯਾਲੀ ਆ ਜਿਹੜਾ ਸਹੀ ਨਾ ਮਿਲੇ ਤੇ ਉਹ ਆਪਣੀ ਭੇਡਾਂ ਨੂੰ ਮਾਰ ਸਕਦਾ ਹੈ। ਲੇਕਿਨ ਨਬੀ ਕਹਿੰਦਾ ਜੇ ਇੱਕ ਸੱਚਾ ਅਯਾਲੀ ਆ ਤੇ ਉਹਨੂੰ ਪਤਾ ਆ ਵੀ ਉਹ ਆਪਣੀ ਭੇਡਾਂ ਨੂੰ ਕਿਵੇਂ ਚਰਾਵੇਗਾ। ਤੇ ਉਹ ਸੱਚਾ ਅਯਾਲੀ ਹੈ ਕੌਣ? ਉਹਦਾ ਨਾਮ ਵੀ ਪਤਾ ਹੋਣਾ ਚਾਹੀਦਾ। ਉਹ ਸਾਡਾ ਪ੍ਰਭੂ ਯੀਸ਼ੂ ਮਸੀਹ ਹੈ, ਸੱਚਾ ਅਯਾਲੀ, ਜਿਹੜਾ ਆਪਣੀ ਭੇਡਾਂ ਨੂੰ ਕੀ ਕਰ ਰਿਹਾ? ਚਾਰ ਰਿਹਾ ਆ। ਕਾਹਦੇ ਨਾਲ? ਵਚਨ ਦੇ ਦੁਆਰਾ। ਨਬੀ ਕਹਿੰਦਾ ਇਹ ਖੁਦਾ ਦਾ ਵਚਨ ਹੈ। ਕੀ ਤੁਸੀਂ ਜਾਣਦੇ ਹੋ ਕਿ ਭੇਡਾਂ ਦਾ ਭੋਜਨ ਕੀ ਹੈ? ਭੇਡਾਂ ਦਾ ਭੋਜਨ ਕੀ ਹੁੰਦਾ? ਕੀ ਤੁਹਾਨੂੰ ਪਤਾ ਹੈ? ਇੱਕ ਵਿਸ਼ਵਾਸੀ ਦਾ ਭੋਜਨ ਕੀ ਹੁੰਦਾ ਆ? ਬਰਕਤਾਂ, ਆਸ਼ੀਸ਼ਾਂ, ਪੈਸਾ, ਧਨ ਦੌਲਤ ਨਹੀਂ। ਖੁਦਾ ਦਾ ਵਚਨ ਉਹਦਾ ਅਸਲੀ ਭੋਜਨ ਆ। ਇੱਕ ਵਿਸ਼ਵਾਸੀ ਬੰਦੇ ਦਾ ਅਸਲੀ ਭੋਜਨ ਖੁਦਾ ਦਾ ਵਚਨ ਹੈ। ਤੁਸੀਂ ਉਹਦਾ ਵਚਨ ਖਾਓਗੇ ਤੇ ਹਮੇਸ਼ਾ ਨਰੋਏ ਰਹੋਗੇ। ਜੇ ਤੁਸੀਂ ਉਹਦਾ ਵਚਨ ਖਾਣ ਤੋਂ ਇਨਕਾਰ ਕਰੋਗੇ ਤੇ ਹੋ ਸਕਦਾ ਤੁਸੀਂ ਬਿਮਾਰੀਆਂ, ਪਰੇਸ਼ਾਨੀਆਂ ਵਿੱਚ ਪਵੋ। ਠੀਕ ਹੈ ਨਾ। ਇਸ ਕਰਕੇ ਹਮੇਸ਼ਾ ਹੀ ਖੁਦਾ ਦੇ ਵਚਨ ਦੀ ਗੱਲਾਂ ਨੂੰ ਮੰਨਣਾ ਵੀ ਖੁਦਾ ਦਾ ਵਚਨ ਕੀ ਕਹਿੰਦਾ ਹੈ। ਹੁਣ ਉਸਨੇ ਕਿਹਾ ਕਿ ਸੱਚਾ ਅਯਾਲੀ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ।
ਨਬੀ ਕਹਿੰਦਾ ਸੱਚਾ ਅਯਾਲੀ ਕੀ ਕਰਦਾ, ਭੇਡਾਂ ਦੇ ਲਈ ਆਪਣੀ ਜਾਨ ਦਿੰਦਾ ਆ। ਪਾੜੇ ਦਾ ਚਰਵਾਹਾ ਨਹੀਂ ਸੁਣੇਗਾ। ਜਿਹੜਾ ਪਾੜੇ ਦਾ ਚਰਵਾਹਾ ਹੁੰਦਾ ਉਹ ਕਦੇ ਵੀ ਤੁਹਾਡੀ ਗੱਲ ਨੂੰ ਸੁਣੇਗਾ ਨਹੀਂ, ਉਹ ਭੇਡਾਂ ਨੂੰ ਛੱਡ ਕੇ ਭੱਜ ਜਾਵੇਗਾ। ਪਰ ਸੱਚਾ ਅਯਾਲੀ ਭੇਡਾਂ ਦੇ ਨਾਲ ਬੜਿਆ ਰਹਿੰਦਾ ਹੈ। ਅਤੇ ਮੈਂ ਬਹੁਤ ਖੁਸ਼ ਹਾਂ ਕਿ ਉਸਨੇ ਇਹ ਸ਼ਬਦ ਕਹੇ, ਵੇਖੋ ਮੈਂ ਯੁੱਗ ਦੇ ਅੰਤ ਤੀਕਰ ਤੁਹਾਡੇ ਨਾਲ ਹਾਂ। ਹੁਣ ਯਿਸੂ ਮਸੀਹ ਨੇ ਕੀ ਕਿਹਾ ਸੀਗਾ? ਜਿਹੜਾ ਅੱਛਾ ਨਬੀ ਕਹਿੰਦਾ ਜਿਹੜਾ ਅੱਛਾ ਅਯਾਲੀ ਹੁੰਦਾ ਉਹ ਹਮੇਸ਼ਾ ਆਪਣੀ ਭੇਡਾਂ ਨੂੰ ਕੀ ਕਰਦਾ ਹੈ, ਬਚਾ ਕੇ ਰੱਖਦਾ ਆ, ਉਹ ਛੱਡ ਕੇ ਨਹੀਂ ਭੱਜਦਾ। ਯਿਸੂ ਮਸੀਹ ਜਦੋਂ ਇਸ ਧਰਤੀ ਤੋਂ ਗਿਆ ਉਹਨੇ ਕੀ ਕਿਹਾ ਸੀ ਆਪਣੇ ਚੇਲਿਆਂ ਨੂੰ? ਮੈਂ ਸदैव ਤੁਹਾਡੇ ਨਾਲ ਰਵਾਂਗਾ। ਤੇ ਕੀ ਅੱਜ ਪ੍ਰਭੂ ਯਿਸੂ ਮਸੀਹ ਦਾ ਇਹ ਵਾਅਦਾ ਸਾਡੇ ਨਾਲ ਪੂਰਾ ਨਹੀਂ ਹੋ ਰਿਹਾ? ਉਹ ਹਮੇਸ਼ਾ ਤੋਂ ਸਾਡੇ ਨਾਲ ਹੈ। ਉਹਦਾ ਪਵਿੱਤਰ ਆਤਮਾ ਸਾਡੇ ਨਾਲ ਆ। ਉਹਦਾ ਪਵਿੱਤਰ ਆਤਮਾ ਹੀ ਸਾਨੂੰ ਸਿਖਾਉਂਦਾ ਆ ਵੀ ਅਸੀਂ ਕਿੱਦਾਂ ਮਸੀਹ ਭੋਜਨ ਨੂੰ ਖਾਣਾ ਆ। ਉਸਨੇ ਇਹ ਸ਼ਬਦ ਕਹੇ, ਮੈਂ ਯੁੱਗ ਦੇ ਅੰਦਰ ਤੱਕ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਹਾਂ। ਜਿੰਨਾ ਚਿਰ ਖੁਦਾ ਕੋਲ ਇੱਕ ਭੇਡ ਹੈ, ਖੁਦਾ ਨੇ ਉਸ ਭੇਡ ਦੀ ਅਗਵਾਈ ਕਰਨ ਲਈ ਇੱਕ ਚਰਵਾਹਾ ਰੱਖਿਆ ਹੈ। ਕਹਿੰਦਾ ਜੇ ਖੁਦਾ ਕੋਲ ਇੱਕ ਭੇਡ ਆ ਤੇ ਉਹਦਾ ਚਰਵਾਹਾ, ਉਹਦੀ ਅਗਵਾਈ ਕਰਨ ਲਈ ਇੱਕ ਚਰਵਾਹਾ ਵੀ ਰੱਖਿਆ ਹੁੰਦਾ ਉਹਨੇ, ਇੱਕ ਸੇਵਕ ਵੀ ਰੱਖਿਆ ਹੁੰਦਾ ਉਹਨੇ। ਕਿਉਂਕਿ ਤੁਸੀਂ ਸਭ ਕੀ ਹੋ? ਖੁਦਾ ਦੀ ਭੇਡਾਂ ਹੋ। ਤੇ ਖੁਦਾ ਆਪਣੀਆਂ ਭੇਡਾਂ ਨੂੰ ਇਦਾਂ ਨਹੀਂ ਛੱਡਦਾ। ਉਹਨੇ ਇੱਕ ਚਰਵਾਹਾ ਰੱਖਿਆ ਹੁੰਦਾ ਆ ਜਿਹੜਾ ਉਹਨਾਂ ਦੀ ਕੀ ਕਰੇ? ਅਗਵਾਈ ਕਰੇ। ਉਹ ਚਰਵਾਹਾ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਇੱਕ ਸੇਵਕ ਹੁੰਦਾ ਆ ਜਿਹੜਾ ਕੀ ਕਰਦਾ? ਤੁਹਾਡੀ ਅਗਵਾਈ ਕਰਦਾ ਆ। ਸਾਨੂੰ ਕਿੰਨੇ ਪ੍ਰਸੰਨ ਹੋਣਾ ਚਾਹੀਦਾ ਹੈ ਖੁਦਾ ਦੀਆਂ ਭੇਡਾਂ ਜਿਨ੍ਹਾਂ ਦੀ ਅਗਵਾਈ ਖੁਦਾ ਦਾ ਚਰਵਾਹਾ ਕਰਦਾ ਹੈ। ਕਹਿੰਦਾ ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਵੀ ਉਹਨਾਂ ਭੇਡਾਂ ਦੀ ਅਗਵਾਈ ਕੀ ਕੌਣ ਕਰਦਾ ਆ? ਖੁਦਾ ਦਾ ਇੱਕ ਚਰਵਾਹਾ ਉਹਨਾਂ ਦੀ ਅਗਵਾਈ ਕਰਦਾ ਹੈ, ਉਹਨਾਂ ਨੂੰ ਸੰਭਾਲ ਕੇ ਰੱਖਦਾ ਹੈ। ਕਿੰਨੀ ਮਹਾਨ ਗੱਲ ਆ। ਹੁਣ ਯਿਸੂ ਮਸੀਹ ਨੇ ਕਿਹਾ ਸੀਗਾ ਥੋੜੇ ਚਿਰ ਪਿੱਛੋਂ ਸੰਸਾਰ ਮੈਨੂੰ ਨਾ ਵੇਖੇਗਾ ਪਰ ਤੁਸੀਂ ਮੈਨੂੰ ਵੇਖੋਗੇ। ਉਹਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਵੀ ਥੋੜੇ ਚਿਰ ਪਿੱਛੋਂ ਸੰਸਾਰ ਮੈਨੂੰ ਵੇਖੂਗਾ ਨਹੀਂ, ਕਿਉਂਕਿ ਮੈਂ ਤਾਂ ਜਾ ਰਿਹਾ ਜਿੱਥੋਂ ਆਇਆ ਸੀਗਾ, ਲੇਕਿਨ ਤੁਸੀਂ ਮੈਨੂੰ ਵੇਖੋਗੇ। ਕਿੱਦਾਂ? ਵਚਨ ਦੇ ਦੁਆਰਾ। ਕਹਿੰਦਾ ਤੁਸੀਂ ਮੈਨੂੰ ਵੇਖੋਗੇ, ਇੱਕ ਦੂਜੇ ਦੇ ਵਿੱਚ ਤੁਸੀਂ ਮੈਨੂੰ ਵੇਖੋਗੇ। ਕਿਉਂਕਿ ਖੁਦਾ ਨੇ ਜਿਹੜਾ ਵਾਅਦਾ ਕੀਤਾ ਸੀ ਪੈਂਤੇਕੋਸਤ ਦੇ ਦਿਨ ਉਹ ਵਾਅਦਾ ਪੂਰਾ ਹੋਇਆ ਤੇ 120 ਦੀ ਜਮਾਤ ਉੱਤੇ ਪਵਿੱਤਰ ਆਤਮਾ ਉਤਰਿਆ। ਤੇ ਉਹੀ ਪਵਿੱਤਰ ਆਤਮਾ ਅੱਜ ਸਾਡੇ ਨਾਲ ਵੀ ਹੈ। ਉਹੀ ਪਵਿੱਤਰ ਆਤਮਾ ਸਾਡੇ ਅੰਦਰ ਵੀ ਹੈ। ਠੀਕ ਹੈ ਨਾ? ਉਹ ਖੁਦਾ ਦਾ ਵਾਅਦਾ ਪੂਰਾ ਹੋਇਆ। ਕਹਿੰਦਾ ਉਹ ਤੁਹਾਡੀ ਅਗਵਾਈ ਕਰਾਂਗਾ, ਤੁਹਾਨੂੰ ਖਵਾਵਾਂਗਾ, ਤੁਹਾਡਾ ਮਾਰਗਦਰਸ਼ਨ ਕਰਾਂਗਾ, ਸੰਸਾਰ ਦੇ ਅੰਤ ਤੱਕ ਤੁਹਾਡੀ ਕੀ ਕਰਾਂਗਾ? ਚਰਵਾਹੀ ਕਰਾਂਗਾ। ਖੁਦਾ ਨੇ ਸਾਡੇ ਨਾਲ ਵਾਅਦਾ ਕੀਤਾ ਤੇ ਕੀ ਖੁਦਾ ਸਾਡੇ ਨਾਲ ਜਿਹੜਾ ਵਾਅਦਾ ਕੀਤਾ ਉਹਨੂੰ ਪੂਰਾ ਨਹੀਂ ਕਰ ਰਿਹਾ? ਉਹ ਆਪਣੇ ਵਾਅਦੇ ਨੂੰ ਪੂਰਾ ਕਰ ਰਿਹਾ ਆ। ਲੇਕਿਨ ਇਹ ਵਾਅਦਾ ਕਿਹਦੇ ਲਈ ਆ? ਇਹ ਵਾਅਦੇ ਨੇ ਜਿੰਨੇ ਬਾਈਬਲ ਦੇ ਵਾਅਦੇ ਨੇ ਉਹ ਸਿਰਫ ਤੇ ਸਿਰਫ ਵਿਸ਼ਵਾਸੀਆਂ ਵਾਸਤੇ ਆ। ਢੋਂਗੀਆਂ ਵਾਸਤੇ ਕੋਈ ਵਾਅਦਾ ਨਹੀਂ ਹੈਗਾ। ਕੋਈ ਭੁਲੇਖੇ ਚ ਨਾ ਰਵੇ। ਬੱਕਰੀਆਂ ਵਾਸਤੇ ਕੋਈ ਵਾਅਦਾ ਨਹੀਂ ਹੈ। ਖੁਦਾ ਦੇ ਵਾਅਦੇ ਆ ਸਿਰਫ ਤੇ ਸਿਰਫ ਉਹਦੀਆਂ ਭੇਡਾਂ ਵਾਸਤੇ। ਕਿਉਂਕਿ ਖੁਦਾ ਦਾ ਵਚਨ ਕਹਿੰਦਾ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ। ਕੌਣ ਸੁਣਦਾ ਉਹਦੀ ਆਵਾਜ਼ ਨੂੰ? ਅੱਜ ਤੁਸੀਂ ਜਾਓ ਸੰਸਾਰ ਦੇ ਵਿੱਚ, ਲੋਕਾਂ ਨੂੰ ਕਹੋ ਵੀ ਬਾਈਬਲ ਆ ਬਿਆਨ ਕਰਦੀ ਆ ਯਿਸੂ ਮਸੀਹ ਦੇ ਨਾਮ 'ਚ ਬਸਮਾਇਆ, ਫਿਰ ਪਵਿੱਤਰ ਆਤਮਾ ਦਾ ਦਾਨ ਆ, ਇਹ ਆ ਮਸੀਹ ਜੀਵਨ। ਉਹਨਾਂ ਨੇ ਕਹਿਣਾ ਅਸੀਂ ਨਹੀਂ ਮੰਨਦੇ। ਕਿਉਂ ਨਹੀਂ ਮੰਨਦੇ ਲੋਕ? ਕਿਉਂਕਿ ਉਹ ਭੇਡਾਂ ਨਹੀਂ ਹਨ। ਜਿਹੜਾ ਬੰਦਾ ਯਿਸੂ ਮਸੀਹ ਦੇ ਨਾਮ ਦੇ ਬਸਮੇ ਦਾ ਇਨਕਾਰ ਕਰਦਾ ਉਹ ਖੁਦਾ ਦੀ ਭੇਡ ਨਹੀਂ ਆ, ਉਹ ਸ਼ੈਤਾਨ ਆ, ਬੱਕਰੀ ਆ, ਸੰਸਾਰ ਆ ਉਹ ਜਿਹੜਾ ਖੁਦਾ ਦੇ ਵਚਨ ਨੂੰ ਤੁੱਛ ਸਮਝਦਾ ਹੈ। ਤੇ ਇਸ ਕਰਕੇ ਖੁਦਾ ਕੀ ਕਰੇਗਾ? ਫਿਰ ਇਹੋ ਜਿਹੇ ਲੋਕਾਂ ਨੂੰ ਅੱਗ ਦੀ ਝੀਲ ਵਿੱਚ ਸੁੱਟੇਗਾ ਇੱਕ ਦਿਨ। ਧੰਨ ਹੈ ਉਹ, ਮੁਬਾਰਕ ਹੈ ਉਹ ਮਨੁੱਖ ਜਿਹੜਾ ਉਹਦੀ ਵਿਵਸਥਾ ਦੇ ਉੱਪਰ ਕੰਨ ਲਾਉਂਦਾ ਹੈ, ਉਹਦੇ ਕੰਮਾਂ ਨੂੰ ਜਾਣਦਾ ਵੀ ਖੁਦਾ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ, ਉਹਦੇ ਵਚਨ ਦੇ ਪਿੱਛੇ ਪਿੱਛੇ ਚੱਲਦਾ ਆ, ਉਹਦੀ ਅਗਵਾਈ ਦੇ ਹੇਠ ਚੱਲਦਾ। ਉਹ ਮਨੁੱਖ ਧੰਨ ਮਨੁੱਖ ਹੁੰਦਾ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ। ਮੈਂ ਸੋਚਦਾ ਹਾਂ ਕਿ ਤੁਸੀਂ ਉਸ ਅਯਾਲੀ ਦੀ ਕਹਾਣੀ ਸੁਣੀ ਹੋਵੇਗੀ ਜਿਸਨੇ ਇੱਕ ਵਾਰ ਆਪਣੀ ਭੇਡ ਦੀ ਲੱਤ ਤੋੜ ਦਿੱਤੀ ਸੀ। ਬੜੇ ਧਿਆਨ ਨਾਲ ਸੁਣਨਾ। ਨਬੀ ਕਹਿੰਦਾ ਤੁਸੀਂ ਉਸ ਅਯਾਲੀ ਦੀ ਗੱਲ ਨੂੰ ਕਹਾਣੀ ਸੁਣੀ ਆ ਜਿਹਨੇ ਆਪਣੀ ਭੇਡ ਦੀ ਕੀ ਕੀਤੀ ਸੀ? ਲੱਤ ਤੋੜ ਦਿੱਤੀ ਸੀਗੀ। ਇੱਕ ਅਯਾਲੀ ਸੀਗਾ, ਉਹਨੇ ਆਪਣੀ ਭੇਡ ਦੀ ਲੱਤ ਤੋੜ ਦਿੱਤੀ। ਇਸ ਬਾਰੇ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਕਹਾਣੀਆਂ ਸੁਣੀਆਂ ਗਈਆਂ ਹਨ ਅਤੇ ਇਸ ਅਯਾਲੀ ਨੂੰ ਪੁੱਛਿਆ ਗਿਆ ਕਿ ਭੇਡ ਨੇ ਪਹਾੜ ਤੋਂ ਡਿੱਗ ਕੇ ਅਜਿਹਾ ਕੀਤਾ। ਕਿਸੇ ਨੇ ਪੁੱਛਿਆ ਉਸ ਨੂੰ, ਅਯਾਲੀ ਨੂੰ, ਕਿ ਭੇਡ ਦੀ ਲੱਤ ਕਿੱਦਾਂ ਟੁੱਟੀ ਆ? ਇਹਨੇ ਛਾਲ ਮਾਰਤੀ ਹੈ? ਪਹਾੜੀ ਤੋਂ ਛਾਲ ਤਾਂ ਨਹੀਂ ਮਾਰਤੀ ਇਸ ਭੇਡ ਨੇ ਜਿਹੜੀ ਲੱਤ ਟੁੱਟ ਗਈ। ਉਸਨੇ ਕਿਹਾ ਨਹੀਂ। ਕਿਹਾ ਕੀ ਹੋਇਆ? ਉਸਨੇ ਕਿਹਾ ਮੈਂ ਇਸ ਦੀ ਲੱਤ ਤੋੜੀ ਹੈ। ਤੁਹਾਨੂੰ ਪਤਾ ਕਈ ਵਾਰੀ ਜਦੋਂ ਬੰਦਾ ਸੁਧਰਦਾ ਨਹੀਂ ਤੇ ਖੁਦਾ ਲੱਤ ਤੋੜ ਦਿੰਦਾ। ਫਿਰ ਲੋਕਾਂ ਨੂੰ ਇਹ ਗੱਲ ਬੜੀ ਬੁਰੀ ਲੱਗਦੀ ਹੈ ਜਦੋਂ ਸੁਣਾਈ ਜਾਂਦੀ ਹੈ। ਉਹ ਕਹਿੰਦੇ ਸਾਡੇ ਤੇ ਤਵਾ ਲਾ ਦਿੱਤਾ ਜਾਂਦਾ। ਲੇਕਿਨ ਮੈਂ ਨਹੀਂ ਕਹਿੰਦਾ, ਸਾਡੇ ਯੁੱਗ ਦੇ ਨਬੀ ਨੇ ਗੱਲ ਕਹੀ ਆ ਵੀ ਖੁਦਾ ਕਈ ਵਾਰੀ ਉਸਨੇ ਕਿਹਾ
ਮੈਂ ਇਸ ਦੀ ਲੱਤ ਤੋੜ ਦਿੱਤੀ ਹੈ। ਕਿਹਾ ਤੁਸੀਂ ਇਸ ਦੀ ਲੱਤ ਕਿਉਂ ਤੋੜੀ? ਇਹ ਤੁਹਾਡੀ ਭੇਡ ਆ, ਤੁਸੀਂ ਇਹਦੀ ਲੱਤ ਤੋੜੀ ਕਿਉਂ? ਕੀ ਤੁਸੀਂ ਇੱਕ ਜ਼ਾਲਮ ਅਯਾਲੀ ਹੋ? ਕੀ ਕਹਿੰਦਾ ਤੁਸੀਂ ਇੱਕ ਜ਼ਾਲਮ ਅਯਾਲੀ ਹੋ, ਤੁਸੀਂ ਇਹਦੀ ਲੱਤ ਤੋੜ ਦਿੱਤੀ? ਉਸਨੇ ਕਿਹਾ ਨਹੀਂ, ਮੈਂ ਭੇਡ ਨੂੰ ਪਿਆਰ ਕਰਦਾ ਹਾਂ। ਕਹਿੰਦਾ ਮੈਂ ਭੇਡ ਨੂੰ ਪਿਆਰ ਕਰਦਾ। ਯਿਸੂ ਮਸੀਹ ਆਪਣੀ ਭੇਡਾਂ ਨੂੰ ਪਿਆਰ ਕਰਦਾ। ਜਦੋਂ ਦੀ ਭੇਡਾਂ ਸੁਧਰਦੀਆਂ ਨਹੀਂ ਆ, ਫਿਰ ਉਹ ਕੀ ਕਰਦਾ? ਬਿਮਾਰੀਆਂ ਭੇਜਦਾ, ਛੋਟੀ ਬਿਮਾਰੀ ਭੇਜਦਾ, ਨਹੀਂ ਸੁਧਰੀ ਹੋਰ ਬਿਮਾਰੀ ਭੇਜਤੀ, ਹੋਰ ਬਿਮਾਰੀ ਭੇਜਤੀ, ਉਹ ਲੱਤ ਤੋੜ ਦਿੰਦਾ ਫਿਰ ਇੱਕ ਵਿਸ਼ਵਾਸੀ ਦੀ। ਕਿਉਂਕਿ ਜਿਹੜੀ ਉਹਦੀ ਭੇਡ ਆ, ਉਹਦਾ ਵਿਸ਼ਵਾਸੀ ਬੰਦਾ, ਉਹ ਸੁਧਰਦਾ ਨਹੀਂ ਹੈ। ਉਹ ਫਿਰ ਬਿਮਾਰੀਆਂ ਪਰੇਸ਼ਾਨੀਆਂ ਭੇਜ ਕੇ ਉਹਨੂੰ ਸਤਾਉਂਦਾ ਆ ਤਾਂ ਕਿ ਇਹਦਾ ਸੁਧਾਰ ਹੋਵੇ। ਉਸਨੇ ਕਿਹਾ ਨਹੀਂ, ਮੈਂ ਭੇਡ ਨੂੰ ਪਿਆਰ ਕਰਦਾ ਹਾਂ। ਪਰ ਭੇਡ ਮੇਰੇ ਕੋਲ ਭੱਜਣ ਲੱਗ ਪਈ ਸੀ ਅਤੇ ਉਹ ਆਪਣੇ ਆਪ ਭਟਕਦੀ ਫਿਰਦੀ ਸੀ। ਉਹ ਨਬੀ ਕਹਿੰਦਾ ਉਹ ਭੇਡ ਕੀ ਸੀ? ਭਟਕਣ ਲੱਗ ਫਿਰਦੀ ਸੀ, ਭਟਕ ਰਹੀ ਸੀ ਇੱਧਰ ਉੱਧਰ, ਅਯਾਲੀ ਕੋਲੋਂ ਭੱਜ ਰਹੀ ਸੀਗੀ। ਇਸ ਕਰਕੇ ਅਯਾਲੀ ਨੂੰ ਪਤਾ ਸੀ ਜੇ ਕਿਤੇ ਸ਼ੇਰ ਨੇ ਇਹਨੂੰ ਫੜ ਲਿਆ ਜਾਂ ਬਘਿਆੜ ਨੇ ਇਹਨੂੰ ਫੜ ਲਿਆ ਤੇ ਇਹਨੂੰ ਤਾਂ ਮਾਰ ਦੂ, ਕਿਤੇ ਸੰਸਾਰ 'ਚ ਵੜ ਗਈ, ਸੰਸਾਰ ਦਾ ਪਾਣੀ ਨੂੰ ਡੁਬੋ ਦੂ। ਇਸ ਕਰਕੇ ਉਸ ਅਯਾਲੀ ਨੇ ਕੀ ਕੀਤਾ? ਉਹਦੀ ਲੱਤ ਤੋੜ ਦਿੱਤੀ। ਇਸ ਕਰਕੇ ਅੱਜ ਜਿਹੜੇ ਕਿਸੇ ਦੇ ਉੱਪਰ ਤੰਗੀਆਂ ਮੁਸੀਬਤਾਂ ਆਉਂਦੀਆਂ, ਉਹ ਖੁਦਾ ਵੱਲੋਂ ਹੀ ਆਉਂਦੀਆਂ ਹੈ, ਤਾਂ ਕਿ ਤੁਸੀਂ ਸੁਧਾਰ ਕਰ ਸਕੋ। ਕਿਉਂਕਿ ਬੰਦੇ ਕੀ ਕਰਦੇ? ਆਪਣਾ ਸੁਧਾਰ ਨਹੀਂ ਕਰਦੇ। ਵਚਨ ਸੁਣਿਆ, ਇਧਰੋਂ ਸੁਣਿਆ ਤੇ ਇਧਰੋਂ ਕੱਢ ਦਿੱਤਾ, ਕੁਛ ਯਾਦ ਨਹੀਂ ਰਹਿੰਦਾ ਵਚਨ ਦਾ ਕੀ ਕਿਹਾ ਗਿਆ, ਕਿਉਂਕਿ ਤੁਹਾਡੇ ਅੰਦਰ ਖੁਦਾ ਦਾ ਵਚਨ ਕੰਮ ਹੀ ਨਹੀਂ ਕਰਦਾ। ਕਿਉਂਕਿ ਤੁਹਾਡਾ ਸੁਭਾਅ ਇੱਕ ਭੇਡ ਦੇ ਸੁਭਾਅ ਵਰਗਾ ਨਹੀਂ ਆ। ਉਹ ਕਹਿੰਦਾ ਅਤੇ ਆਪਣੇ ਆਪ ਭਟਕਦੀ ਫਿਰਦੀ ਸੀ ਅਤੇ ਮੈਂ ਭੇਡਾਂ ਦੇ ਸੁਭਾਅ ਨੂੰ ਜਾਣਦਾ ਹਾਂ ਅਤੇ ਮੈਂ ਜਾਣਦਾ ਹਾਂ ਕਿ ਜੇ ਉਹ ਬਹੁਤ ਦੂਰ ਭਟਕ ਜਾਵੇ ਤਾਂ ਬਘਿਆੜ ਉਸ ਨੂੰ ਲੈ ਲਵੇਗਾ। ਕਹਿੰਦਾ ਜੇ ਉਹ ਬਹੁਤ ਦੂਰ ਭਟਕ ਜਾਵੇ ਤਾਂ ਬਘਿਆੜ ਉਸ ਨੂੰ ਲੈ ਲਵੇਗਾ। ਇਹ ਸੰਸਾਰ ਕੀ ਆ? ਬਘਿਆੜ ਆ। ਜੇ ਤੁਸੀਂ ਖੁਦਾ ਦੇ ਵਚਨ ਤੋਂ ਭਟਕ ਗਏ ਤੇ ਤੁਹਾਨੂੰ ਉਹਨੇ ਮਾਰ ਦੇਣਾ। ਫਿਰ ਇਸ ਲਈ ਭੇਡ ਨੂੰ ਆਪਣੇ ਕੋਲ ਰੱਖਣ ਲਈ, ਇਸ ਨੂੰ ਆਪਣੀ ਬੁੱਕਲ ਵੱਲ ਖਿੱਚਣ ਲਈ, ਇਸ ਨੂੰ ਥੋੜਾ ਜਿਹਾ ਵਿਸ਼ੇਸ਼ ਭੋਜਨ ਦੇਣ ਲਈ ਮੈਨੂੰ ਇਸ ਦੀ ਲੱਤ ਤੋੜਨੀ ਪਈ। ਫਿਰ ਉਹ ਅਯਾਲੀ ਨੇ ਕਿਹਾ ਮੈਂ ਤਾਂ ਇਹਦੀ ਲੱਤ ਤੋੜੀ ਆ, ਵੀ ਜਦੋਂ ਇਹ ਲੱਤ ਤੋੜੂੰਗਾ ਮੈਂ, ਇਹਨੇ ਚੁੱਪ ਕਰਕੇ ਬਹਿ ਜਾਣਾ। ਫਿਰ ਇਹਨੂੰ ਜੋ ਖਵਾਉਂਗਾ ਪੌਸ਼ਟਿਕ ਆਹਾਰ ਇਹਨੇ ਖਾ ਵੀ ਲੈਣਾ ਹੈ, ਏਦਾਂ ਤਾਂ ਇਹਨੇ ਖਾਣਾ ਕੁਛ ਨਹੀਂ ਹੈ। ਇਸ ਨੂੰ ਥੋੜਾ ਜਿਹਾ ਵਿਸ਼ੇਸ਼ ਭੋਜਨ ਦੇਣ ਲਈ ਇਸ ਦੀ ਲੱਤ ਤੋੜਨੀ ਪਈ ਅਤੇ ਮੈਂ ਇਸ ਤੇ ਇੰਨਾ ਕਿਰਪਾਲੂ ਹੋਵਾਂਗਾ ਕਿ ਜਦੋਂ ਇਸ ਦੀ ਲੱਤ ਠੀਕ ਹੋ ਜਾਵੇਗੀ ਤਾਂ ਇਹ ਮੈਨੂੰ ਕਦੇ ਨਹੀਂ ਛੱਡੇਗੀ। ਇਸੇ ਤਰ੍ਹਾਂ ਜਦੋਂ ਖੁਦਾ ਦਾ ਕੋਈ ਵਿਸ਼ਵਾਸੀ ਜਨ ਹੁੰਦਾ, ਜਦੋਂ ਸੁਧਾਰ ਦੇ ਵਿੱਚ ਨਹੀਂ ਆਉਂਦਾ, ਖੁਦਾ ਫਿਰ ਉਹਨੂੰ ਤੰਗੀਆਂ ਮੁਸੀਬਤਾਂ ਨਾਲ ਤਾੜਦਾ ਤੇ ਜਦੋਂ ਉਹਨਾਂ ਤੰਗੀਆਂ ਮੁਸੀਬਤਾਂ ਤੋਂ ਬਾਹਰ ਨਿਕਲ ਕੇ ਤੌਬਾ ਕਰਦਾ, ਫਿਰ ਉਹ ਪ੍ਰਭੂ ਦੇ ਨਾਲ ਪਿਆਰ ਰੱਖਦਾ ਹੈ। ਇੱਕ ਸੰਦੇਸ਼ 'ਚ ਭਾਈ ਬ੍ਰੈਨਮ ਨੇ ਕਿਹਾ ਸੀਗਾ ਵੀ ਇੱਕ ਅਯਾਲੀ ਸੀਗਾ, ਉਹਨੂੰ ਕਿਸਨੇ ਕਿਹਾ ਤੂੰ ਇਹਦੀ ਲੱਤ ਤੋੜੀ ਆ? ਕਹਿੰਦਾ ਹਾਂ, ਜੇ ਲੋੜ ਪਵੇਗੀ ਦੂਜੀ ਲੱਤ ਵੀ ਤੋੜ ਦੂੰਗਾ ਮੈਂ। ਕਿਉਂ? ਤਾਂ ਕਿ ਉਹ ਇੱਧਰ ਉੱਧਰ ਭੱਜੇ ਨਾ। ਇਸ ਕਰਕੇ ਜਦੋਂ ਤੁਹਾਡੇ ਤੇ ਤੰਗੀਆਂ ਆ ਰਹੀਆਂ, ਮੁਸੀਬਤਾਂ ਆ ਰਹੀਆਂ, ਬਿਮਾਰੀਆਂ ਪੈ ਰਹੀਆਂ, ਤੇ ਸਮਝ ਲਓ ਖੁਦਾਵੰਦ ਤੁਹਾਡਾ ਸੁਧਾਰ ਕਰਨਾ ਚਾਹ ਰਿਹਾ ਹੈ। ਫਿਰ ਤੁਹਾਨੂੰ ਕੀ ਕਰਨਾ ਚਾਹੀਦਾ? ਆਪਣੇ ਜੀਵਨ ਨੂੰ ਸਮਰਪਿਤ ਕਰ ਦੇਣਾ ਚਾਹੀਦਾ ਵੀ ਪ੍ਰਭੂ ਮੈਂ ਇੱਧਰ ਉੱਧਰ ਨਹੀਂ ਭੱਜਾਂਗੀ, ਮੈਂ ਇੱਧਰ ਉੱਧਰ ਨਹੀਂ ਭੱਜਾਂਗਾ, ਠੀਕ ਆ, ਮੈਂ ਤੇਰੇ ਵਾੜੇ ਦੇ ਵਿੱਚ ਰਵਾਂਗਾ, ਤੇਰੇ ਵਾੜੇ ਵਿੱਚ ਰਹੂੰਗੀ। ਜਦੋਂ ਤੁਸੀਂ ਖੁਦਾ ਦੇ ਵਚਨ ਦੇ ਵਿੱਚ ਰਹੋਗੇ ਫਿਰ ਖੁਦਾ ਤੁਹਾਡਾ ਜ਼ਿੰਮੇਵਾਰ ਬਣ ਜਾਂਦਾ। ਕੌਣ ਜ਼ਿੰਮੇਵਾਰ ਆ ਤੁਹਾਡਾ? ਜਦੋਂ ਤੁਸੀਂ ਖੁਦਾ ਦੇ ਵਚਨ 'ਚ ਬਣੇ ਰਹਿੰਦੇ ਹੋ, ਖੁਦਾ ਤੁਹਾਡਾ ਜ਼ਿੰਮੇਵਾਰ ਬਣਦਾ। ਫਿਰ ਜਦੋਂ ਤੁਸੀਂ ਖੁਦਾ ਦੇ ਵਾੜੇ ਵਿੱਚੋਂ ਬਾਹਰ ਜਾਂਦੇ ਹੋ ਤੇ ਤੁਸੀਂ ਸ਼ੈਤਾਨ ਦੇ ਹੱਥਾਂ ਵਿੱਚ ਚਲੇ ਜਾਂਦੇ ਹੋ। ਕੋਈ ਵੀ ਬਘਿਆੜ ਆ ਕੇ ਤੁਹਾਨੂੰ ਫਿਰ ਖਾ ਸਕਦਾ, ਤੁਹਾਨੂੰ ਮਾਰ ਸਕਦਾ ਆ। ਇਸ ਕਰਕੇ ਹਮੇਸ਼ਾ ਇੱਕ ਭੇਡ ਵਾਂਗੂ ਹਲੀਮ ਤੇ ਵਚਨ ਦੇ ਉੱਪਰ ਆਮੀਨ ਬੋਲਣ ਵਾਲਾ ਤੁਹਾਡਾ ਜੀਵਨ ਹੋਣਾ ਚਾਹੀਦਾ ਹੈ। ਇਸ ਕਰਕੇ ਨਬੀ ਨੇ ਸੰਦੇਸ਼ ਪ੍ਰਚਾਰ ਕੀਤਾ ਸੀਗਾ, ਭੇਡਾਂ ਦਾ ਚੰਗਾ ਅਯਾਲੀ। ਇਹ ਪ੍ਰਚਾਰ ਸਾਡੇ ਭਾਈ ਬ੍ਰੈਨਮ ਨੇ 8 ਮਾਰਚ 1957 ਐਰੀਜ਼ੋਨਾ USA ਦੇ ਵਿੱਚ ਪ੍ਰਚਾਰ ਕੀਤਾ। ਭੇਡਾਂ ਦਾ ਚੰਗਾ ਅਯਾਲੀ ਕੌਣ ਹੁੰਦਾ ਹੈ? ਕਿੱਦਾਂ ਦਾ ਹੁੰਦਾ ਹੈ? ਇਸ ਕਰਕੇ ਉਹਨੇ ਸਾਨੂੰ ਆਪਣੀਆਂ ਭੇਡਾਂ ਨੂੰ ਕੀ ਕੀਤਾ ਆ? ਵਿਸ਼ਵਾਸੀ ਲੋਕਾਂ ਨੂੰ ਭੇਡਾਂ ਦੇ ਨਾਲ ਜੋੜਿਆ ਆ, ਕੰਪੇਅਰ ਕੀਤਾ ਆ ਵੀ ਕਿੱਦਾਂ ਇੱਕ ਭੇਡ ਦਾ ਸੁਭਾਅ ਹੁੰਦਾ, ਕਿੱਦਾਂ ਇੱਕ ਵਿਸ਼ਵਾਸੀ ਦਾ ਸੁਭਾਅ ਹੁੰਦਾ ਹੈ। ਇਹ ਤੁਹਾਨੂੰ ਸਮਝ ਹੋਣੀ ਚਾਹੀਦੀ, ਤੁਹਾਡਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ ਹੈ। ਨਬੀ ਨੇ ਕਿਹਾ ਕਈ ਵਾਰ ਖੁਦਾ ਸਾਨੂੰ ਬਿਮਾਰੀਆਂ, ਰੋਗਾਂ ਅਤੇ ਦੁੱਖਾਂ ਨਾਲ ਮਾਰਦਾ ਹੈ। ਉਸ ਨੂੰ ਮਾਰਨਾ ਪੈਂਦਾ ਸਾਨੂੰ ਕਈ ਵਾਰੀ ਬਿਮਾਰੀਆਂ ਨਾਲ, ਰੋਗਾਂ ਨਾਲ, ਦੁੱਖਾਂ ਨਾਲ, ਤਾਂ ਜੋ ਸਾਨੂੰ ਆਪਣੀ ਬੁੱਕਲ ਵਿੱਚ ਲੈ ਸਕੇ। ਤੁਹਾਨੂੰ ਪਤਾ ਜਦੋਂ ਬੰਦਾ ਸਹੀ ਹੁੰਦਾ, ਬੰਦੇ ਪ੍ਰਾਰਥਨਾ ਵੀ ਨਹੀਂ ਕਰਦੇ, ਲੋਕ ਕੁਛ ਨਹੀਂ ਕਰਦੇ। ਜਦੋਂ ਮੁਸੀਬਤਾਂ, ਬਿਮਾਰੀਆਂ, ਪਰੇਸ਼ਾਨੀਆਂ ਆਉਂਦੀ ਫਿਰ ਪ੍ਰਭੂ ਸਾਨੂੰ ਬਚਾ ਲਾ, ਫਿਰ ਪ੍ਰਭੂ ਕਹਿੰਦਾ ਕੋਈ ਗੱਲ ਨਹੀਂ, ਹੁਣ ਤੂੰ ਇਦਾਂ ਹੀ ਕਾਬੂ ਆਏਗਾ। ਇਸ ਕਰਕੇ ਖੁਦਾ ਤੁਹਾਨੂੰ ਫਿਰ ਤੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਕਿ ਸਾਨੂੰ ਆਪਣੀ ਬੁੱਕਲ ਵਿੱਚ ਲੈ ਸਕੇ ਤੇ ਸਾਨੂੰ ਇਹ ਸਾਬਤ ਕਰਨ ਲਈ ਕਿ ਉਹ ਅਜੇ ਵੀ ਪ੍ਰਭੂ ਯਿਸੂ ਹੈ। ਆਪਣੀ ਜੀ ਉੱਠਣ ਵਾਲੀ ਰੱਬੀ ਸ਼ਕਤੀ ਦਾ ਇੱਕ ਛੋਟਾ ਜਿਹਾ ਖਾਸ ਸਪਰਸ਼ ਦੇਵੇ ਅਤੇ ਆਦਮੀ
ਜੋ ਕਦੇ ਵੀ ਖੁਦਾ ਦੁਆਰਾ ਚੰਗਾ ਕੀਤਾ ਗਿਆ ਹੈ ਉਹ ਜਾਣਦਾ ਹੈ ਕਿ ਖੁਦਾ ਕੀ ਹੈ, ਉਹ ਭਟਕਦਾ ਨਹੀਂ ਚਾਹੇਗਾ। ਜਿਹੜਾ ਖੁਦਾ ਦੁਆਰਾ ਚੰਗਿਆਈ ਪ੍ਰਾਪਤ ਕਰਦਾ ਬੰਦਾ, ਫਿਰ ਉਹਨੂੰ ਪਤਾ ਹੁੰਦਾ ਵੀ ਖੁਦਾ ਦੇ ਅੰਦਰ ਪਾਵਰ ਕਿਹੜੀ ਆ, ਉਹ ਫਿਰ ਕਦੇ ਖੁਦਾ ਨੂੰ ਛੱਡ ਕੇ ਨਹੀਂ ਜਾਵੇਗਾ, ਉਹ ਭਟਕਣਾ ਨਹੀਂ ਚਾਹੇਗਾ। ਯਾਕੂਬ ਨੇ ਸਪਸ਼ਟ ਕੀਤਾ ਕਿ ਉਸਨੇ ਕਿਹਾ ਨਿਸ਼ਚੈ ਦੀ ਪ੍ਰਾਰਥਨਾ ਬਿਮਾਰ ਨੂੰ ਬਚਾਵੇਗੀ, ਖੁਦਾ ਉਹਨਾਂ ਨੂੰ ਠੀਕ ਉਠਾ ਖੜਾ ਕਰੇਗਾ ਅਤੇ ਜੇਕਰ ਉਹਨਾਂ ਨੇ ਪਾਪ ਕੀਤੇ ਹਨ ਤਾਂ ਇਹ ਉਹਨਾਂ ਦੇ ਮਾਫ ਕਰ ਦਿੱਤੇ ਜਾਣਗੇ। ਜੇ ਉਹਨਾਂ ਨੇ ਪਾਪ ਵੀ ਕੀਤੇ ਆ ਤੇ ਉਹਨਾਂ ਦੇ ਪਾਪ ਕੀ ਹੋਣਗੇ, ਮਾਫ ਕਰ ਦਿੱਤੇ ਜਾਣਗੇ। ਯਾਕੂਬ ਨੇ ਇਹ ਗੱਲ ਕਹੀ, ਉਹਨੇ ਸਪਸ਼ਟ ਕੀਤਾ ਸੀ ਇਸ ਨੂੰ। ਅਤੇ ਜੇਕਰ ਉਹਨਾਂ ਨੇ ਪਾਪ ਕੀਤੇ ਹਨ ਤਾਂ ਉਹਨਾਂ ਨੂੰ ਮਾਫ ਕਰ ਦਿੱਤੇ ਜਾਣਗੇ। ਕਹਿੰਦਾ ਜੇ ਉਹਨਾਂ ਨੇ ਪਾਪ ਵੀ ਕੀਤੇ ਤਾਂ ਵੀ ਮਾਫ ਕਰ ਦਿੱਤੇ ਜਾਣਗੇ, ਲੇਕਿਨ ਸ਼ਰਤ ਕੀ ਆ, ਤੁਹਾਨੂੰ ਵਚਨ ਦੇ ਦਾਇਰੇ ਵਿੱਚ ਆਣਾ ਪੈਣਾ ਆ, ਆਪਣੇ ਆਪ ਨੂੰ ਸਮਰਪਿਤ ਕਰਨਾ ਪੈਣਾ ਆ, ਤਾਂ ਉਹਨਾਂ ਦੇ ਪਾਪ ਮਾਫ ਕਰ ਦਿੱਤੇ ਜਾਣਗੇ। ਖੁਦਾ ਦਾ ਚਰਵਾਹਾ ਜਾਣਦਾ ਹੈ ਕਿ ਉਸ ਦੀਆਂ ਭੇਡਾਂ ਦੀ ਦੇਖਭਾਲ ਕਿਵੇਂ ਕਰਨੀ ਹੈ। ਜਿਹੜਾ ਖੁਦਾ ਦਾ ਚਰਵਾਹਾ ਹੁੰਦਾ ਨਾ, ਉਹਨੂੰ ਪਤਾ ਹੁੰਦਾ ਵੀ ਭੇਡਾਂ ਦੀ ਦੇਖਭਾਲ ਕਰਨੀ ਕਿੱਦਾਂ ਹੈ, ਕਿਸ ਤਰ੍ਹਾਂ ਉਸ ਨੂੰ ਖਾਣਾ ਖਵਾਉਣਾ, ਉਹ ਸਭ ਪਤਾ ਹੁੰਦਾ ਹੈ। ਹੁਣ ਨਬੀ ਕਹਿੰਦਾ ਕਈ ਵਾਰੀ ਤੁਸੀਂ ਹੈਰਾਨ ਹੁੰਦੇ ਹੋ, ਇੱਕ ਛੋਟੀ ਮਾਂ ਕਹਿੰਦਾ ਹੈਰਾਨ ਹੁੰਦੀ ਹੈ ਕਈ ਵਾਰੀ, ਉਸਦਾ ਛੋਟਾ ਬੱਚਾ ਤੁਹਾਡੀਆਂ ਬਾਹਾਂ ਤੋਂ ਖੋ ਕੇ ਮੌਤ ਵੱਲ ਲੈ ਲਿਆ ਜਾਂਦਾ ਹੈ। ਨਬੀ ਕਹਿੰਦਾ ਕਈ ਵਾਰੀ ਮਾਵਾਂ ਤੋਂ ਉਹਦਾ ਬੱਚਾ ਖੋ ਲਿਆ ਜਾਂਦਾ ਹੈ, ਮੌਤ ਵੱਲ ਲੈ ਲਿਆ ਜਾਂਦਾ ਹੈ। ਠੀਕ ਹੈ, ਮੌਤ ਵੱਲ ਲੈ ਲਿਆ ਜਾਂਦਾ ਹੈ। ਕਿਹਾ ਲੇਲੇ ਨਾਲ ਕੀ ਮਾਮਲਾ ਹੈ? ਕਹਿੰਦਾ ਉਹ ਬੱਚਾ ਲੈ ਲਿਆ ਜਾਂਦਾ, ਇੱਕ ਭੇਡ ਦਾ ਬੱਚਾ ਜਦੋਂ ਲੈ ਲਿਆ ਜਾਂਦਾ, ਇੱਕ ਯਾਲੀ ਹੁੰਦਾ, ਜਦੋਂ ਭੇਡ ਦੇ ਬੱਚੇ ਨੂੰ ਚੱਕ ਲੈਂਦਾ ਤੇ ਭੇਡ ਫਿਰ ਉਹਦੇ ਮਗਰ ਮਗਰ ਚੱਲਦੀ ਹੈ, ਕਿਉਂਕਿ ਉਹਨੂੰ ਪਤਾ ਹੁੰਦਾ ਮੇਰਾ ਬੱਚਾ ਯਾਲੀ ਨੇ ਚੱਕਿਆ। ਇਸੇ ਤਰ੍ਹਾਂ ਨਬੀ ਕਹਿੰਦਾ ਜਦੋਂ ਕਿਸੇ ਮਾਂ ਤੋਂ ਉਹਦਾ ਬੱਚਾ ਲੈ ਲਿਆ ਜਾਂਦਾ ਹੈ ਤੇ ਫਿਰ ਉਹ ਮੌਤ ਵਿੱਚ ਲੈ ਲਿਆ ਜਾਂਦਾ, ਫਿਰ ਉਹ ਖੁਦਾ ਵੱਲ ਵੇਖਦੀ ਹੈ। ਇਸੇ ਤਰ੍ਹਾਂ ਜਦੋਂ ਜਿਹੜੀ ਭੇਡ ਹੁੰਦੀ, ਉਹਦਾ ਬੱਚਾ ਜਦੋਂ ਅਯਾਲੀ ਆਪਣੀ ਗੋਦੀ 'ਚ ਚੱਕ ਲੈਂਦਾ ਤੇ ਭੇਡ ਕੀ ਕਰਦੀ, ਉਹਦੇ ਪਿੱਛੇ ਪਿੱਛੇ ਚੱਲਦੀ, ਉਹਦੇ ਵੱਲ ਦੇਖਦੀ ਰਹਿੰਦੀ। ਉਹਨੂੰ ਪਤਾ ਹੁੰਦਾ ਮੇਰਾ ਬੱਚਾ ਇਹਨੇ ਚੱਕਿਆ ਆ, ਮੇਰਾ ਬੱਚਾ ਇਹਨੇ ਚੱਕਿਆ, ਉਹਦਾ ਧਿਆਨ ਫਿਰ ਉਹਦੇ ਵੱਲ ਹੀ ਹੁੰਦਾ ਸਾਰੀ ਦਿਹਾੜੀ। ਕਿਹਾ ਲੇਲੇ ਨਾਲ ਕੋਈ ਗੜਬੜੀ ਨਹੀਂ, ਜਿਹੜਾ ਲੇਲਾ ਖੁਦਾ ਨੇ ਲੈ ਲਿਆ ਆ ਉਹਦੇ ਨਾਲ ਕੋਈ ਗੜਬੜੀ ਨਹੀਂ ਆ। ਗੜਬੜੀ ਕਿਹਦੇ ਨਾਲ ਆ? ਨਬੀ ਕਹਿੰਦਾ ਗੜਬੜੀ ਮਾਦਾ ਭੇਡ ਮਾਂ ਦੇ ਨਾਲ ਹੈ। ਉਸਨੇ ਕਿਹਾ ਉਹ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਹੁਣ ਮੇਰੀ ਗੱਲ ਨਹੀਂ ਸੁਣਦੀ। ਕਈ ਵਾਰੀ ਵਿਸ਼ਵਾਸੀ ਲੋਕ ਜਦੋਂ ਗੱਲਾਂ ਨਹੀਂ ਸੁਣਦੇ ਤੇ ਪ੍ਰਭੂ ਉਹਨਾਂ ਨੂੰ ਤੰਗੀਆਂ ਤੇ ਮੁਸੀਬਤਾਂ 'ਚ ਪਾ ਦਿੰਦਾ ਹੈ। ਹੁਣ ਉਹ ਮੇਰੀ ਗੱਲ ਨਹੀਂ ਸੁਣਦੀ, ਇਸ ਲਈ ਮੈਨੂੰ ਬਸ ਹੇਠਾਂ ਪਹੁੰਚ ਕੇ ਉਸਦੇ ਲੇਲੇ ਨੂੰ ਚੁੱਕਣਾ ਪਿਆ ਅਤੇ ਹੁਣ ਉਹ ਸਾਰਾ ਦਿਨ ਮੈਨੂੰ ਵੇਖਦੀ ਰਹਿੰਦੀ। ਪਹਿਲੇ ਇੱਕ ਭੇਡ ਉਹਦੇ ਵੱਲ ਦੇਖ ਨਹੀਂ ਰਹੀ ਸੀ ਪ੍ਰਭੂ ਵੱਲ, ਲੇਕਿਨ ਪ੍ਰਭੂ ਕਹਿੰਦਾ ਜਦੋਂ ਮੈਂ ਉਹਦਾ ਬੱਚਾ ਚੁੱਕ ਲਿਆ ਤੇ ਉਹ ਮੇਰੇ ਵੱਲ ਵੇਖਣ ਲੱਗ ਪਈ। ਨਬੀ ਨੇ ਇਸ ਗੱਲ ਨੂੰ ਸਮਝਾਇਆ। ਜਦੋਂ ਕੋਈ ਭੇਡ ਤੁਸੀਂ ਵੈਸੇ ਵੀ ਦੇਖ ਲਓ, ਜਦੋਂ ਭੇਡ ਦਾ ਬੱਚਾ ਤੁਸੀਂ ਚੱਕ ਲਓਗੇ ਤਾਂ ਉਹਦੀ ਮਾਂ ਹਮੇਸ਼ਾ ਤੁਹਾਡੇ ਪਿੱਛੇ ਪਿੱਛੇ ਆਊਗੀ। ਫਿਰ ਖੁਦਾ ਨੂੰ ਸੁਧਾਰਨਾ ਆਂਦਾ, ਲੋਕਾਂ ਨੂੰ ਸੁਧਾਰਨਾ ਕਿੱਦਾਂ ਹੈ? ਫਿਰ ਲੋਕ ਕਹਿੰਦੇ ਸਾਡੇ ਤੇ ਮੁਸੀਬਤਾਂ ਆ ਗਈਆਂ, ਸਾਡੇ ਤੇ ਤੰਗੀਆਂ ਆ ਗਈਆਂ, ਸਾਡੇ ਉੱਤੇ ਬਿਮਾਰੀਆਂ ਆ ਗਈਆਂ, ਸਾਡੇ ਉੱਪਰ ਮੌਤ ਆ ਗਈ। ਫਿਰ ਖੁਦਾ ਹੀ ਕਰਦਾ ਸਾਰਾ ਕੁਝ ਬੰਦੇ ਨੂੰ ਸੁਧਾਰਨ ਵਾਸਤੇ। ਕਦੇ ਕਦੇ ਖੁਦਾ ਨੂੰ ਅਜਿਹਾ ਕਰਨਾ ਪੈਂਦਾ ਹੈ। ਉਹ ਵਿਚਾਰੀਆਂ ਛੋਟੀਆਂ ਛੋਟੀਆਂ ਭਟਕਣ ਵਾਲੀਆਂ ਮਾਵਾਂ ਪਾਰਟੀਆਂ ਲਈ ਬਾਹਰ ਜਾਂਦੀਆਂ ਹਨ। ਨਬੀ ਕਹਿੰਦਾ ਕਦੇ ਕਦੇ ਖੁਦਾ ਨੂੰ ਇਸ ਤਰ੍ਹਾਂ ਕਰਨਾ ਪੈਂਦਾ ਹੈ। ਕਿਉਂ ਕਰਨਾ ਪੈਂਦਾ? ਕਹਿੰਦਾ ਛੋਟੀਆਂ ਮਾਵਾਂ ਜਦੋਂ ਬਾਹਰ ਭਟਕਦੀਆਂ ਹਨ, ਪਾਰਟੀਆਂ ਤੇ ਜਾਂਦੀਆਂ ਹਨ, ਭੱਜੀਆਂ ਫਿਰਦੀਆਂ ਹਨ, ਆਲੇ ਦੁਆਲੇ ਦੌੜਦੀਆਂ ਹਨ, ਉਹ ਛੋਟੇ ਛੋਟੇ ਬੱਚੇ ਦਾ ਗਲਤ ਤਰੀਕੇ ਨਾਲ ਪਰਵਰਿਸ਼ ਕਰਦੀਆਂ ਹਨ। ਹੁਣ ਬੱਚੇ ਦਾ ਪਰਵਰਿਸ਼ ਕਿੱਦਾਂ ਕਰੂ? ਜੇ ਬਚਨ ਤੋਂ ਬਾਹਰ ਆਪ ਖੁਦ ਇੱਕ ਮਾਂ ਹੋਊਗੀ ਤਾਂ ਉਹਦੀ ਪਰਵਰਿਸ਼ ਵੀ ਗਲਤ ਕਰੂਗੀ ਉਹ। ਕਈ ਵਾਰੀ ਯੀਸ਼ੂ ਨੂੰ ਉਸ ਲੇਲੇ ਨੂੰ ਲੈਣਾ ਪੈਂਦਾ ਹੈ ਤਾਂ ਜੋ ਤੁਸੀਂ ਉੱਪਰ ਵੱਲ ਵੇਖਣ ਲੱਗ ਜਾਵੋ, ਅਤੇ ਫਿਰ ਜੇ ਤੁਸੀਂ ਇਹ ਨਹੀਂ ਸੁਣਦੇ ਹੋ ਤਾਂ ਬਗਿਆੜ ਤੁਹਾਨੂੰ ਵੀ ਲੈ ਲਵੇਗਾ। ਫਿਰ ਬੱਚਾ ਤਾਂ ਲੈ ਲਿਆ ਖੁਦਾ ਨੇ, ਫਿਰ ਵੀ ਬੰਦਾ ਨਹੀਂ ਸੁਧਰਿਆ। ਫਿਰ ਖੁਦਾ ਕੀ ਕਰਦਾ? ਫਿਰ ਬਗਿਆੜ ਦੇ ਹੱਥ 'ਚ ਉਸ ਬੰਦੇ ਨੂੰ ਵੀ ਦੇ ਦਿੰਦਾ, ਉਸ ਭੈਣ ਭਾਈ ਨੂੰ ਦੇ ਦਿੰਦਾ, ਤਾਂ ਕਿ ਸ਼ੈਤਾਨ ਫਿਰ ਤੁਹਾਨੂੰ ਮਾਰ ਸੱਟੇ। ਕਿਉਂਕਿ ਖੁਦਾ ਦੇ ਵਚਨ ਤੋਂ ਬਾਹਰ ਮੌਤ ਹੀ ਮੌਤ ਆ। ਇਹ ਸਾਫ਼ ਤੇ ਸਪਸ਼ਟ ਗੱਲ ਹੈ। ਇਸ ਗੱਲ ਨੂੰ ਤਾਂ ਸਾਰੇ ਜਾਣਦੇ ਆ, ਜਿਹੜੇ ਵਚਨ ਤੇ ਚੱਲਦੇ ਉਹ ਵੀ ਜਾਣਦੇ, ਜਿਹੜੇ ਵਚਨ ਤੇ ਨਹੀਂ ਚੱਲਦੇ ਉਹ ਵੀ ਜਾਣਦੇ ਆ। ਜੇ ਕੋਈ ਖੁਦਾ ਦੇ ਦਾਇਰੇ ਵਿੱਚ ਰਹੇਗਾ, ਜੇ ਉਹ ਮਰ ਵੀ ਜਾਵੇ ਤਾਂ ਖੁਦਾ ਦਾ ਵਚਨ ਕਹਿੰਦਾ ਮੈਂ ਉਹਨੂੰ ਜਿਉਂਦਾ ਖੜਾ ਕਰ ਦੇਵਾਂਗਾ। ਠੀਕ ਹੈ ਨਾ? ਨਬੀ ਨੇ ਕਿਹਾ ਅਯਾਲੀ ਬਾਰੇ ਇੱਕ ਹੋਰ ਗੱਲ ਹੈ। ਅਯਾਲੀ ਕਿੱਦਾਂ ਦਾ ਹੁੰਦਾ? ਇੱਕ ਸੇਵਕ ਕਿੱਦਾਂ ਦਾ ਹੁੰਦਾ ਹੈ? ਹਮੇਸ਼ਾ ਡਿਊਟੀ ਤੇ ਹੁੰਦਾ ਹੈ। ਨਬੀ ਕਹਿੰਦਾ ਉਹ ਹਮੇਸ਼ਾ ਡਿਊਟੀ ਤੇ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਭੇਡਾਂ ਦਾ ਚਰਵਾਹਾ ਦਿਨ ਰਾਤ ਉਹਨਾਂ ਦੇ ਨਾਲ ਹੁੰਦਾ ਹੈ। ਜਿਹੜਾ ਭੇਡਾਂ ਦਾ ਚਰਵਾਹਾ ਹੁੰਦਾ ਦਿਨ ਰਾਤ ਉਹਨਾਂ ਦੇ ਨਾਲ ਰਹਿੰਦਾ ਹੈ।
ਕਿ ਖੁਦਾ ਦਾ ਵਚਨ ਦਿਨ ਰਾਤ ਤੁਹਾਡੇ ਨਾਲ ਨਹੀਂ ਆ? ਤੁਸੀਂ ਸੋ ਰਹੇ ਹੁੰਦੇ ਹੋ ਉਦੋਂ ਵੀ ਖੁਦਾ ਦਾ ਵਚਨ ਤੁਹਾਨੂੰ ਸੰਭਾਲਦਾ, ਸੁੱਤੇ ਪਿਆ ਨੂੰ। ਤੁਸੀਂ ਕਿਸੇ ਸਫ਼ਰ ਤੇ ਹੁੰਦੇ ਹੋ ਉਦੋਂ ਵੀ ਖੁਦਾ ਦਾ ਵਚਨ ਤੁਹਾਨੂੰ ਸੰਭਾਲਦਾ ਆ। ਉਹ ਇਹ ਕਹਿੰਦਾ ਚੰਗਾ ਚਰਵਾਹਾ ਹਮੇਸ਼ਾ ਆਪਣੇ ਭੇਡਾਂ ਦੀ ਅਗਵਾਈ ਕਰਦਾ ਆ। ਇਸ ਕਰਕੇ ਯਿਸੂ ਮਸੀਹ ਨੇ ਕਿਹਾ ਸੀ, ਮੈਂ ਤੁਹਾਨੂੰ ਅਨਾਥ ਨਾ ਛੱਡਾਂਗਾ, ਮੈਂ ਤੁਹਾਡੇ ਕੋਲ ਆਪਣਾ ਪਵਿੱਤਰ ਆਤਮਾ ਭੇਜੂੰਗਾ। ਹੁਣ ਰੱਖਿਆ ਤਾਂ ਉਹਦੀ ਹੋਣੀ ਜਿਸ ਕੋਲ ਪਵਿੱਤਰ ਆਤਮਾ ਆ। ਕੋਈ ਭੁਲੇਖੇ ਵਿੱਚ ਨਾ ਰਵੇ। ਲੋਕ ਅੱਜ ਭੁਲੇਖੇ 'ਚ ਰਹਿੰਦੇ ਆ। ਲੋਕੀ ਸਟੇਟਸ ਲਾਉਂਦੇ ਆ ਫੋਨਾਂ ਤੇ, ਯਹੋਵਾ ਮੇਰਾ ਚਰਵਾਹਾ ਹੈ, ਤੇ ਜੀਵਨ ਦੇ ਵਿੱਚ ਉਸ ਬੰਦੇ ਦੇ ਕੋਈ ਕੰਮ ਹੀ ਨਹੀਂ ਹੁੰਦਾ। ਸਿਰਫ ਕੀ ਹੁੰਦਾ, ਫੋਨ ਵਾਲਾ ਵਿਸ਼ਵਾਸੀ ਬੰਦਾ ਅੱਜ ਬਣਿਆ। ਇਹੋ ਜਿਹੇ ਲੋਕਾਂ ਨੂੰ ਵੀ ਖੁਦਾ ਪਸੰਦ ਨਹੀਂ ਕਰਦਾ, ਜਿਹੜੇ ਫੋਨ ਤੇ ਭਗਤੀ ਕਰੀ ਜਾਂਦੇ ਆ, ਫੋਨਾਂ ਤੇ ਸਟੇਟਸ ਲਾ ਕੇ ਕਹੀ ਜਾਂਦੇ ਆ ਵੀ ਯਹੋਵਾ ਮੇਰਾ ਚਰਵਾਹਾ ਹੈ, ਮੈਨੂੰ ਬਚਾ ਕੇ ਰੱਖੂਗਾ। ਉਹ ਫੋਨਾਂ ਤੇ ਸਟੇਟਸ ਲਾ ਕੇ ਆਪਣੇ ਆਪ ਨੂੰ ਭਗਤ ਲੋਕ ਸਮਝ ਰਹੇ ਆ। ਇਹ ਸਾਰਾ ਕੁਝ ਗਲਤ ਆ। ਤੁਹਾਡੇ ਜੀਵਨ ਦੇ ਵਿੱਚ ਇੱਕ ਗਵਾਹੀ ਹੋਣੀ ਚਾਹੀਦੀ ਆ। ਤੁਸੀਂ ਖੁਦਾ ਦੇ ਗਵਾਹ ਹੋਣੇ ਚਾਹੀਦੇ ਹੋ ਤੇ ਤੁਹਾਡੇ ਜੀਵਨ ਦੇ ਵਿੱਚ ਖੁਦਾ ਦੇ ਗੁਣ ਪ੍ਰਗਟ ਹੋਣੇ ਚਾਹੀਦੇ ਆ। ਫਿਰ ਤੁਸੀਂ ਇੱਕ ਵਿਸ਼ਵਾਸੀ ਹੋ, ਫਿਰ ਖੁਦਾ ਨੇ ਤੁਹਾਨੂੰ ਬਚਾਉਣਾ ਹੈ। ਕਿਉਂਕਿ ਖੁਦਾ ਸਿਰਫ ਆਪਣੀ ਭੇਡਾਂ ਨੂੰ ਵੇਖਦਾ, ਹੋਰ ਕਿਸ ਨੂੰ ਨਹੀਂ ਵੇਖਦਾ। ਠੀਕ ਹੈ ਨਾ? ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਹੈ। ਹੁਣ ਨਬੀ ਨੇ ਕਿਹਾ, ਦਾਊਦ ਨੇ ਕਿਹਾ ਹੈ, ਜੇ ਮੈਂ ਪਤਾਲ ਵਿੱਚ ਆਪਣਾ ਬਿਸਤਰਾ ਵਿਛਾਵਾਂ ਤਾਂ ਉਹ ਉੱਥੇ ਹੀ ਹੈ। ਕਹਿੰਦਾ ਜੇ ਮੈਂ ਪਤਾਲ ਵਿੱਚ ਵੀ ਆਪਣਾ ਬਿਸਤਰਾ ਵਿਛਾ ਲਵਾਂ, ਦਾਊਦ ਕਹਿੰਦਾ, ਤੇ ਉੱਥੇ ਵੀ ਆ ਖੁਦਾ। ਜਿੱਥੇ ਮਰਜ਼ੀ ਉਹਦਾ ਬੰਦਾ ਚੱਲ ਜਾਵੇ, ਖੁਦਾ ਉੱਥੇ ਹੀ ਉਹਦੇ ਨਾਲ ਹੁੰਦਾ ਹੈ। ਕੋਈ ਮਤਲਬ ਨਹੀਂ ਤੁਸੀਂ ਕਿੱਥੇ ਹੋ। ਜੇਕਰ ਜਨਾਜ਼ਾ ਪ੍ਰਬੰਧਕ ਤੁਹਾਨੂੰ ਜ਼ਮੀਨ ਦੇ ਹੇਠਾਂ ਰੱਖ ਦਿੰਦਾ ਹੈ, ਕਹਿੰਦਾ ਜੇ ਤੁਸੀਂ ਮਰ ਜਾਓ ਤੇ ਜਿਨ੍ਹਾਂ ਨੇ ਤੁਹਾਡਾ ਜਨਾਜ਼ਾ ਪੜਿਆ, ਤੁਹਾਨੂੰ ਮਿੱਟੀ 'ਚ ਦਫਨਾਇਆ ਆ, ਤੁਹਾਡੇ ਉੱਪਰ ਬੇਲਚੇ ਰਾਹੀਂ 6 ਫੁੱਟ ਦੀ ਮਿੱਟੀ ਪਾ ਦਿੰਦਾ ਹੈ, ਤਾਂ ਵੀ ਉਹ ਉਸ ਭੇਡ ਨੂੰ ਚਰਵਾਹੇ ਤੋਂ ਕਦੇ ਨਹੀਂ ਲੁਕਾ ਸਕਦਾ। ਜਦੋਂ ਤੁਸੀਂ, ਨਬੀ ਕਹਿੰਦਾ, ਕੋਈ ਬੰਦਾ, ਕੋਈ ਭੈਣ ਭਾਈ ਮਰ ਜਾਂਦਾ, ਜਦੋਂ ਉਹਨੂੰ 6 ਫੁੱਟ ਧਰਤੀ ਦੇ ਥੱਲੇ ਦੱਬ ਦਿੱਤਾ ਜਾਂਦਾ, ਉਦੋਂ ਵੀ ਖੁਦਾ ਆਪਣੇ ਲੋਕਾਂ ਦੀ ਗਵਾਹੀ ਕਰ ਰਿਹਾ ਹੁੰਦਾ ਹੈ। ਕਿਉਂਕਿ ਉਹਦੇ ਉੱਪਰ ਇੱਕ ਨਿਸ਼ਾਨ ਹੁੰਦਾ ਹੈ ਵੀ ਇਹ ਮੇਰੇ ਲਹੂ 'ਚ ਨਹਾਤਾ ਹੋਇਆ ਆ, ਮੇਰਾ ਭੈਣ ਭਾਈ ਆ। ਖੁਦਾ ਨੂੰ ਪਤਾ ਹੁੰਦਾ ਆ ਵੀ ਮੇਰਾ ਸੱਚਾ ਵਿਸ਼ਵਾਸੀ ਆ ਇਹ। ਉਹ ਠੀਕ ਠੀਕ ਜਾਣਦਾ ਹੈ ਕਿ ਤੁਸੀਂ ਕਿੱਥੇ ਪਏ ਹੋ ਅਤੇ ਤੁਹਾਡੇ ਤੇ ਨਿਸ਼ਾਨ ਲਗਾਇਆ ਹੋਇਆ ਹੈ। ਕਿਸੇ ਸ਼ਾਨਦਾਰ ਦਿਨ ਉਹ ਪੁਕਾਰੇਗਾ ਅਤੇ ਮੈਂ ਉੱਤਰ ਦਿਆਂਗਾ। ਕਿੰਨਾ ਅਦਭੁਤ ਹੈ। ਭੇਡਾਂ ਉਸ ਦੀ ਆਵਾਜ਼ ਨੂੰ ਪਛਾਣਦੀਆਂ ਹਨ, ਕਿਸੇ ਅਜਨਬੀ ਦੇ ਮਗਰ ਉਹ ਨਹੀਂ ਤੁਰਦੀਆਂ। ਨਬੀ ਕਹਿੰਦਾ ਕਿਸੇ ਅਜਨਬੀ ਦੇ ਮਗਰ ਨਹੀਂ ਤੁਰਦੀਆਂ। ਅਯਾਲੀ ਨੂੰ ਸਾਰਾ ਸਮਾਂ ਡਿਊਟੀ ਤੇ ਕਿਉਂ ਰਹਿਣਾ ਚਾਹੀਦਾ ਹੈ? ਯਕੀਨਨ ਹੀ ਉਸ ਨੂੰ ਹੋਣਾ ਚਾਹੀਦਾ ਹੈ, ਉਸ ਦੀ ਭੇਡ ਗਵਾਚ ਨਾ ਜਾਵੇ। ਕੀ ਤੁਸੀਂ ਇਸ ਤੋਂ ਖੁਸ਼ ਨਹੀਂ ਹੋ? ਜੇ ਚਰਵਾਹਾ ਇੱਕ ਭੇਡ ਗਵਾ ਦਿੰਦਾ ਹੈ ਤਾਂ ਚਰਵਾਹੇ ਲਈ ਬਦਨਾਮੀ ਵਾਲੀ ਗੱਲ ਹੈ। ਜੋ ਮੇਰਾ ਵਚਨ ਸੁਣਦਾ ਹੈ ਉਸ ਦੀ ਪ੍ਰਤੀਤ ਕਰਦਾ ਹੈ, ਜਿਸ ਮੈਨੂੰ ਘੱਲਿਆ ਹੈ, ਸਦੀਪਕ ਜੀਵਨ ਉਸਦਾ ਹੈ ਅਤੇ ਕਦੇ ਨਿਆਂ ਵਿੱਚ ਨਹੀਂ ਆਵੇਗਾ, ਸਗੋਂ ਮੌਤ ਤੋਂ ਪਾਰ ਲੰਘ ਜਾਵੇਗਾ। ਜਿਹੜਾ ਉਹਦਾ ਵਿਸ਼ਵਾਸੀ ਜਾਨਾ, ਉਹ ਕਦੇ ਵੀ ਨਿਆਂ 'ਚ ਨਹੀਂ ਜਾਵੇਗਾ। ਨਬੀ ਕਹਿੰਦਾ ਉਹ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਪਹੁੰਚਦਾ ਹੈ। ਚਰਵਾਹੇ ਆਪਣੀਆਂ ਭੇਡਾਂ ਨੂੰ ਨਹੀਂ ਗਵਾਉਣਗੇ। ਹੁਣ ਜੇ ਤੁਸੀਂ ਇੱਕ ਭੇਡ ਹੋ ਤਾਂ ਠੀਕ ਹੈ। ਹੁਣ ਇਸ ਨਬੀ ਨੇ ਸਾਰਾ ਵਚਨ ਪ੍ਰਚਾਰ ਕੀਤਾ, ਉਹਨੇ ਫਿਰ ਨਬੀ ਨੇ ਇਸ ਗੱਲ ਨੂੰ ਕਿਹਾ, ਜੇ ਤੁਸੀਂ ਇੱਕ ਭੇਡ ਹੋ ਤਾਂ ਠੀਕ ਆ। ਫਿਰ ਇਹ ਗੱਲਾਂ ਸਾਰੀਆਂ ਤੁਹਾਡੇ ਉੱਪਰ। ਜੇ ਤੁਸੀਂ ਇੱਕ ਭੇਡ ਹੋ ਤੇ ਮੌਤ ਵੀ ਤੁਹਾਨੂੰ ਫਿਰ ਮਾਰ ਨਹੀਂ ਸਕਦੀ। ਫਿਰ ਇੱਕ ਦਿਨ ਇਹੋ ਜਾਵੇਗਾ, ਖੁਦਾ ਪੁਕਾਰੇਗਾ ਤੇ ਤੁਸੀਂ ਕਬਰਾਂ ਦੇ ਵਿੱਚੋਂ ਬਾਹਰ ਆ ਜਾਓਗੇ, ਜਿਹਦੇ ਉੱਪਰ ਖੁਦਾ ਦਾ ਲਹੂ ਲੱਗਾ ਆ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਆ। ਉਹਨੇ ਇੱਕ ਭੇਡ ਨੂੰ ਕਿਹਾ, ਇੱਕ ਵਿਸ਼ਵਾਸੀ ਨੂੰ ਕਿਹਾ ਆ। ਔਰ ਨਬੀ ਕਹਿੰਦਾ ਜਿਹੜਾ ਲਾਜ਼ਰ ਸੀਗਾ, ਲਾਜ਼ਰ 4 ਦਿਨ ਤੱਕ ਕਬਰ 'ਚ ਰਿਹਾ। ਕਹਿੰਦਾ ਜਨਾਜ਼ਾ ਪ੍ਰਬੰਧਕ ਉਸ ਨੂੰ ਜ਼ਮੀਨ ਵਿੱਚ ਪਾ ਦਿੰਦਾ ਹੈ। ਉਹ ਮੇਰੀ ਭੇਡ ਮੇਰੀ ਆਵਾਜ਼ ਨੂੰ ਸੁਣੇਗੀ ਅਤੇ ਅੰਤ ਦੇ ਦਿਨ ਮੈਂ ਉਸ ਨੂੰ ਜਿਉਂਦਾ ਉਠਾਵਾਂਗਾ। ਜਿਉਂਦੇ ਖੁਦਾ ਦੀ ਵਡਿਆਈ ਹੋਵੇ। ਸਾਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ। ਯਿਸੂ ਨੇ ਕਿਹਾ ਉਸ ਦਿਨ ਉਹ ਸਭ ਜਿਹੜੇ ਕਬਰਾਂ ਵਿੱਚ ਹਨ, ਮਰਨਹਾਰ ਕਬਰਾਂ ਵਿੱਚ ਹਨ, ਮਹਾਨ ਚਰਵਾਹੇ ਦੀ ਆਵਾਜ਼ ਨੂੰ ਸੁਣਨਗੇ ਅਤੇ ਨਿਕਲ ਆਉਣਗੇ। ਹਾਲੇਲੂਇਆ। ਕਹਿੰਦਾ ਜਿਹੜੇ ਕਬਰਾਂ ਦੇ ਵਿੱਚ ਹਨ ਉਹ ਉਸ ਦੀ ਆਵਾਜ਼ ਨੂੰ ਸੁਣਨਗੇ ਤੇ ਨਿਕਲ ਆਣਗੇ, ਸਦੀਪਕ ਜੀਵਨ ਲਈ ਨਿਕਲ ਆਉਣਗੇ। ਉਹ ਭੇਡਾਂ ਦੇ ਦਰਵਾਜ਼ੇ ਦੇ ਆਉਣ ਦੇ ਉਸ ਮਹਾਨ ਦਿਨ ਦੇ ਲਈ। ਕਹਿੰਦਾ ਉਸ ਮਹਾਨ ਦਿਨ ਦੇ ਲਈ ਖੁਦਾਵੰਦ ਉਹਨਾਂ ਨੂੰ ਫਿਰ ਜਿਉਂਦਾ ਖੜਾ ਕਰ ਦੇਵੇਗਾ। ਹੁਣ ਨਬੀ ਨੇ ਕਿਹਾ ਲਾਜ਼ਰ ਦੀ ਕਬਰ ਤੇ ਇਸ ਨੂੰ ਸਾਬਿਤ ਕੀਤਾ ਹੈ ਖੁਦਾ ਨੇ ਵੀ ਕਿੱਦਾਂ ਉਹ ਆਪਣੇ ਲੋਕਾਂ ਨੂੰ ਜਿਉਂਦਾ ਖੜਾ ਕਰ ਦਿੰਦਾ। ਜੇ ਉਹਦਾ ਕੋਈ ਬੰਦਾ ਆ ਤੇ ਖੁਦਾ ਉਹਨੂੰ ਫਿਰ ਏਦਾਂ ਨਹੀਂ ਛੱਡਦਾ। ਲਾਜ਼ਰ ਉਸਦੇ ਛੋਟੇ ਛੋਟੇ ਲੇਲਿਆਂ ਵਿੱਚੋਂ ਇੱਕ ਸੀ। ਨਬੀ ਕਹਿੰਦਾ ਜਿਹੜਾ ਲਾਜ਼ਰ ਸੀ ਛੋਟੇ ਛੋਟੇ ਲੇਲਿਆਂ ਵਿੱਚੋਂ ਇੱਕ ਲੇਲਾ ਸੀ ਲਾਜ਼ਰ ਵੀ ਉਸਦਾ, ਅਤੇ ਉਹ ਸਰੀਰ ਵਿੱਚ ਲੇਟਿਆ ਹੋਇਆ ਸੀ। ਇੱਕ ਟੋਏ ਦੇ ਤਲ ਤੇ ਉਹ ਪੱਥਰ ਉਸਦੇ ਉੱਤੇ ਲਾਇਆ ਹੋਇਆ ਸੀ। ਉਸਦਾ ਸਰੀਰ ਢਲ ਚੁੱਕਿਆ ਸੀਗਾ। ਤੁਹਾਨੂੰ ਪਤਾ ਕੋਈ ਬੰਦਾ ਜਦੋਂ ਮਰ ਜਾਂਦਾ ਆ, ਸਾਡੇ ਯੁੱਗ ਦਾ ਨਬੀ ਕਹਿੰਦਾ ਸਭ ਤੋਂ ਪਹਿਲਾਂ ਉਹਦਾ ਨੱਕ ਲੱਭਦਾ ਆ।
ਨੱਕ ਦਾ ਉਹਦਾ ਸਾਰਾ ਮਾਸ ਲੱਥ ਜਾਂਦਾ, ਕੀੜੇ ਖਾ ਜਾਂਦੇ ਉਹਨੂੰ। ਇਸੇ ਤਰ੍ਹਾਂ ਉਹ ਕਹਿ ਰਿਹਾ ਉਸਦਾ ਸਰੀਰ ਢਲ ਚੁੱਕਿਆ ਸੀ, ਨੱਕ ਝੜ ਗਿਆ ਸੀ, ਚੰਮ ਦੇ ਕੀੜੇ ਉਸ ਨੂੰ ਖਾ ਰਹੇ ਸਨ, ਪਰ ਮੁੱਖ ਯਾਲੀ ਕਬਰ ਉੱਤੇ ਆ ਗਿਆ। ਜਿਹੜਾ ਮੁੱਖ ਯਾਲੀ ਸੀਗਾ ਯੀਸ਼ੂ ਮਸੀਹ ਕਬਰ ਦੇ ਉੱਤੇ ਆ ਗਿਆ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਮ ਤੋਂ ਜਾਣਦਾ ਹੈ। ਯੀਸ਼ੂ ਮਸੀਹ ਆਪਣੀ ਭੇਡਾਂ ਨੂੰ ਨਾਮ ਤੋਂ ਜਾਣਦਾ ਹੈ। ਉਹਨੇ ਕੀ ਕਿਹਾ? ਲਾਜ਼ਰ ਕਬਰ ਦੇ ਵਿੱਚੋਂ ਬਾਹਰ ਆ ਜਾ। ਅਤੇ ਜੇਕਰ ਉਹ ਤੁਹਾਡਾ ਨਾਮ ਬੋਲਦਾ ਹੈ ਅਤੇ ਤੁਹਾਨੂੰ ਬੁਲਾਉਂਦਾ ਹੈ ਤਾਂ ਤੁਸੀਂ ਜਵਾਬ ਦਿੰਦੇ ਹੋ। ਕੌਣ ਜਵਾਬ ਦਿੰਦਾ ਹੈ? ਬੱਕਰੀ ਜਵਾਬ ਨਹੀਂ ਦੇ ਸਕਦੀ, ਲੇਕਿਨ ਭੇਡ ਹਮੇਸ਼ਾ ਜਵਾਬ ਦਿੰਦੀ, ਕਿਉਂਕਿ ਖੁਦਾਵੰਦ ਹਮੇਸ਼ਾ ਆਪਣੇ ਵਚਨ ਦੇ ਦੁਆਰਾ ਆਪਣੇ ਲੋਕਾਂ ਦੇ ਨਾਲ ਗੱਲਬਾਤ ਕਰਦਾ। ਤੇ ਉਹਦੀ ਭੇਡ ਕੀ ਕਹਿੰਦੀ ਹੈ? ਪ੍ਰਭੂ ਇਹ ਵਚਨ ਬਾਈਬਲ 'ਚ ਮੇਰੇ ਲਈ ਆ। ਉਹ ਇਹ ਨਹੀਂ ਕਹਿੰਦਾ, ਵਿਸ਼ਵਾਸੀ ਬੰਦਾ ਇੱਕ ਭੇਡ ਇਹ ਨਹੀਂ ਕਹਿੰਦੀ ਵੀ ਇਹ ਵਚਨ ਮੇਰੇ ਲਈ ਨਹੀਂ ਹੈ, ਇਹ ਖੁਰਾਕ ਮੇਰੇ ਲਈ ਨਹੀਂ ਹੈ, ਕਿਉਂਕਿ ਨਬੀ ਕਹਿੰਦਾ ਭੇਡਾਂ ਦੀ ਖੁਰਾਕ ਕੀ ਆ? ਵਿਸ਼ਵਾਸੀ ਦੀ ਖੁਰਾਕ ਸਿਰਫ ਤੇ ਸਿਰਫ ਵਚਨ ਆ। ਤੁਹਾਡੀ ਖੁਰਾਕ ਕੀ ਹੈ? ਜੇ ਤੁਸੀਂ ਇੱਕ ਵਿਸ਼ਵਾਸੀ ਹੋ, ਤੁਹਾਡੀ ਖੁਰਾਕ ਕੀ ਆ? ਖੁਦਾ ਦਾ ਵਚਨ ਤੁਹਾਡੀ ਖੁਰਾਕ ਆ। ਇਹ ਸੰਸਾਰ ਦੀ ਦੋਸਤੀਆਂ ਤੁਹਾਡੀ ਖੁਰਾਕ ਨਹੀਂ ਹੈ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਹੈ। ਤੁਹਾਡੀ ਖੁਰਾਕ ਸਿਰਫ ਤੇ ਸਿਰਫ ਖੁਦਾ ਦਾ ਵਚਨ ਆ। ਕਹਿੰਦੇ ਕਬੂਤਰ ਦੇ ਅੰਦਰ ਪਿੱਤਾ ਨਹੀਂ ਹੁੰਦਾ। ਜੇ ਕਬੂਤਰ ਮਾਸ ਮੂਸ ਨਹੀਂ ਕੁਝ ਖਾ ਸਕਦਾ, ਉਹ ਕੋਈ ਗਲਤ ਚੀਜ਼ ਜਾਂ ਗੰਦਗੀ ਵਾਲੀ ਚੀਜ਼ ਨਹੀਂ ਖਾਂਦਾ। ਇਸੇ ਤਰ੍ਹਾਂ ਖੁਦਾ ਦੇ ਪਵਿੱਤਰ ਲੋਕ ਜੇ ਕੁਝ ਗਲਤ ਖਾਣਗੇ ਤਾਂ ਮਾਰੇ ਜਾਣਗੇ। ਖੁਦਾ ਦੇ ਪਵਿੱਤਰ ਲੋਕ ਹਮੇਸ਼ਾ ਵਧੀਆ ਭੋਜਨ ਖਾਂਦੇ ਆ। ਤੇ ਵਧੀਆ ਭੋਜਨ ਕੀ ਹੈ? ਵਧੀਆ ਭੋਜਨ ਪ੍ਰਭੂ ਯੀਸ਼ੂ ਮਸੀਹ ਦਾ ਜਿਉਂਦਾ ਵਚਨ ਆ, ਜਿਹੜਾ ਭੇਡ ਨੇ ਖਾਣਾ ਹਮੇਸ਼ਾ। ਜੇ ਤੁਸੀਂ ਕੁਝ ਹੋਰ ਖਾਂਦੇ ਹੋ ਵਚਨ ਤੋਂ ਇਲਾਵਾ, ਤੇ ਜ਼ਰੂਰੀ ਹੈ ਤੁਸੀਂ ਮਾਰੇ ਜਾਵੋ। ਜ਼ਰੂਰੀ ਹੈ ਵੀ ਤੁਸੀਂ ਮਾਰ ਦਿੱਤੇ ਜਾਵੋ। ਫਿਰ ਲਾਜ਼ਰ 4 ਦਿਨਾਂ ਦਾ ਮੁਰਦਾ ਸੀ, ਉਸਦਾ ਸਰੀਰ ਗਲ ਚੁੱਕਾ ਸੀ, ਪਰ ਅਯਾਲੀ ਬੋਲਿਆ ਅਤੇ ਵਿਨਾਸ਼ ਆਪਣੇ ਮਾਲਿਕ ਨੂੰ ਜਾਣਦਾ ਸੀ, ਅਤੇ ਜੋ ਪ੍ਰਾਣ 4 ਦਿਨਾਂ ਦੀ ਯਾਤਰਾ ਤੇ ਸੀ ਉਹ ਸਰੀਰ ਵਿੱਚ ਵਾਪਸ ਆ ਗਏ। ਹੁਣ ਜਿਹੜੇ ਪ੍ਰਾਣ 4 ਦਿਨ ਦੀ ਯਾਤਰਾ ਤੇ ਗਏ ਸੀ, ਜਦੋਂ ਅਯਾਲੀ ਨੇ ਪ੍ਰਭੂ ਯੀਸ਼ੂ ਮਸੀਹ ਨੇ ਪੁਕਾਰਿਆ, ਲਾਜ਼ਰ ਕਬਰ ਦੇ ਵਿੱਚੋਂ ਬਾਹਰ ਆ। ਕੀ ਅੱਜ ਪ੍ਰਭੂ ਯੀਸ਼ੂ ਮਸੀਹ ਪੁਕਾਰ ਨਹੀਂ ਰਿਹਾ, ਹੇ ਮੇਰੀ ਪ੍ਰਜਾ ਬਾਬਲ ਵਿੱਚੋਂ ਬਾਹਰ ਆ ਜਾ? ਉਹ ਮੁਰਦਿਆਂ ਨੂੰ ਕੀ ਅੱਜ ਜਿਉਂਦਾ ਨਹੀਂ ਕਰ ਰਿਹਾ? ਅੱਜ ਵੀ ਜਿਉਂਦਾ ਕਰ ਰਿਹਾ। ਕਿਉਂਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਹਿਲਾ ਕੂਚ ਮੂਸਾ ਦੇ ਦੁਆਰਾ ਹੋਇਆ, ਦੂਜਾ ਕੂਚ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਹੋਇਆ, ਤੇ ਤੀਜਾ ਕੂਚ ਸਾਡੇ ਭਾਈ ਵਿਲੀਅਮ ਮੈਰਿਨ ਬ੍ਰੈਨਮ ਦੇ ਦੁਆਰਾ ਹੋਇਆ। ਤੀਜਾ ਕੂਚ ਭਾਈ ਬ੍ਰੈਨਮ ਦੇ ਦੁਆਰਾ ਹੋਇਆ ਹੈ। ਤੇ ਉਹ ਆਪਣੇ ਨਬੀ ਦੇ ਵਿੱਚੋਂ ਬੋਲਿਆ, ਹੇ ਮੇਰੀ ਪ੍ਰਜਾ ਬਾਬੁਲ ਦੇ ਵਿੱਚੋਂ ਬਾਹਰ ਆ ਜਾ, ਉਸ ਗੜਬੜੀ ਦੇ ਵਿੱਚੋਂ ਬਾਹਰ ਆ ਜਾ। ਤੇ ਜਿਹੜਾ ਬਾਹਰ ਆਇਆ, ਫਿਰ ਸਾਫ਼ ਤੇ ਸਪਸ਼ਟ ਗੱਲ ਆ, ਉਹਨੂੰ ਵਚਨ ਦੇ ਵਿੱਚੋਂ ਹੀ ਖਾਣਾ ਪਵੇਗਾ। ਉਹ ਆਪਣੀ ਮਰਜ਼ੀ ਨਾਲ ਕੁਝ ਨਹੀਂ ਖਾ ਸਕਦਾ ਬੰਦਾ, ਕਿਉਂਕਿ ਬਹੁਤ ਲੋਕ ਮਿਸਰ ਦੇ ਵਿੱਚੋਂ ਤਾਂ ਬਾਹਰ ਆਉਂਦੇ ਆ, ਮਿਸਰ ਵਿੱਚੋਂ ਬਾਹਰ ਆ ਜਾਂਦੇ, ਲੇਕਿਨ ਮਿਸਰ ਉਹਨਾਂ ਵਿੱਚੋਂ ਬਾਹਰ ਨਹੀਂ ਜਾਂਦਾ। ਤੁਹਾਨੂੰ ਪਤਾ ਜੀ, ਤੁਸੀਂ ਮੂਸਾ ਦੀ ਕਿਤਾਬ ਪੜ੍ਹਦੇ ਹੋ, ਮੂਸਾ ਜਦੋਂ ਇਜ਼ਰਾਈਲੀਆਂ ਨੂੰ ਬਾਹਰ ਕੱਢ ਕੇ ਲਿਆਇਆ ਮਿਸਰ ਦੇ ਵਿੱਚੋਂ, ਤੇ ਰਲੀ ਮਿਲੀ ਭੀੜ ਬਾਹਰ ਆਈ। ਕੁਝ ਇਜ਼ਰਾਈਲੀ ਸੀ, ਕੁਝ ਦੂਜੇ ਲੋਕ ਵੀ ਸੀਗੇ, ਲੇਕਿਨ ਫਿਰ ਵੀ ਮਿਸਰ ਉਹਨਾਂ ਵਿੱਚੋਂ ਬਾਹਰ ਨਹੀਂ ਆਇਆ, ਤੇ ਪ੍ਰਭੂ ਦੇ ਸਾਰੇ ਮਾਰ ਦਿੱਤੇ ਗਏ। ਲੇਕਿਨ ਯਹੋਸ਼ੂਆ ਤੇ ਕਲੇਬ ਉਸ ਦੇਸ਼ ਵਿੱਚ ਪਹੁੰਚੇ, ਉਸ ਵਾਅਦਾ ਕੀਤੀ ਹੋਈ ਧਰਤੀ ਵਿੱਚ ਪਹੁੰਚੇ। ਨਬੀ ਕਹਿੰਦਾ ਉਹ 2 ਖੁਦਾ ਦੇ ਛੋਟੀਆਂ ਭੇਡਾਂ ਸੀਗੀਆਂ, ਜਿਨ੍ਹਾਂ ਨੇ ਖੁਦਾ ਦੀ ਆਵਾਜ਼ ਨੂੰ ਸੁਣਿਆ ਤੇ ਆਪਣੇ ਸੇਵਕ ਦੇ ਪਿੱਛੇ, ਮੂਸਾ ਦੇ ਪਿੱਛੇ ਚੱਲਦੇ ਰਹੇ। ਉਹਨਾਂ ਨੇ ਨਹੀਂ ਕਿਹਾ ਵੀ ਅਸੀਂ ਕਿੱਦਾਂ ਉਸ ਦੇਸ਼ ਨੂੰ ਜਿੱਤਾਂਗੇ, ਕਿਉਂਕਿ ਜਦੋਂ ਖੋਜ ਕੱਢਣ ਵਾਲੇ ਉਸ ਦੇਸ਼ ਵਿੱਚ ਗਏ ਤੇ ਉਹਨਾਂ ਨੇ ਮੂਸਾ ਨੂੰ ਆ ਕੇ ਕਿਹਾ, ਉੱਥੇ ਦੇ ਲੋਕ ਬੜੇ ਉੱਚੇ ਲੰਬੇ ਆ, ਅਸੀਂ ਨਹੀਂ ਜਿੱਤ ਸਕਦੇ ਉਹਨਾਂ ਨੂੰ। ਤੇ ਯਹੋਸ਼ੂਆ ਨੇ ਕੀ ਕਿਹਾ, ਕਲੇਬ ਨੇ ਕੀ ਕਿਹਾ, ਨਹੀਂ, ਖੁਦਾ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਸ ਦੇਸ਼ ਨੂੰ ਜ਼ਰੂਰ ਲਵਾਂਗੇ। ਜਿਹੜੇ ਖੁਦਾ ਦੇ ਲੋਕ ਹੁੰਦੇ, ਵਿਸ਼ਵਾਸੀ ਹੁੰਦੇ ਆ, ਹਮੇਸ਼ਾ ਯਾਦ ਰੱਖਣਾ, ਮੁਸੀਬਤਾਂ ਭਾਵੇਂ ਜਿੰਨੀਆਂ ਮਰਜ਼ੀਆਂ ਵੱਡੀਆਂ ਹੋਣ, ਪਰੇਸ਼ਾਨੀਆਂ ਜਿੰਨੀਆਂ ਮਰਜ਼ੀ ਵੱਡੀਆਂ ਹੋਣ, ਖੁਦਾ ਦੇ ਲੋਕ ਨਾ ਮੁਸੀਬਤਾਂ, ਨਾ ਪਰੇਸ਼ਾਨੀਆਂ, ਨਾ ਬਿਮਾਰੀਆਂ ਤੋਂ ਡਰਦੇ ਆ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਹੈ। ਜਿਹੜਾ ਅਸਲੀ ਵਿਸ਼ਵਾਸੀ ਹੁੰਦਾ ਮੁਸੀਬਤਾਂ ਤੋਂ ਨਹੀਂ ਡਰਦਾ। ਯਹੋਸ਼ੂਆ ਕਲੇਬ ਨਹੀਂ ਡਰੇ, ਉਹ ਵੱਡੇ ਉੱਚੇ ਕੱਦ ਵਾਲੇ ਲੋਕਾਂ ਤੋਂ। ਉਹਨਾਂ ਨੇ ਜਦੋਂ ਆਕਰਮਣ ਕੀਤਾ ਉਸ ਜਗ੍ਹਾ ਦੇ ਵਿੱਚ, ਤੇ ਸਾਰਿਆਂ ਨੂੰ ਮਾਰ ਕੇ ਉਸ ਦੇਸ਼ ਤੇ ਕੀ ਕੀਤਾ, ਕਬਜ਼ਾ ਕੀਤਾ, ਕਿਉਂਕਿ ਖੁਦਾ ਨੇ ਕਿਹਾ ਸੀ ਮੈਂ ਤੁਹਾਨੂੰ ਇਹ ਦੇਸ਼ ਦੇ ਦਿੱਤਾ ਹੈ। ਇਸ ਕਰਕੇ ਹਮੇਸ਼ਾ ਖੁਦਾ ਦੇ ਵਚਨ ਤੇ ਵਿਸ਼ਵਾਸ ਕਰਨਾ। ਤੇ ਨਬੀ ਕਹਿੰਦਾ ਜਿਹੜਾ ਲਾਜ਼ਰ ਸੀਗਾ ਉਸਦੇ ਉੱਪਰ ਮਸਾਲੇ ਪਾਏ ਗਏ ਸੀ, ਉਹਦੇ ਅੰਦਰ ਕੋਈ ਖੂਨ ਨਹੀਂ ਸੀ, ਸੈੱਲ ਟੁੱਟ ਚੁੱਕੇ ਸਨ, ਉਹ ਕਬਰ ਵਿੱਚ ਸਲ ਗਲ ਚੁੱਕਾ ਸੀ। ਪਰ ਜੀਵਨ ਦੇ ਚਰਵਾਹੇ ਨੇ ਆਪਣੇ ਲੇਲੇ ਦਾ ਨਾਮ ਪੁਕਾਰਿਆ, ਅਤੇ ਉਸਦਾ ਲੇਲਾ ਥੋੜਾ ਜਿਹਾ ਮਿਨਮਿਨਾਇਆ ਅਤੇ ਕਿਹਾ ਮੈਂ ਹਾਜ਼ਰ ਹਾਂ। ਉਹ ਬਾਹਰ ਆ ਗਿਆ। ਜਦੋਂ ਯੀਸ਼ੂ ਮਸੀਹ ਕਹਿੰਦਾ ਬਾਹਰ ਆ ਜਾ, ਕਬਰ ਦੇ ਵਿੱਚੋਂ ਬਾਹਰ ਆ ਗਿਆ। ਅੱਜ ਵੀ ਯੀਸ਼ੂ ਮਸੀਹ ਲੋਕਾਂ ਨੂੰ ਬਾਹਰ ਕੱਢ ਰਿਹਾ ਹੈ। ਉਹ ਕਹਿੰਦਾ ਇਸ ਸੰਸਾਰ ਦੇ ਵਿੱਚੋਂ ਬਾਹਰ ਆ ਜਾਓ, ਇਸ ਸੰਸਾਰ ਦੇ ਮਿੱਤਰਚਾਰੇ ਵਿੱਚੋਂ ਬਾਹਰ ਆ ਜਾਓ। ਅੱਜ ਵੀ ਪ੍ਰਭੂ ਯੀਸ਼ੂ ਮਸੀਹ ਮੁਰਦੇ ਜਿਉਂਦਾ ਕਰਦਾ ਹੈ। ਅੱਜ ਵੀ ਉਹੀ ਖੁਦਾ ਜੋ ਕੱਲ ਸੀ, ਕਿਉਂਕਿ ਯੀਸ਼ੂ ਮਸੀਹ ਕੱਲ, ਅੱਜ ਅਤੇ ਯੁਗਾਂ ਨੂੰ ਯੁਗ ਇੱਕੋ ਜਿਹਾ ਖੁਦਾ ਆ, ਉਹ ਕਦੇ ਬਦਲਦਾ ਨਹੀਂ ਹੈ। ਇਸ ਕਰਕੇ ਹਮੇਸ਼ਾ ਤੁਸੀਂ ਖੁਦਾ ਦੇ ਵਚਨ ਵੱਲ ਧਿਆਨ ਦੇਣਾ, ਕਦੇ ਵੀ ਖੁਦਾ ਦੇ ਕੋਲੋਂ ਦੂਰ ਨਹੀਂ ਜਾਣਾ।
ਹੁਣ ਨਬੀ ਕਹਿੰਦਾ ਇਸੇ ਤਰ੍ਹਾਂ ਮੂਸਾ ਇੱਕ ਮਹਾਨ ਚਰਵਾਹਾ ਸੀਗਾ। ਮੂਸਾ ਨੇ ਆਪਣੇ ਲੋਕਾਂ ਦੀ ਗਵਾਹੀ ਕੀਤੀ। ਮੂਸਾ ਮਹਾਨ ਇਆਲੀ ਨੇ ਮਿਸਰ ਤੋਂ ਫਿਲਿਸਤੀਨ ਤੱਕ ਹਰ ਇੱਕ ਸੱਚੇ ਲੇਲੇ ਦੀ ਗਵਾਹੀ ਕੀਤੀ। ਉਹਨੇ ਹਰੇਕ ਬੰਦੇ ਦੀ, ਹਰ ਇੱਕ ਭੈਣ ਭਾਈ ਦੀ ਉਹਨੇ ਗਵਾਹੀ ਕੀਤੀ। ਉਸਨੇ ਕਦੇ ਵੀ ਉਹਨਾਂ ਵਿੱਚੋਂ ਇੱਕ ਨੂੰ ਵੀ ਨਹੀਂ ਗਵਾਇਆ, ਕਦੇ ਵੀ ਇੱਕ ਨੂੰ ਨਹੀਂ ਗਵਾਇਆ ਉਹਨੇ ਉਸ ਸਮੇਂ। ਨਾ ਹੀ ਉਹ ਕਦੇ ਭੁੱਖੇ ਰਹੇ, ਨਾ ਹੀ ਉਹਨਾਂ ਦੇ ਕੱਪੜਿਆਂ ਦੇ ਧਾਗੇ ਨਿਕਲੇ। ਮੂਸਾ ਇਆਲੀ ਨੇ ਉਹਨਾਂ ਦੀ ਗਵਾਹੀ ਕੀਤੀ। ਯਕੀਨਨ ਉਹ ਮਸੀਹ ਦਾ ਨਮੂਨਾ ਸੀ। ਨਬੀ ਕਹਿੰਦਾ ਮੂਸਾ ਕੌਣ ਸੀ? ਮਸੀਹ ਦਾ ਨਮੂਨਾ ਸੀਗਾ, ਮਸੀਹ ਦਾ ਨਮੂਨਾ ਸੀ। ਯਕੀਨਨ ਉਹ ਜਿਹੜੇ ਉਸਦੇ ਮਗਰ ਚੱਲਣਗੇ ਕਦੇ ਨਾਸ਼ ਨਹੀਂ ਹੋਣਗੇ। ਚਰਵਾਹੇ ਦੇ ਪਿੱਛੇ ਚੱਲੋ, ਜਿਹੜੇ ਯੀਸ਼ੂ ਮਸੀਹ ਦੇ ਪਿੱਛੇ ਚੱਲਣਗੇ ਕਦੇ ਨਾਸ਼ ਨਹੀਂ ਹੋਣਗੇ। ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਓ ਪ੍ਰਾਰਥਨਾ ਕਰਦੇ ਹਾਂ। ਹਾਲੇਲੂਇਆ। ਧੰਨਵਾਦ ਪਿਆਰੇ ਪ੍ਰਭੂ ਯੀਸ਼ੂ ਮਸੀਹ, ਸੱਚਮੁੱਚ ਮੇਰੇ ਮਹਾਨ ਪਿਤਾ, ਇਸ ਛੋਟੇ ਸੰਦੇਸ਼ ਲਈ ਤੇਰਾ ਧੰਨਵਾਦ ਕਰਦਾ ਪ੍ਰਭੂ ਯੀਸ਼ੂ ਮਸੀਹ, ਕਿਉਂਕਿ ਤੂੰ ਆਪਣੇ ਵਚਨ ਦੇ ਦੁਆਰਾ ਸਭ ਨੂੰ ਸਮਝਾਇਆ ਵੀ ਇੱਕ ਭੇਡ ਤੇ ਇੱਕ ਵਿਸ਼ਵਾਸੀ ਦਾ ਜੀਵਨ ਕਿੱਦਾਂ ਮੇਲ ਜੋਲ ਖਾਂਦਾ ਹੈ। ਖੁਦਾਵੰਦਾ, ਇਦਾਂ ਕਿ ਭੇਡ ਆਪਣੀ ਅਗਵਾਈ ਆਪ ਨਹੀਂ ਕਰ ਸਕਦੀ, ਕਿ ਵਿਸ਼ਵਾਸੀ ਵੀ ਆਪਣੀ ਅਗਵਾਈ ਆਪ ਨਹੀਂ ਕਰ ਸਕਦਾ। ਉਸ ਦੇ ਲਈ ਉਸਨੂੰ ਖੁਦਾਵੰਦਾ ਇੱਕ ਚਰਵਾਹਾ ਚਾਹੀਦਾ ਹੁੰਦਾ ਹੈ, ਖੁਦਾਵੰਦਾ ਇੱਕ ਇਆਲੀ ਚਾਹੀਦਾ ਹੁੰਦਾ ਹੈ। ਤੇ ਪ੍ਰਭੂ ਯੀਸ਼ੂ ਮਸੀਹ ਤਾਂ ਕਿ ਉਹਨਾਂ ਦੀ ਅਗਵਾਈ ਹੋ ਸਕੇ। ਪ੍ਰਭੂ ਯੀਸ਼ੂ ਮਸੀਹ ਜਿਨ੍ਹਾਂ ਨੇ ਇਸ ਵਚਨ ਨੂੰ ਸੁਣਿਆ, ਮੈਂ ਵਿਸ਼ਵਾਸ ਕਰਦਾ ਆਪਣੇ ਜੀਵਨਾਂ ਵਿੱਚ ਸੁਧਾਰ ਲਿਆਣਗੇ ਤੇ ਹਮੇਸ਼ਾ ਜੀਵਨ ਦੇ ਵਿਰਖ ਵਿੱਚੋਂ ਖਾਣਗੇ। ਉਹ ਕਦੇ ਵੀ ਬੱਕਰੀਆਂ ਵਿੱਚੋਂ ਨਹੀਂ ਖਾਣਗੇ ਖੁਦਾਵੰਦਾ, ਉਹ ਸੰਸਾਰ ਵਿੱਚੋਂ ਨਹੀਂ ਖਾਣਗੇ ਖੁਦਾਵੰਦਾ, ਉਹ ਹਮੇਸ਼ਾ ਤੇਰੇ ਵਚਨ ਵਿੱਚੋਂ ਖਾਣਗੇ। ਤੂੰ ਦਇਆ ਕਰ, ਕਿਰਪਾ ਕਰ, ਕਿਉਂਕਿ ਤੂੰ ਕਿਹਾ ਹੈ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਦੀਆਂ ਹਨ। ਤੇ ਸੱਚਮੁੱਚ ਖੁਦਾਵੰਦਾ ਤੇਰੇ ਲੋਕ ਤੇਰੀ ਆਵਾਜ਼ ਨੂੰ ਸੁਣਦੇ ਹਨ ਖੁਦਾਵੰਦਾ, ਤੇ ਤੇਰੇ ਪਿੱਛੇ ਚੱਲਦੇ ਹਨ। ਜਿਹੜੇ ਤੇਰੇ ਪਿੱਛੇ ਨਹੀਂ ਚੱਲਦੇ ਪ੍ਰਭੂ ਜੀ, ਉਹ ਗਵਾਹ ਹਨ ਕਿ ਉਹ ਭੇਡਾਂ ਨਹੀਂ ਹਨ, ਉਹ ਬੱਕਰੀਆਂ ਹਨ, ਤੇ ਬੱਕਰੀਆਂ ਸੰਸਾਰ ਨੂੰ ਦਰਸਾਉਂਦੀਆਂ ਹਨ ਖੁਦਾਵੰਦ। ਤੇ ਪ੍ਰਭੂ ਯੀਸ਼ੂ ਮਸੀਹ ਤੂੰ ਬਹੁਤ ਜਲਦੀ ਆ ਰਿਹਾ ਆਪਣੀ ਦੁਲਹਨ ਨੂੰ ਲੈਣ। ਪ੍ਰਭੂ ਯੀਸ਼ੂ ਮਸੀਹ ਤੁਸੀਂ ਜਲਦੀ ਆਓ, ਤੁਹਾਡੀ ਦੁਲਹਨ ਤੁਹਾਡਾ ਇੰਤਜ਼ਾਰ ਕਰਦੀ ਹੈ। ਜਦ ਤੱਕ ਤੁਸੀਂ ਨਹੀਂ ਆਉਂਦੇ ਅਸੀਂ ਇਸੇ ਤਰ੍ਹਾਂ ਤੁਹਾਡੀ ਮਹਿਮਾ ਤੇ ਵਡਿਆਈ ਕਰੀ ਜਾਵਾਂਗੇ ਖੁਦਾਵੰਦ। ਦਇਆ ਕਰੋ, ਕਿਰਪਾ ਕਰੋ, ਤੇਰੇ ਨਾਮ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਮੰਗਦੇ ਹਾਂ, ਆਮੀਨ। ਹਾਲੇਲੂਇਆ।